ਇਹ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਡਬਲ ਰਜਿਸਟਰੀ ਨੰਬਰ ਗਲਤ ਨੇ, ਮੈਂ ਪਟਵਾਰੀ ਕੋ ਪਤਾ ਨਹੀਂ ਕਿੰਨੀ ਜਗ੍ਹਾ ਦਿੱਤੇ ਤੇ ਕਈ ਜਗ੍ਹਾ ਦੇ ਉੱਤੇ ਧੱਕੇ ਧੋੜੇ ਖਾਦੇ। ਮੈਂ ਪੁਲਿਸ ਕਮਿਸ਼ਨ ਨੂੰ ਵੀ ਇਹ ਦਰਖਾਸਤ ਦਿੱਤੀ, ਪਰ ਮੇਰੀ ਕਿਤੇ ਵੀ ਕੋਈ ਕਾਰਵਾਈ ਨਹੀਂ ਸੁਣੀ। ਕੁਰਸੀ ਨੰਬਰ ਦਿੱਤਾ ਸੀ ਜੀ, ਜੋ ਮੈਂ ਅੰਦਰ ਮਿਲਣ ਗਿਆ ਸੀਐਮ ਸਾਹਿਬ ਨੂੰ, ਤੇ ਕਹਿੰਦੇ ਤੁਹਾਡਾ ਮਸਲਾ ਹੱਲ ਕਰਵਾ ਦਾਂਗੇ, ਪਰ 6 ਮਹੀਨੇ ਬੀਤਦਿਆਂ ਹੋਇਆ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ। ਮੈਂ ਕਿ ਜਿਹੜੀਆਂ ਦਰਖਾਸਤਾਂ ਦਾ ਟਾਈਮ 15 ਦਿਨ ਤੋਂ ਅੰਦਰ ਅੰਦਰ ਇਹਨੇ ਜਵਾਬ ਲੈਣਾ ਹੁੰਦਾ। ਇਹਨਾਂ ਨੇ ਆਹ ਐਂਟਰੀ ਨਹੀਂ ਕੀਤੀ ਇਹਦੇ ਵਿੱਚ, ਠੀਕ ਹੈ ਜੀ। ਫਿਰ ਸਾਨੂੰ ਹਰਾਸਮੈਂਟ ਕਰਦੇ ਆ, ਕਚਹਿਰੀਆਂ ਜਾਓ, ਹਲਫੀਆ ਬਿਆਨ ਲਿਖਵਾ ਕੇ ਲਗਾਓ ਫੋਟੋ ਵਾਲਾ, ਠੀਕ ਹੈ ਜੀ। ਅੱਜ ਮਿਲੇ, ਹਫ਼ਤੇ ਨੂੰ ਮਿਲੇ। ਮੈਡਮ ਜੀ ਮੈਨੂੰ ਨਾ 4 ਚੱਕਰ ਹੋ ਗਏ, ਮੈਂ ਅੰਬਾਲੇ ਤੋਂ ਆਉਣਾ ਜੀ, ਬ੍ਰਦਰ ਮੇਰਾ ਇੱਥੇ ਰਹਿੰਦਾ, ਮੈਂ ਅੰਬਾਲੇ ਰਹਿਣਾ ਜੀ। ਮੈਂ ਅੰਬਾਲੇ ਆਉਣਾ ਜੀ, ਮੈਡਮ ਜੀ ਇੱਦਾਂ ਹੀ ਮੋੜ ਦਿੰਦੇ, ਇੱਥੇ ਨੋਟਿਸ ਬੋਰਡ ਦੇਖੋ ਇਹਨਾਂ ਦਾ ਕਿੱਦਾਂ ਟੈਂਪਰੇਰੀ ਨੋਟ ਕਰ ਲੈਂਦੇ ਨਾਲ ਹੀ ਪਾੜ ਦਿੰਦੇ ਆ। ਇਹਨਾਂ ਦੀ ਮੈਡਮ ਰਜਿਸਟਰੀ ਹੈਗੀ 50 ਗਜ ਦੀ, ਰਕਬਾ ਜਿਹੜਾ ਇਸ ਟਾਈਮ ਬੋਲ ਰਿਹਾ ਉਹ ਹੈਗਾ 25 ਗਜ। ਆਪਾਂ ਰਜਿਸਟਰੀ ਕਿਵੇਂ ਕਰਦੇ ਆ? ਆਪਾਂ ਫਰਦ ਦੇ ਆਧਾਰ ਤੇ ਕਰਦੇ ਆ ਨਾ, ਤੇ ਉਦੋਂ ਫਰਦ 50 ਗਜ ਦੀ ਕਿਵੇਂ ਹੋਈ? ਪਟਵਾਰੀ ਸਾਹਿਬ ਦੱਸ ਸਕਦੇ ਉਹਨਾਂ ਨੇ ਨਕਲ ਕਿੱਦਾਂ ਦੇਤੀ? ਰਕਬਾ ਮੈਡਮ ਉਹਨਾਂ ਬਣਦਾ ਨਹੀਂ ਹੈਗਾ। ਇਹ ਰਕਬਾ ਹੀ ਹੈ ਨਹੀਂ ਸੀ ਤੇ 50 ਗਜ ਦੀ ਆਪਾਂ ਰਜਿਸਟਰੀ ਕਰ ਰਹੇ ਆ, ਰਕਬਾ ਉੱਥੇ 25 ਗਜ ਦਾ, ਉਹ ਕਿੱਦਾਂ ਹੋਇਆ? 2017 ਦੀ ਆ, ਸਾਡੇ ਕੋਲ ਰਜਿਸਟਰੀ ਥੋੜੋ ਅੰਦਰੋਂ ਕਾਪੀ ਕਢਾ ਲੈਂਦੇ ਆ। ਕਢਾਓ। ਉਹ ਕਿੰਨੇ ਰਜਿਸਟਰੀ ਕਰਾਈ, ਇਹ ਵੀ ਕਢਾਓ। ਇਹ ਰਜਿਸਟਰੀਆਂ ਜਿਹੜੀਆਂ ਹੋਈਆਂ ਇਹਦੇ ਤੇ ਸਾਈਨ ਕੀਦੇ ਆ? ਪੁਰਾਣੀ ਰਜਿਸਟਰੀ ਤੇ ਸਾਈਨ ਕੀਤੇ? ਰਜਿਸਟਰੀਆਂ ਕੱਢੋ, ਕਿਹੜੇ ਤਹਿਸੀਲਦਾਰ ਦੀਆਂ ਰਜਿਸਟਰੀਆਂ ਹੋਈਆਂ? ਨਹੀਂ, ਡੈਸਕ ਦੀ ਪ੍ਰੋਬਲਮ ਇੱਥੇ ਤੁਸੀਂ ਕਈਆਂ ਨੂੰ ਕੀਤੀ ਪਈ ਹੈ ਜੀ। ਇੱਥੇ ਜਿਹੜੀ ਤੁਸੀਂ 300 ਗਜ ਜਗ੍ਹਾ ਵੇਚੀ ਹੈ, 50 ਗਜ ਦੇ ਮਕਾਨ ਵੇਚੇ ਆ, ਕਦੀ ਉਹ 25 ਗਜ ਦਾ ਹੋ ਜਾਂਦਾ, ਕਦੇ 50 ਗਜ ਦਾ ਹੋ ਜਾਂਦਾ, ਕਦੇ ਉਹਦੀਆਂ ਰਜਿਸਟਰੀਆਂ 3 ਹੋ ਜਾਂਦੀਆਂ। ਬਸੰਤ ਨਗਰ ਦੀਆਂ ਜੀ, ਦਿਲਬਾਗ ਸਿੰਘ ਦੇ ਨਾਂ ਤੇ, ਪਹਿਲਾਂ ਉਹਦੀ ਵਾਈਫ ਦੇ ਨਾਂ ਤੇ ਆ, ਸੁਨੀਤਾ ਦੇ ਨਾਂ ਤੇ ਆ, ਫਿਰ ਉਹ ਦਿਲਬਾਗ ਸਿੰਘ ਦੇ ਨਾਂ ਤੇ ਹੋ ਗਈ। ਕਦੇ ਜਗ੍ਹਾ 50 ਗਜ ਬਣ ਜਾਂਦੀ ਆ, ਕਦੇ 25 ਗਜ ਬਣ ਜਾਂਦੀ ਆ, ਕਦੇ ਉਹ ਰਜਿਸਟਰੀ ਸ਼ਾਮਲਾਟ ਨੂੰ ਹੋ ਜਾਂਦੀ ਆ। ਇਹ ਕਿੱਦਾਂ ਕਰਦੇ ਹੋ ਜੀ ਤੁਸੀਂ? ਦੇਖੋ, ਇਹ ਤਾਂ ਸਾਡੀ ਸਰਕਾਰ ਦੀ, ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਬੜੀ ਸਪਸ਼ਟ ਜ਼ੀਰੋ ਟੋਲਰੈਂਸ ਆ। ਜਿਹੜਾ ਬੰਦਾ ਇੱਥੇ ਜਿਹੜਾ ਵੀ ਝੋਲ ਮੋਲ ਕਰੂਗਾ ਉਹਨੂੰ ਅਸੀਂ ਬਖਸ਼ਾਂਗੇ ਤਾਂ ਨਹੀਂ। ਮੈਂ ਬੈਠੀ ਆ, ਉਹਨੂੰ ਤਾਂ ਨਹੀਂ ਬਖਸ਼ਾਂਗੇ। ਜਿਵੇਂ ਹੁਣ ਜਿਨ੍ਹਾਂ ਨੇ ਚਾਹੇ ਡੀਲਰਾਂ ਨੇ ਕੀਤੀ ਆ ਕਿਸੇ ਨਾਲ ਠੱਗੀ, ਚਾਹੇ ਪਟਵਾਰੀ ਸਾਹਿਬ ਨੇ ਕੀਤੀ ਆ, ਚਾਹੇ ਕਿਸੇ ਦੇ ਨੱਕ ਹੇਠ ਹੋਈ ਆ, ਲੇਕਿਨ ਉਹਦੀ ਬਣਦੀ ਕਾਰਵਾਈ ਤਾਂ ਹੋਏਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਤੁਹਾਡਾ ਨਾਲ ਸੁਸ਼ੀਲ ਮਚਾਨ। ਲੁਧਿਆਣਾ ਲਾਈਵ ਦੀ ਟੀਮ ਪਹੁੰਚੀ ਹੈ ਸ਼ਿਮਲਾਪੁਰੀ ਹਲਕੇ ਦੇ ਵਿੱਚ। ਇੱਕ ਕਹਾਵਤ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਕਹਿੰਦੇ ਨੇ ਜਦੋਂ ਤੱਕ ਬੇਈਮਾਨ ਲੋਕ ਜਿੰਦਾ ਨੇ ਤੇ ਠੱਗ ਭੁੱਖੇ ਨਹੀਂ ਮਰਨਗੇ। ਅਜਿਹਾ ਮਾਮਲਾ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ, ਜਿੱਥੇ ਗਰੀਬ ਪਰਿਵਾਰ, ਅਨਪੜ੍ਹ ਪਰਿਵਾਰਾਂ ਨਾਲ ਧੱਕਾ ਹੁੰਦਾ, ਧੋਖਾ ਧੜੀਆਂ ਹੁੰਦੀਆਂ ਨੇ, ਔਰ ਉੱਥੇ ਉਹ ਪ੍ਰਸ਼ਾਸਨ ਜੋ ਕਿ ਕਾਨੂੰਨ ਆਪਣੇ ਆਪ ਨੂੰ ਲੋਕਾਂ ਦੀ ਰੱਖਿਆ ਕਰਨ ਵਾਲੇ ਕਹਿੰਦੇ ਨੇ, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਗਰੀਬ ਲੋਕ ਜਦੋਂ ਠੱਗੇ ਜਾਂਦੇ ਨੇ ਤੇ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ। ਅੱਜ ਅਜਿਹਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪਹੁੰਚੇ ਹਾਂ ਸ਼ਿਮਲਾਪੁਰੀ ਸਥਿਤ ਇੱਕ ਪਰਿਵਾਰ ਕੋਲੇ ਜੋ ਪਿਛਲੇ 10 ਸਾਲਾਂ ਤੋਂ ਸਰਕਾਰਾਂ ਦੇ ਧੱਕੇ ਖਾ ਰਿਹਾ। ਆਮ ਆਦਮੀ ਪਾਰਟੀ ਦੇ ਉੱਤੇ ਵੀ ਬੜੇ ਵੱਡੇ ਬਲੇਮ ਲਗਾ ਰਿਹਾ, ਔਰ ਕੁਝ ਬੇਈਮਾਨ ਲੋਕਾਂ ਨੇ ਆਪਣੇ ਘਰ ਭਰਨ ਵਾਸਤੇ ਠੱਗਾਂ ਨੂੰ ਵਿੱਚ ਇਨਵੋਲਵ ਕਰਕੇ ਇਹਨਾਂ ਗਰੀਬ ਪਰਿਵਾਰਾਂ ਨੂੰ ਲੁੱਟ ਲਿਆ, ਧੋਖਾਧੜੀ ਕੀਤੀ। ਆਓ ਦਿਖਾਉਂਦੇ ਹਾਂ ਉਹ ਕਿੱਦਾਂ ਗਰੀਬ ਪਰਿਵਾਰ ਸਾਡੇ ਨਾਲ ਬੈਠਾ ਹੋਇਆ ਵਾ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਮੇਰਾ ਨਾਂ ਜੀ ਦਿਲਬਾਗ ਸਿੰਘ ਜੀ, ਸਾਨੂੰ ਬਖਸ਼ੀਸ਼ ਸਿੰਘ ਜੀ। ਮੈਂ ਬਸੰਤ ਨਗਰ ਦਾ ਰਹਿਣ ਵਾਲਾ ਜੀ, ਲੁਧਿਆਣੇ ਦਾ ਜੀ, 10 ਨੰਬਰ ਗਲੀ 'ਚੋਂ। ਪਹਿਲੀ ਗੱਲ ਤਾਂ ਧੰਨਵਾਦ ਜੀ ਇਹਨਾਂ ਦਾ ਕਰਦਾ ਕਿ ਮੈਂ ਬਹੁਤ ਬੰਦਿਆਂ ਅੱਗੇ ਆਪਣੀ ਮੈਸੇਜ ਪਾਏ, ਬਹੁਤ ਬੰਦਿਆਂ ਨੂੰ ਮੈਂ ਬੇਨਤੀ ਕੀਤੀ, ਪਰ ਮੇਰੀ ਕਿਸੇ ਨੇ ਕੋਈ ਬਾਤ ਨਹੀਂ ਲਈ। ਚਲੋ ਇਹਨਾਂ ਨੇ ਮੈਨੂੰ ਮੈਸੇਜ ਪਾਇਆ, ਕਮੈਂਟ ਪਾਇਆ, ਇਹਨਾਂ ਨੇ ਮੇਰਾ ਮੈਸੇਜ ਦੇਖ ਕੇ ਮੇਰੇ ਕੋਲ ਆਏ। ਇਹਨਾਂ ਦਾ ਮੈਂ ਸਭ ਨੂੰ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਜੀ। ਠੀਕ ਹੈ ਜੀ। ਦਿਲਬਾਗ ਸਿੰਘ ਜੀ, ਪੂਰਾ ਮਾਮਲਾ ਕੀ ਹੈਗਾ? ਅੱਜ ਦਰਸ਼ਕ ਸੁਣ ਰਹੇ ਨੇ, ਸੀਐਮ ਭਗਵੰਤ ਮਾਨ ਜੀ ਵੀ ਇਸ ਖਬਰ ਨੂੰ ਦੇਖ ਰਹੇ ਨੇ, ਔਰ ਐਮਐਲਏ ਸਹਿਬਾਨ ਵੀ ਇਸ ਖਬਰ ਨੂੰ ਦੇਖ ਰਹੇ ਨੇ। ਤੁਹਾਡੀ ਸਟੋਰੀ ਜਿਹੜੀ ਹੈਗੀ ਹੈ ਸੁਣ ਕੇ ਮੇਰਾ ਮਨ ਬੜਾ ਦੁਖੀ ਹੋਇਆ, ਔਰ ਮੈਂ ਰਹਿ ਨਹੀਂ ਪਾਇਆ ਤੇ ਮੈਂ ਅੱਜ ਸਵੇਰੇ ਹੀ ਤੁਹਾਡੇ ਕੋਲ ਆ ਗਿਆ। ਹਲੇ ਆਪਣੀ ਕੱਲ੍ਹ ਰਾਤੀ ਗੱਲ ਹੋਈ ਸੀਗੀ। ਹਾਂਜੀ, ਕੱਲ੍ਹ ਰਾਤੀ ਮੈਂ ਸਵੇਰੇ ਹੀ ਆ ਗਿਆ, ਕਿਉਂਕਿ ਇਹ ਜਿਹੜੇ ਬੇਈਮਾਨ ਲੋਕ ਨੇ, ਔਰ ਉਹ ਪਟਵਾਰਖਾਨੇ ਤੋਂ ਲੈ ਕੇ ਤਹਿਸੀਲਦਾਰ ਤੋਂ ਲੈ ਕੇ ਜਿਹੜੇ ਸਰਕਾਰੀ ਬਾਬੂ, ਇਹ ਠੱਗ ਜਿਹੜੇ ਬੈਠੇ ਨੇ, ਇਹਨਾਂ ਨੂੰ ਆਇਨਾ ਦਿਖਾਉਣਾ ਬਹੁਤ ਜ਼ਰੂਰੀ ਆ। ਜਿਹੜਾ ਤੁਹਾਡੇ ਨਾਲ ਧੋਖਾ ਧੜੀ ਡੀਲਰਾਂ ਤੋਂ ਲੈ ਕੇ ਇਹ ਸਾਰੇ ਲੋਕਾਂ ਨੇ ਕੀਤੀ ਹੈ,
ਅੱਜ ਤੁਹਾਡੀ ਦਾਸਤਾਂ ਇਹ ਸਾਂਝੀ ਕਰਨ ਜਾ ਰਹੇ ਹਾਂ। ਤੁਸੀਂ ਖੁੱਲ੍ਹ ਕੇ ਬੋਲਣਾ, ਕੋਈ ਡਰਨ ਦੀ ਲੋੜ ਨਹੀਂ ਹੋ। ਇਹ ਮੀਡੀਆ ਦਾ ਕੈਮਰਾ ਹੈ। ਸੋ ਦੱਸੋ ਕੀ ਮਾਮਲਾ ਹੈਗਾ? ਮਾਮਲਾ ਇਦਾਂ ਜੀ, ਪਹਿਲਾਂ ਮੈਂ ਜੀ ਇਹਨਾਂ ਕੋਲ ਬਿਆਨਾ ਲਿਆ ਸੀ। ਬਿਆਨੇ ਦੇ ਵਿੱਚ ਇਹ ਜਿਹੜੇ ਨੰਬਰ ਨੇ ਦਿੱਤੇ ਗਏ ਮੈਨੂੰ, ਤੇ ਇਹ ਨੰਬਰ ਮੈਨੂੰ ਉਹਨਾਂ ਨੇ ਦਿੱਤੇ ਇਹ ਰੀਜਨਲ ਇੱਥੋਂ ਜਗ੍ਹਾ ਦੇ ਕਰਕੇ। ਜਦੋਂ ਮੈਂ ਦੁਬਾਰਾ ਰਜਿਸਟਰੀ ਕਰਾਈ, ਰਜਿਸਟਰੀ ਕਰਾਉਣ ਤੋਂ ਉੱਤੋਂ ਮੈਨੂੰ ਉਹਨਾਂ ਨੇ ਆਹ ਨੰਬਰ ਦੇਤੇ ਸਟਾਰਟਿੰਗ ਤੋਂ। ਰਜਿਸਟਰੀ ਕੇ ਪਹਿਲੀ ਰਜਿਸਟਰੀ ਕਰਾਈ ਜਦੋਂ ਮੈਂ ਪਹਿਲੀ ਰਜਿਸਟਰੀ ਕਿਹਦੇ ਨਾਮ ਤੇ ਕਰਾਈ ਸੀ? ਮੈਂ ਆਪਣੇ ਘਰਦਿਆਂ ਦੇ ਨਾਂ ਤੋਂ। ਕੀ ਨਾਮ ਹੈ? ਸੁਨੀਤਾ ਕੋ। ਮੈਂ ਕੈਮਰਾ ਮੈਨੂੰ ਕਹਾਂਗਾ ਦਿਖਾਓ ਇੱਕ ਵਾਰੀ। ਸੁਨੀਤਾ ਦੇ ਨਾਮ ਦੇ ਉੱਤੇ ਦਿਲਬਾਗ ਸਿੰਘ ਪਤਨੀ ਹੈਗਾ ਵਾ। ਇਹ ਫਰਦ 50 ਗੱਜ ਦੀ ਡੀਲਰ ਨੇ ਕਢਾ ਕੇ ਦਿੱਤੀ ਸੀ? ਹਾਂ ਨਹੀਂ, ਇਹ ਮੈਂ ਆਪ ਕਰਵਾਈ ਸੀ ਜੀ। ਠੀਕ ਹੈ, ਠੀਕ ਹੈ ਜੀ। ਇਹ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਡਬਲ ਰਜਿਸਟਰੀ ਨੰਬਰ ਗਲਤ ਨੇ, ਮੈਂ ਪਟਵਾਰੀ ਕੋ ਪਤਾ ਨਹੀਂ ਕਿੰਨੀ ਜਗ੍ਹਾ ਦੇ ਉੱਤੇ ਤੇ ਕਈ ਜਗ੍ਹਾ ਦੇ ਉੱਤੇ ਧੱਕੇ ਧੋੜੇ ਖਾਦੇ। ਮੈਂ ਪੁਲਿਸ ਕਮਿਸ਼ਨ ਨੂੰ ਵੀ ਇਹ ਦਰਖਾਸਤ ਦਿੱਤੀ, ਪਰ ਮੇਰੀ ਕਿਤੇ ਵੀ ਕੋਈ ਕਾਰਵਾਈ ਨਹੀਂ ਸੁਣੀ। ਜਦੋਂ ਫਿਰ ਮੇਰੀ ਬਾਤ ਖਾਸ ਨੰਬਰ ਹੈਗਾ ਜੀ 14/7/2014। ਹਾਂਜੀ, ਤੇ 2012 ਚ ਤੁਸੀਂ ਮਕਾਨ ਲਿੱਤਾ ਜੀ? ਹਾਂਜੀ 12 ਚ ਲਿੱਤਾ ਸੀ। 10 ਸਾਲ ਹੋ ਗਏ। 10 ਸਾਲ ਹੋ ਗਏ ਜੀ ਇਹਨਾਂ ਦੇ ਮਗਰ ਧੱਕੇ ਖਾਂਦਿਆਂ ਜੀ। ਕਿਉਂਕਿ ਪਹਿਲਾਂ ਤੇ ਇਹਦੇ ਮਗਰ ਧੱਕੇ ਖਾਂਦਾ ਰਿਹਾ, ਫਿਰ ਆਪਣਾ ਇਹਨਾਂ ਦੇ ਮਗਰ ਡਿਪਟੀ ਕਮਿਸ਼ਨਰ ਦੇ ਮਗਰ ਧੱਕੇ ਖਾਦੇ, ਪਰ ਕੋਈ ਸੁਣਵਾਈ ਨਹੀਂ। ਫਿਰ ਉਹਨੇ ਮੇਰੀ ਵਿੱਚ ਸੁਣਵਾਈ ਹੋਈ ਕਹਿੰਦਾ ਜੀ ਮੈਂ ਤੁਹਾਡੇ ਨੇ ਰਜਿਸਟਰੀ ਸਹੀ ਕਰਾ ਦੇਣਾ ਵੀ ਮੇਰੇ ਨਾਲ ਤੂੰ ਫੈਸਲਾ ਕਰ ਲਓ। ਮੈਂ ਜੀ ਚਲੋ ਮੈਂ ਫੈਸਲਾ ਕਰ ਦੇਣਾ, ਕਿਉਂਕਿ ਇਹਨੇ ਜਿਹੜੀ ਜਗ੍ਹਾ ਆ ਇੱਥੋਂ ਇਹ ਨੰਬਰ ਸ਼ਾਮਲਾਟ ਨੂੰ ਰਜਿਸਟਰੀਆਂ ਕਰਤੀਆਂ ਨੇ। ਇੱਥੇ ਨੰਬਰ ਹੈ ਨਹੀਂ ਸੀ ਉਸ ਟਾਈਮ ਵੀ। ਸ਼ਾਮਲਾਟ ਨੂੰ ਰਜਿਸਟਰੀਆਂ ਕਰਤੀਆਂ? ਹਾਂਜੀ ਸ਼ਾਮਲਾਟ ਨੂੰ ਕਰਤੀਆਂ ਰਜਿਸਟਰੀਆਂ। ਪਟਵਾਰੀ ਦੱਸਣਗੇ ਕਿਉਂਕਿ ਇੱਥੇ ਨੰਬਰ ਹੈ ਨਹੀਂ ਗੇ, ਕਿਉਂ ਗਲੀ ਦਾ ਨੰਬਰ ਤੇ ਗਲੀ 'ਚ ਬੋਲਣਾ ਚਾਹੀਦਾ। ਇਹ ਗਲੀ ਦਾ ਨੰਬਰ ਵੀ ਨਹੀਂ ਜੀ ਇੱਥੇ ਬੋਲਦਾ। ਚਲੋ ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਫਿਰ ਤੁਹਾਡਾ ਫੈਸਲਾ ਹੋ ਗਿਆ, ਉਹ ਮੰਨ ਗਿਆ ਵੀ ਠੀਕ ਹੈ ਗਲਤੀ ਹੋਈ ਹੈ, ਦੁਬਾਰਾ ਤੁਹਾਡੀ ਰਜਿਸਟਰੀ ਕਰਵਾ ਦਿੰਦਾ ਜਾਂ ਕੀ ਹੈਗਾ ਵਾ? ਦੁਬਾਰਾ ਕਹਿੰਦਾ ਮੈਂ ਰਜਿਸਟਰੀ ਤੁਹਾਨੂੰ ਸਹੀ ਕਰਾ ਦੇਣਾ। ਮੈਂ ਕਿਹਾ ਜੀ ਨੰਬਰ ਹੀ ਹੈ ਨਹੀਂ, ਤੂੰ ਰਜਿਸਟਰੀ ਕਿੱਦਾਂ ਮੈਨੂੰ ਸਹੀ ਕਰਾ ਕੇ ਦੇਵੇਂਗਾ? ਇਹਨੇ ਮੇਰੇ ਕੋਲ 8 ਦਿਨ ਦਾ ਟਾਈਮ ਮੰਗਿਆ। ਮੈਂ ਇਹਨੂੰ ਕਹਿਤਾ ਕਿ ਤੂੰ ਮੇਰੇ ਕੋਲ 10 ਦਿਨ ਦਾ ਟਾਈਮ ਲੈ ਲਾ, ਕਿਉਂਕਿ ਮੈਂ ਤੇ ਮੇਰੀ ਕੰਮ ਸਹੀ ਕਰਾ ਦੇ। ਮੇਰੇ ਕੋਲ 10 ਦਿਨ ਦਾ ਟਾਈਮ ਲੈ ਕੇ ਇਹਨੇ ਮੈਨੂੰ ਦੁਬਾਰਾ ਰਜਿਸਟਰੀ ਸਾਰਾ ਫਰਦ ਕਹਿੰਦਾ ਮੈਂ ਕਢਵਾ ਕੇ ਦੇ ਦਿੱਤੀ। ਜਦੋਂ ਦੁਬਾਰਾ ਮੈਂ ਫਰਦ ਲੈਣ ਗਿਆ ਕਿ ਉੱਥੇ ਮੇਰੇ ਨਾਂ ਤੇ ਜਗ੍ਹਾ ਹੀ ਹੈ ਨਹੀਂ ਗੀ। ਜਿਹੜੀ ਦੁਬਾਰਾ ਰਜਿਸਟਰੀ ਕਰਾਈ ਸੀ ਉਹ ਕਿੱਥੇ ਹੈ? ਉਹਨੇ ਰਜਿਸਟਰੀ ਲੈ ਲਈ ਸੀ ਪਹਿਲੀ ਤੇ ਹੋਣ ਵਾਲੀ ਦੁਬਾਰਾ? ਹੁਣ ਵਾਲੀ ਮੇਰੇ ਕੋਲ ਆ ਜੀ ਰਜਿਸਟਰੀ। ਪਹਿਲੇ ਵਾਲੀ ਰਜਿਸਟਰੀ ਤੁਹਾਡੀ ਵਾਈਫ ਦੇ ਨਾਮ ਤੇ ਕਰਾਈ ਸੀਗੀ, ਤੇ ਹੁਣ ਵਾਲੀ ਮੇਰੇ ਨਾਂ ਤੇ ਆਈ। ਯਾਨੀ ਇੱਕ ਜਗ੍ਹਾ ਦੇ ਉੱਤੇ ਬੈਠੇ ਹੋਏ ਗਲਤ ਨੰਬਰ ਲਗਾ ਕੇ ਪਹਿਲੇ ਵਾਈਫ ਦੇ ਨਾਮ ਤੇ ਰਜਿਸਟਰੀ ਕਰਾਈ ਜਾਂਦੀ ਹੈ, ਤੁਹਾਡੇ ਵੱਲੋਂ ਆਵਾਜ਼ ਚੱਕੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਦੁਬਾਰਾ ਤੁਹਾਡੇ ਨਾਮ ਤੇ ਉਸੇ ਜਗ੍ਹਾ ਦੇ ਉੱਤੇ ਦੁਬਾਰਾ ਰਜਿਸਟਰੀ ਕਰਾਈ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਮੇਰੇ ਨਾਂ ਦੇ ਉੱਤੇ ਆ ਵੇਖੋ ਤੁਹਾਡੇ ਸਾਹਮਣੇ ਹੀ ਆ, ਮੇਰੀ ਉੱਥੇ ਜਗ੍ਹਾ ਪਟਵਾਰੀ ਨੇ ਨਹੀਂ ਦਿੱਤਾ ਕੁਝ ਵੀ। ਇਹ ਪਟਵਾਰੀ ਨਾਲ ਮਿਲ ਕੇ ਹੀ ਸਾਰੇ ਕੰਮ ਹੁੰਦੇ ਨੇ। ਇਹਦੇ 'ਚ ਪਟਵਾਰੀ ਮਿਲਦਾ, ਨਾਲ ਤਹਿਸੀਲਦਾਰ ਮਿਲਿਆ ਜਾਂਦਾ ਆ, ਤਾਂ ਹੀ ਕੰਮ ਹੁੰਦੇ ਆ। ਤੁਹਾਡਾ ਕੋਈ ਬਿਆਨਾ ਵੀ ਕਰਾਇਆ ਹੋਊਗਾ? ਬਿਆਨਾ ਕਰਾਇਆ ਜੀ, ਆ ਦੇਖੋ ਬਿਆਨੇ ਦੇ ਵਿੱਚ ਉਹਨੇ ਆਹ ਨੰਬਰ ਦਿੱਤੇ ਸੀ ਮੈਨੂੰ। ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਕੋਈ ਤਸਵੀਰਾਂ। ਇਹ ਜੋ ਬਿਆਨਾ ਕਰਵਾਇਆ ਹੈ, ਬਿਆਨੇ ਦੇ ਵਿੱਚ ਜਿਹੜੇ ਇਹਨਾਂ ਨੇ ਨੰਬਰ ਪਾਏ ਹੋਏ ਨੇ, ਵਸੀਕਾ ਨੰਬਰ ਵਗੈਰਾ, ਖਸਰਾ ਨੰਬਰ ਵਗੈਰਾ, ਉਹ ਕੁਝ ਅਲੱਗ ਨੇ। ਜਿਹੜੀਆਂ ਰਜਿਸਟਰੀਆਂ ਕਰਾਈਆਂ ਉਹ ਅਲੱਗ ਨੇ, ਔਰ ਜਿਹੜੀਆਂ ਫਰਦਾਂ ਨੇ ਉਹ ਕੁਝ ਹੋਰ ਬੋਲਦੀਆਂ ਨੇ। ਜਦੋਂ ਫਿਰ ਤੁਸੀਂ ਹੁਣ ਦੁਬਾਰਾ ਫਰਦ ਕਢਾਣਗੇ, ਫਿਰ ਦੁਬਾਰਾ ਫਰਦ ਕਢਾਉਣ ਗਿਆ ਤੇ ਪਟਵਾਰੀ ਨੇ ਮੈਨੂੰ ਫਰਦ ਦੇਣ ਤੋਂ ਇਨਕਾਰ ਕਰਤਾ। ਉਹ ਕਿਉਂ? ਕਹਿੰਦਾ ਕਿ ਤੇਰੇ ਨਾਂ ਤੇ ਜੋ ਜਗ੍ਹਾ ਹੈ ਨਹੀਂ, ਕਿ ਬਿਲਕੁਲ ਤੇਰੇ ਨਾਂ ਕੁਛ ਨਹੀਂ। ਮੈਂ ਕਿਹਾ ਜੀ ਫਿਰ ਮੈਂ 15 ਸਾਲ ਰਿਕਾਰਡ ਕਢਾਉਣ ਵਾਸਤੇ ਜਿਹੜਾ ਪਟਵਾਰੀ ਦੇ ਰੱਖੇ ਹੁੰਦੇ ਬੰਦੇ, ਉਹਨਾਂ ਨੇ ਮੇਰੇ ਕੋਲ 1500 ਰੁਪਏ ਦੀ ਡਿਮਾਂਡ ਰੱਖੀ ਗਈ, ਜਿਹਦੇ ਵਿੱਚ ਮੈਂ 1500 ਰੁਪਈਆ ਦੇ ਕੇ ਆਪਣੀ ਫਰਦ, ਇਹਦੇ ਵਿੱਚ ਵੀ ਮੈਨੂੰ ਨੇ 6ਵੇਂ ਹੱਥੀ ਜਗ੍ਹਾ ਤੇ 1500 ਰੁਪਈਆ ਫਰਦ ਕੱਢਣ ਦਾ? ਹਾਂਜੀ। ਕਿਹੜਾ ਬੰਦਾ ਜੀ ਉਹ? ਉਥੇ ਪਟਵਾਰੀ ਦਾ ਹੀ ਹੈ ਜੀ, ਬੰਦੇ ਅੰਦਰ ਰੱਖੇ। ਪ੍ਰਾਈਵੇਟ ਬੰਦੇ ਨੇ? ਪ੍ਰਾਈਵੇਟ ਬੰਦੇ ਰੱਖੇ ਨੇ ਜੀ ਅੰਦਰ। ਤੇ ਇਹ ਕਿਹੜਾ ਪਟਵਾਰਖਾਨਾ ਵਾ? ਇਹ ਜੀ ਆਪਣਾ ਲਾਰੇ ਦਾ ਪੈਂਦਾ ਜੀ। ਤੁਸੀਂ ਉਹਨਾਂ ਦੇ ਸਾਹਮਣੇ ਬੋਲੋਗੇ? ਹਾਂਜੀ ਬੋਲਾਂਗੇ ਜੀ। ਦਿਖਾਓ ਫਿਰ ਇਹਦੇ 'ਚ ਕੀ ਨਿਕਲਿਆ। ਇਹਦੇ ਵਿੱਚ ਨਿਕਲਿਆ ਜੀ ਸਿਰਫ ਮੇਰੇ ਨਾਂ ਤੇ ਜਗ੍ਹਾ ਨਹੀਂ ਲਿਖ ਕੇ ਦਿੱਤੀ, ਕੱਲੀ ਫਰਦੋਂ ਨੇ ਦੱਸਤਾ, ਨਾਂ ਪਾਤਾ, ਜਗ੍ਹਾ ਨਹੀਂ ਲਿਖੀ। 6ਵੇਂ ਹਿੱਸੇ ਦੀ ਜਗ੍ਹਾ ਤੇ ਇੱਥੇ ਮੇਰਾ ਉਹਨੇ ਤੀਜਾ ਹਿੱਸਾ ਕਰਤਾ। 6ਵੇਂ ਦੀ ਜਗ੍ਹਾ ਤੇ ਤੀਜਾ ਕਰਤਾ? ਹਾਂਜੀ, ਉਹ ਵੀ 1500 ਰੁਪਈਆ ਲੈ ਕੇ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਕੰਮ ਕੀ ਕਰਦੇ ਹੋ? ਮੈਂ ਜੀ ਦਿਹਾੜੀ ਦੱਪਾ ਕਰਦਾ ਜੀ, ਮਿਹਨਤ ਮਜ਼ਦੂਰੀ ਕਰਦਾ। ਦਿਹਾੜੀ ਡੱਪਾ ਮਤਲਬ ਕੀ ਕਰਦੇ ਹੋ ਦਿਹਾੜੀ ਦੱਪੇ 'ਚ? ਅਸੀਂ ਰਾਜ ਮਿਸਤਰੀਆਂ ਨਾਲ ਦਿਹਾੜੀ ਲਾਈ ਦੀ ਹੈ ਜੀ। ਆਪਣਾ ਗਾ ਠੇਕੇ। ਕਿੰਨੀ ਦਿਹਾੜੀ ਲੈਂਦੇ ਹੋ? 500 ਰੁਪਈਆ ਦਿਹਾੜੀ ਹੈ ਜੀ, ਉਹ ਵੀ ਪੂਰੀ ਲੱਗਦੀ ਨਹੀਂ ਪਈ ਜੀ ਇਸ ਟਾਈਮ। ਮਹੀਨੇ 'ਚ ਕਿੰਨੇ ਕੁ ਦਿਨ ਜਾਂਦੇ ਹੋ? ਮਹੀਨੇ 'ਚ 20 ਦਿਨ ਚਲੇ ਜਾਂਦੇ ਆ ਜੀ। ਤੇ ਘਰ ਦਾ ਗੁਜ਼ਾਰਾ ਕਰਨ ਵਾਲਾ ਕੋਈ ਹੋਰ ਵੀ ਹੈਗਾ ਨਾਲ? ਨਹੀਂ ਜੀ, ਕੋਈ ਨਹੀਂ ਹੈਗਾ ਜੀ, ਇਕੱਲੇ ਹੀ ਹੋ? ਇਕੱਲੇ ਹੀ ਆ ਜੀ। ਆ ਭਰਾ ਆ ਜੀ, ਆ ਦੇਖ ਲਓ, ਅੱਖਾਂ ਤੋਂ ਮਨੱਖਾ ਆ। ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਇੱਕ ਵਾਰੀ ਤਸਵੀਰਾਂ। ਇਹ ਇਹਨਾਂ ਦੇ ਭਾਈ ਨੇ, ਛੋਟੇ ਨੇ ਵੱਡੇ ਨੇ? ਛੋਟੇ ਨੇ, ਛੋਟੇ ਬ੍ਰਦਰ ਨੇ। ਛੋਟਾ। ਤੁਹਾਡੀਆਂ
ਅੱਖਾਂ ਸ਼ੁਰੂ ਤੋਂ ਨਹੀਂ ਹੈਗੀਆਂ ਹਾਂਜੀ ਹਾਂਜੀ ਸ਼ੁਰੂ ਤੋਂ ਨਹੀਂ ਹੈਗੀਆਂ। ਤੇ ਜਿਹੜੀ ਤੁਹਾਡੀ ਇਹ ਦੇ ਸਕਦੇ ਤੁਸੀਂ। ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਇੱਕ ਵਾਰੀ ਤਸਵੀਰਾਂ। ਅੱਖਾਂ ਬਿਲਕੁਲ ਨਹੀਂ ਹੈਗੀਆਂ ਸ਼ੁਰੂ ਤੋਂ ਹੀ। ਆ ਲੱਤ ਵੀ ਹੈ ਨਹੀਂ। ਆ ਲੱਤ ਬਚਪਨ ਤੋਂ ਹੀ ਇਦਾਂ ਵਾ? ਬਾਅਦ ਵਿੱਚੋਂ ਡਾਕਟਰ ਨੇ ਟੀਕਾ ਲਾਇਆ ਸੀ ਉਹਦੇ ਨਾਲ ਜਿਆਦਾ ਬੁਖਾਰ ਚ ਟੀਕਾ। ਡਾਕਟਰ ਨੇ ਕੋਈ ਗਲਤ ਟੀਕਾ ਲਗਾਇਆ ਉਹਦੇ ਕਰਕੇ ਹੋਇਆ? ਹਾਂਜੀ। ਅੱਛਾ ਤੁਸੀਂ ਹੁਣ ਮੈਨੂੰ ਦੱਸੋ ਇਹ ਕਦੋਂ ਹੋਇਆ? ਅੱਖਾਂ ਤੇ ਮੇਰੀਆਂ ਜਮਾਂਦਰੂ ਹੀ ਹੈ ਨਹੀਂ ਗੀਆਂ ਤੇ ਡਾਕਟਰ ਨੇ ਟੀਕਾ ਲਾਇਆ ਨੂੰ। ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ। ਤੁਹਾਨੂੰ ਪਤਾ ਜਿਹੜੀ ਤੁਹਾਡੇ ਨਾਲ ਧੋਖਾਧੜੀ ਕੀਤੀ ਗਈ ਇਸ ਮਕਾਨ ਦੀ, ਤੁਹਾਨੂੰ ਪਤਾ ਵਾ? ਹਾਂਜੀ ਹਾਂਜੀ। ਕੀ ਹੈਗਾ ਥੋੜਾ ਦੱਸੋਗੇ ਮਾਮਲਾ? ਤੁਹਾਨੂੰ ਇਹ ਸਾਰੀ ਦੁਨੀਆ ਸੁਣਦੀ ਪਈ ਆ, ਦੁਨੀਆ ਦੇ ਸਾਹਮਣੇ ਤੁਸੀਂ ਇਹ ਚੀਜ਼ ਬੋਲਣੀ ਹੈ। ਜਿਹੜੇ ਤੁਹਾਡੇ ਨਾਲ ਧੋਖਾਧੜੀ ਕੀਤੀ ਕਿਹਨੇ ਕੀਤੀ, ਉਹ ਸਰਕਾਰ ਤੋਂ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਅਸੀਂ ਇਹੋ ਹੀ ਕਵਾਂਗੇ ਵੀ ਜਿਹੜਾ ਸਾਡੇ ਨਾਲ ਧੋਖਾਧੜੀ ਹੋ ਗਿਆ ਵੀ ਸੈੱਟ ਹੋ ਜਾਏ। ਤੇ ਮੇਰਾ ਭਰਾ ਸੀਐਮ ਕੋ ਵੀ ਜਾਇਆ, ਕੋਈ ਸੁਣਵਾਈ ਨਹੀਂ ਹੋਈ। ਰਾਤ ਨੂੰ ਨਾ ਸੌਂਦੇ ਨੇ, 2-2 ਵਜੇ ਤੱਕ ਸੌਂਦੇ ਨਹੀਂ, 3-3 ਵਜੇ ਸੀ ਤਾਂ। ਤੇ 7 ਜੀਆਂ ਸੀ, 3 ਮੇਰੀਆਂ ਭਤੀਜੀਆਂ ਨੇ, ਇੱਕ ਭਤੀਜਾ, ਇੱਕ ਮੈਂ ਆ। ਸਾਰਾ ਅਸੀਂ ਇਹਦੇ ਸਿਰ ਤੇ ਪਰਿਵਾਰ ਆ ਤੇ ਮੈਨੂੰ ਵੀ ਰੋਟੀ ਪਾਣੀ ਇਹੋ ਹੀ ਦਿੰਦੇ ਨੇ। ਜੇ ਕੱਲ ਨੂੰ ਅਭੀ ਨਵੀ ਹੋ ਜੇ ਤੇ ਇਹਦੀ ਜ਼ਿੰਮੇਵਾਰੀ ਕੌਣ ਚੁੱਕ ਸਕਦਾ? ਜਾਂ ਸਰਕਾਰ ਚੁੱਕ ਸਕਦੀ ਹੈ ਜਿਹੜੀ ਸਾਡੀ ਸੁਣਦੀ ਨਹੀਂ। ਇੰਨੇ ਚਿਰ ਤੋਂ ਖੱਜਲ ਹੋ ਰਹੇ ਆ। 6 ਮਹੀਨੇ ਹੋ ਗਏ ਨੇ ਸਾਨੂੰ ਸੀਐਮ ਦੇ ਮਗਰ ਫਿਰਦੇ ਆ। ਕੋਈ ਸੀਐਮ ਨੇ ਸਾਡੀ ਸੁਣਵਾਈ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ, ਕੋਈ ਸਾਡਾ ਕੁਛ ਨਹੀਂ ਬਣਿਆ ਹਾਲੇ ਸੇ। ਕਿੰਨੇ ਧੋਖਾਧੜੀ ਕੀਤੀ, ਉਹਦਾ ਨਾਂ ਕੀ ਹੈ? ਕਸ਼ਮੀਰਾ ਸਿੰਘ। ਜਿੰਦੇ ਤੁਸੀਂ ਮਕਾਨ ਲਿੱਤਾ ਸੀਗਾ, ਇਹ ਪਲਾਟ ਲਿੱਤਾ ਜਿੰਦੇ ਕੋਲੋਂ? ਹਾਂਜੀ ਹਾਂਜੀ। ਕੀ ਕਹਿੰਦਾ ਉਹ? ਪਹਿਲਾਂ ਕਹਿੰਦਾ ਮੈਂ ਰਜਿਸਟਰੀ ਸਹੀ ਕਰਵਾ ਦੇਣਾ। ਜੇ ਰਜਿਸਟਰੀ ਸਹੀ ਕਰਵਾ ਕੇ ਦਿੱਤੀ ਆ ਤੇ ਉਹ ਵੀ ਗਲਤ ਹੈ ਰਜਿਸਟਰੀ। ਸੋ ਤੁਸੀਂ ਦੇਖ ਸਕਦੇ ਹੋ ਜਿੱਥੇ ਤਾਂ ਇਹ ਗਰੀਬ ਲੋਕ ਦਿਹਾੜੀ ਡੱਪਾ ਕਰਦੇ ਨੇ, ਉੱਥੇ ਹੀ ਇਹੋ ਜਿਹੇ ਕਸ਼ਮੀਰਾ ਸਿੰਘ ਵਰਗੇ ਔਰ ਪਟਵਾਰੀ ਲੋਕ, ਜਿਹੜੇ ਪਟਵਾਰੀਆਂ ਦੇ ਗੁੰਡੇ ਅਨਸਰ, ਜਿਹੜੇ ਪ੍ਰਾਈਵੇਟ ਮੁੰਡੇ ਰੱਖੇ ਨੇ, ਇਹ ਪਟਵਾਰ ਖਾਨਿਆਂ ਦੇ ਵਿੱਚ ਇਹ ਲੋਕਾਂ ਨਾਲ ਧੋਖਾਧੜੀ ਕਰਕੇ ਇਹ ਰਜਿਸਟਰੀਆਂ ਦੀਆਂ ਹੇਰਾ ਫੇਰੀਆਂ ਕਰਦੇ ਨੇ, ਖਸਰਾ ਨੰਬਰ ਦੀਆਂ ਹੇਰਾ ਫੇਰੀਆਂ ਕਰਦੇ ਨੇ, ਸ਼ਾਮਲਾਰ ਦੀ ਜ਼ਮੀਨਾਂ ਤੱਕ ਵੇਚ ਦਿੰਦੇ ਨੇ, ਲੋ ਲੰਗਰ ਦੀਆਂ ਜ਼ਮੀਨਾਂ ਤੱਕ ਵੇਚ ਦਿੰਦੇ ਨੇ। ਇਹ ਐਡੇ ਲੈਵਲ, ਵੱਡੇ ਲੈਵਲ ਤੇ ਜਿਹੜੀ ਕਰਪਸ਼ਨ ਚੱਲ ਰਹੀ ਹੈ, ਜਿੱਥੇ ਦਾ ਸੀਐਮ ਸਾਹਿਬ ਕਹਿੰਦੇ ਨੇ ਕਰਪਸ਼ਨ ਖਤਮ ਕਰ ਦਿੱਤੀ ਗਈ ਹੈ, ਉੱਥੇ ਹੀ ਇਸ ਗਰੀਬ ਪਰਿਵਾਰ ਦਾ ਕਹਿਣਾ ਵਾ ਪਿਛਲੇ 6 ਮਹੀਨਿਆਂ ਤੋਂ ਅਸੀਂ ਸੀਐਮ ਸਾਹਿਬ ਦੇ ਧੱਕੇ ਖਾ ਰਹੇ ਹਾਂ, ਜਾ ਰਹੇ ਹਾਂ। ਸੋ ਭੈਣ ਜੀ ਕਦੋਂ ਤੋਂ ਤੁਸੀਂ ਸੀਐਮ ਸਾਹਿਬ ਕੋਲ ਜਾ ਰਹੇ ਹੋ? ਸਾਨੂੰ 5ਵੇਂ ਮਹੀਨੇ ਦੇ ਜਾਂਦੇ ਆ ਜੀ। ਕੀ ਕਹਿੰਦੇ ਨੇ ਉੱਥੇ? ਦੱਸਦੇ ਨਹੀਂ ਹੈਗੇ, ਕੁਝ ਵੀ ਮਨਾਉਂਦੇ ਨਹੀਂ ਹੈਗੇ ਇਹਨਾਂ ਨੂੰ। ਗੇੜਾ ਕੱਢ ਕੇ ਆ ਜਾਂਦੇ ਆ। ਤੇ ਜਦੋਂ ਪਟਵਾਰੀ ਕੋਲ ਵੀ ਜਾਂਦੇ ਆ, 3-3 ਵਾਰੀ ਦਿਹਾੜੀ 'ਚ ਜਾਂਦੇ ਆ। ਪਰੇਸ਼ਾਨ ਇੰਨੇ ਹੋਏ ਹੁੰਦੇ ਆ, ਰੋਟੀ ਵੀ ਨਹੀਂ ਖਾਂਦੇ। ਆ ਕੇ ਰੋਟੀ ਵੀ ਧੱਕੇ ਨਾਲ ਖਵਾਈ ਦੀ ਆ ਵੀ ਰੋਟੀ ਖਾ ਲਓ। ਵੀ ਜੇ ਇਹਨਾਂ ਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਆ? ਮੇਰੀਆਂ 3 ਬੇਟੀਆਂ ਆ। ਸਾਡੀ ਇਹੀ ਆ ਵੀ ਸਾਡੀ ਸਰਕਾਰ ਸੁਣੇ। ਇਹ ਸੁਣਦੀ ਨਹੀਂ ਪਈ। ਅਸੀਂ ਵਾਰ-ਵਾਰ ਇਹੀ ਕਹਿੰਦੇ ਆ। ਮਾਨ ਦੇ ਨਾਲ ਵੀ ਅਸੀਂ ਬੇਨਤੀ ਇਹੀ ਕੀਤੀ ਹੈ ਵੀ ਉਹਦੇ ਮਗਰ ਵੀ ਖਾਧੇ ਅਸੀਂ, ਪਰ ਨਹੀਂ, ਸਾਡੀ ਸੁਣਾਈ ਨਹੀਂ ਹੋਈ। ਸੀਐਮ ਮਾਨ? ਹਾਂਜੀ, ਸੀਐਮ ਮਾਨ। ਤੇ ਉਹਨਾਂ ਦੇ ਨਾਲ ਉਹ ਵੀ ਨਹੀਂ ਸੁਣਾਈ ਸਾਡੀ ਹੋਈ। ਵੀ ਮੇਰੀਆਂ 3 ਬੇਟੀਆਂ ਆ, ਵੀ ਅਸੀਂ ਕੀ ਕਰਾਂਗੇ ਜੇ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ? ਕੀ ਹੈਗਾ ਜੀ? ਇਹ ਕੁਰਸੀ ਨੰਬਰ ਦਿੱਤਾ ਸੀ ਜੀ ਜੋ ਮੈਂ ਅੰਦਰ ਮਿਲਣ ਗਿਆ ਸੀਐਮ ਸਾਹਿਬ ਨੂੰ। ਅੱਛਾ ਜੀ। ਤੇ ਕਹਿੰਦੇ ਤੁਹਾਡਾ ਮਸਲਾ ਹੱਲ ਕਰਵਾ ਦਾਂਗੇ, ਪਰ 6 ਮਹੀਨੇ ਬੀਤਦਿਆਂ ਹੋਇਆਂ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ। ਮੈਂ ਕਿ ਜਿਹੜੀਆਂ ਦਰਖਾਸਤਾਂ ਦਾ ਟਾਈਮ 15 ਦਿਨ ਤੇ ਅੰਦਰ ਅੰਦਰ ਇਹਨੇ ਜਵਾਬ ਲੈਣਾ ਹੁੰਦਾ। ਕੀ ਗੱਲ ਇਹਨੂੰ ਸੁੱਤਾ ਪਿਆ ਆ ਇਹ ਸੀਐਮ ਸਾਹਿਬ ਸਾਡਾ? ਕਿਉਂਕਿ 6 ਮਹੀਨੇ ਹੋ ਚੱਕਲੇ ਦਰਖਾਸਤ ਨੂੰ। ਕੀ ਗੱਲ ਇਹ ਸੀਐਮ ਸਾਹਿਬ ਸੁੱਤਾ? ਇਹਨੇ ਜਵਾਬ ਕਿਉਂ ਨਹੀਂ ਮੰਗਿਆ? ਜਿਹੜੇ ਮੁਲਾਜ਼ਮ ਨੇ ਇਹਨੇ ਦਰਖਾਸਤ ਭੇਜੀ ਆ, ਇਹਦਾ ਜਵਾਬ ਮੰਗਣਾ ਇਹਦਾ ਕੰਮ ਸੀ। ਵੀ ਇਹਦਾ ਜਵਾਬ ਮੈਨੂੰ ਦਿਓ ਵੀ ਤੁਸੀਂ ਮੇਰੇ ਫੈਸਲਾ ਕੀ ਨਿਬੇੜ ਕੇ ਭੇਜਿਆ। ਸੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕਾਗਜ਼ ਪੱਤਰ ਪਏ ਨੇ, ਆ ਜਿਹੜੀਆਂ ਰਜਿਸਟਰੀਆਂ ਪਈਆਂ ਨੇ, ਸਰਕਾਰ ਦੇ ਕਾਰਜਕਾਲ ਦੇ ਉੱਤੇ ਸਵਾਲ ਪੈਦਾ ਕਰਦੀਆਂ ਪਈਆਂ ਨੇ। ਜੋ ਕਾਂਗਰਸ ਸਰਕਾਰ, ਅਕਾਲੀ ਸਰਕਾਰ ਦੇ ਵੇਲੇ ਇਹਨਾਂ ਨਾਲ ਧੋਖਾਧੜੀਆਂ ਹੋਈਆਂ ਨੇ। ਇਹ 2 ਨੰਬਰ ਦੇ ਬਿਆਨੇ, 50-50 ਰੁਪਏ ਦੇ ਸਟਾਂਪ ਪੇਪਰਾਂ ਦੇ ਉੱਤੇ 2 ਨੰਬਰ ਦੇ ਬਿਆਨੇ ਇਹਨਾਂ ਦੀ ਕਾਰਜਕਾਲੀ ਦੀ ਪੋਲ ਖੋਲਦੇ ਪਏ ਨੇ। ਆਹ ਐਪਲੀਕੇਸ਼ਨਾਂ ਜੋ 2014 ਤੋਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ, ਇਹ ਸਰਕਾਰੀ ਕਾਰਜਕਾਲ ਦੀਆਂ ਪੋਲ ਖੋਲਦੇ ਪਏ ਨੇ। ਅੱਜ ਜੋ ਫਰਦਾਂ ਤੁਹਾਡੇ ਸਾਹਮਣੇ
ਪੇਸ਼ ਕੀਤੀਆਂ ਜਾ ਰਹੀਆਂ ਨੇ, ਜੋ ਪਟਵਾਰੀ ਨੇ ਬਣਾਈਆਂ ਹੋਈਆਂ ਨੇ। ਆਹ ਜਿਹੜੀਆਂ ਫਰਦਾਂ ਨੇ, ਪਹਿਲੀ ਵਾਲੀ ਰਜਿਸਟਰੀ ਹੁੰਦੀ ਹੈ ਉਹਨੂੰ ਇੱਕ ਹੀ ਪਲਾਟ ਤੋਂ ਦੂਜੇ ਪਲਾਟ ਦੀ ਰਜਿਸਟਰੀ ਫਿਰ ਉਸੇ ਨਾਮ ਤੋਂ, ਉਹਦੀ ਵਾਈਫ ਤੋਂ ਨਾਮ ਤੋਂ, ਉਹਦੇ ਘਰ ਵਾਲੇ ਨਾਮ ਤੇ ਕਰਾ ਦਿੱਤੀ ਜਾਂਦੀ ਹੈ। ਨੰਬਰ ਸਾਰਿਆਂ ਦੇ ਅਲੱਗ-ਅਲੱਗ ਬੋਲਦੇ ਪਏ ਨੇ, ਕਿਸੇ ਵੀ ਇੱਕ ਪਲਾਟ ਦਾ ਨੰਬਰ ਸੇਮ ਨਹੀਂ ਬੋਲਦਾ ਪਿਆ। ਮੰਨਿਆ ਇੱਕ ਵਾਰੀ ਗਲਤੀ ਹੋ ਗਈ ਹੋਊਗੀ, ਫਿਰ ਦੂਜੀ ਵਾਰੀ ਫਿਰ ਗਲਤੀ ਉਹੀ ਹੁੰਦੀ ਹੈ। ਇਹ ਗਲਤੀਆਂ ਤੋਂ ਗਲਤੀਆਂ ਆਪਣੀਆਂ ਛੁਪਾਉਣ ਵਾਸਤੇ ਕਿਤੇ ਨਾ ਕਿਤੇ ਆਪਣੀ ਹੋਰ ਗਲਤੀਆਂ ਕਰਦੇ ਜਾ ਰਹੇ ਨੇ। ਆ ਜੋ ਪੇਪਰ ਤੁਹਾਡੇ ਨਾਲ ਦਿਖਾ ਰਹੇ ਹਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ, ਇਹਨਾਂ ਨੇ ਇੱਕ ਐਪਲੀਕੇਸ਼ਨ ਮਾਰਕ ਕਰਵਾਈ ਸੀਗੀ, ਸੁਪਰੀਡੈਂਟ ਗ੍ਰੇਡ 1 ਨੇ ਕੀਤੀ ਸੀਗੀ, ਵੀ ਜਿੰਦੇ ਵਿੱਚ ਇਹ ਪਟਵਾਰੀ ਦੇ ਉੱਤੇ ਪੜਤਾਲ ਕਰਕੇ ਕਾਰਵਾਈ ਕਰਨ ਦੇ ਸਬੰਧ ਦੇ ਵਿੱਚ ਲਿਖਿਆ ਹੋਇਆ ਵਾ। ਡੇਟ ਕਿੰਨੀ ਹੈ ਜੀ ਇੱਥੇ? 6ਵੇਂ ਮਹੀਨੇ ਦੀ 2022। 6ਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈਗੀ ਹੈ। ਜਿੱਥੇ ਤਾਂ ਇਹਨਾਂ ਆਮ ਗਰੀਬ ਲੋਕਾਂ ਦਾ ਕਹਿਣਾ ਵੀ ਸਾਡੇ ਨਾਲ ਧੋਖਾਧੜੀਆਂ ਕੀਤੀਆਂ ਜਾ ਰਹੀਆਂ ਨੇ। ਹੁਣ ਅਸੀਂ ਇਹਨਾਂ ਨਾਲ ਚੱਲਾਂਗੇ ਪਟਵਾਰਖਾਨੇ ਦੇ ਵਿੱਚ ਔਰ ਪਟਵਾਰਖਾਨੇ ਦੀ ਪੋਲ ਖੋਲਾਂਗੇ, ਪਟਵਾਰਖਾਨੇ ਦੀ ਕੀ ਅਸਲੀਅਤ ਹੈਗੀ ਹੈ। ਆਓ ਚੱਲਦੇ ਹਾਂ ਪਟਵਾਰਖਾਨੇ 'ਚ। ਲੁਧਿਆਣਾ ਲਾਈਵ ਦੀ ਟੀਮ ਪਹੁੰਚ ਚੁੱਕੀ ਹੋਈ ਹੈ ਡੱਬਾ ਲੋਹਾਰਾ ਸਥਿਤ ਪਟਵਾਰਖਾਨੇ ਦੇ ਵਿੱਚ, ਜਿੱਥੇ ਲੋਕ ਵੀ ਪਹੁੰਚੇ ਨੇ ਜਿਨ੍ਹਾਂ ਦੀ ਬਹੁਤ ਵੱਡੇ ਦੋਸ਼ ਆਰੋਪ ਲਗਾਏ ਜਾ ਰਹੇ ਨੇ ਇਸ ਪਟਵਾਰਖਾਨੇ ਦੇ ਉੱਤੇ। ਤੇ ਸਾਡੇ ਨਾਲ ਹੋਰ ਕਈ ਬਾਹਰ ਲੋਕ ਵੀ ਖੜੇ ਨੇ। ਭਾਜੀ ਤੁਹਾਡਾ ਵੀ ਕੀ ਹਾਲ ਹੈ? ਬਲਜੀਤ ਸਿੰਘ ਮੇਰਾ ਨਾਂ ਹੈ ਸਰ। ਅਸੀਂ ਨਾ 2 ਭਰਾ ਵਾਂ। ਅਸੀਂ ਆਪਣੇ ਫਾਦਰ ਤੋਂ ਬਾਅਦ ਕਰਾਉਣਾ ਚਾਹੁੰਦੇ ਸੀ, ਫਰਦ ਲੈਣਾ ਚਾਹੁੰਦੇ, ਸਾਨੂੰ ਫਰਦ ਨਹੀਂ ਮਿਲ ਰਹੀ। ਕਈ ਗੇੜੇ ਮਰਵਾਦੇ, ਸਾਡੇ 2-3 ਮਹੀਨੇ ਲੱਗ ਗਏ। 2-3 ਮਹੀਨੇ ਫਰਦ ਕੱਢਣ ਨੂੰ? ਹਾਂਜੀ, ਕੋਈ ਜੀ ਸਾਡਾ ਨਾਮ ਹੀ ਨਹੀਂ ਚਾੜਿਆ, ਨਾਮ ਨਹੀਂ ਚਾੜਿਆ। ਨਹੀਂ ਅਣਗਹਿਲੀ ਹੈ ਇਹਨਾਂ ਦੀ ਵੀ, ਸਾਡਾ ਪੂਰਾ ਨਾਮ ਨਹੀਂ ਚਾੜਿਆ ਇਹਨਾਂ ਨੇ। ਫਿਰ ਉੱਪਰੋਂ ਕਹਿੰਦੇ ਤੁਸੀਂ ਫੋਟੋ ਵਾਲਾ ਕਰਾ ਕੇ ਲੈ ਕੇ ਆਓ। ਹੁਣ ਗਏ ਆ, ਕਦੇ ਫੋਟੋ ਵਾਲਾ ਕਰਵਾ ਕੇ ਲੈ ਕੇ ਆਓ। ਚਲੋ ਰੁਕੋ, ਥੋੜੀ ਦੇਰ ਦੇ ਵਿੱਚ ਆਪਾਂ ਤੁਹਾਡੀ ਵੀ ਸੁਣਦੇ ਹਾਂ। ਆਓ ਚਲੀਏ ਅੰਦਰ ਔਨ ਕੈਮਰਾ, ਜਿੱਥੇ ਇਸ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਵੀ ਇੱਥੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਇਹਨਾਂ ਵੱਲੋਂ ਉਹ ਜਾਲੀ ਕੰਮ, 2 ਨੰਬਰੀ ਕੰਮ ਕੀਤੇ ਜਾ ਰਹੇ ਨੇ। ਔਰ ਇੱਥੇ ਜਿਹੜੇ ਪਟਵਾਰੀਆਂ ਦੇ ਸਪੈਸ਼ਲ ਪ੍ਰਾਈਵੇਟ ਮੁੰਡੇ ਬੈਠੇ ਨੇ, ਜਿਹਨੂੰ ਪ੍ਰਾਈਵੇਟ ਮਾਫੀਆ ਕਹਿੰਦੇ ਆ, ਉਹਨਾਂ ਦੀ ਵੀ ਗਿਣਤੀ ਦਿਖਾ ਦਈਏ ਇੱਥੇ ਕਿੰਨੀ ਕੁ ਗਿਣਤੀ ਹੈਗੀ ਆ। ਪਟਵਾਰੀ ਸਾਹਿਬ ਹੋ ਤੁਸੀਂ? ਪਟਵਾਰੀ ਸਾਹਿਬ ਕਿੱਥੇ ਨੇ? ਮੇਰੀ ਇੱਥੇ ਬਦਲੀ ਹੋਈ ਹੈ। ਤੁਸੀਂ ਪਟਵਾਰੀ ਸਾਹਿਬ ਹੀ ਹੋ? ਅਜੇ ਨਹੀਂ ਹੋਈ ਹੈ, ਮਤਲਬ ਬਦਲੀ ਕੱਲ ਹੋਈ ਹੈ ਜੇ। ਹਾਂ ਮਤਲਬ ਹੈਗੇ ਨਾ, ਕੋਈ ਗੱਲ ਨਹੀਂ, ਤੁਸੀਂ ਬੈਠੋ। ਤੁਸੀਂ ਤਾਂ ਹਲੇ ਨਵੇਂ ਆਏ ਹੋ। ਇੱਧਰ ਆ ਭਾਈ, ਕਿੱਥੇ ਜਾ ਰਹੇ ਹੋ? ਇੱਧਰ ਆ ਭਾਈ ਸਾਹਿਬ, ਤੁਸੀਂ ਇੱਥੇ ਹੀ ਕੰਮ ਕਰਦੇ ਹੋ ਨਾ? ਇੱਥੇ ਹੀ ਕੰਮ ਕਰਦੇ ਹੈਂ? ਰਿਕਾਰਡ ਉਡਾਉਣਾ ਸਿਰਫ। ਹਾਂ ਕੋਈ ਗੱਲ ਨਹੀਂ, ਖੜੋ ਇੱਥੇ। ਕਿੰਨੇ ਮੁੰਡੇ ਹੋ ਤੁਸੀਂ ਇੱਥੇ? ਕਿੰਨੇ ਮੁੰਡੇ ਹੋ ਭਾਈ ਤੁਸੀਂ ਇੱਥੇ? ਮੈਂ ਕੰਮ ਹੀ ਨਹੀਂ ਕਰਦਾ ਜ਼ਿਆਦਾ। ਕੀ ਕਰਨਾ ਹੈ? ਉੱਥੇ ਬੈਠੇ ਜੀ ਕੋਨੇ? ਮੈਂ ਘਰ ਬੈਠਾ ਪਟਵਾਰੀ ਸਾਹਿਬ। ਕਿੰਨੇ ਮੁੰਡੇ ਪਟਵਾਰੀ ਸਾਹਿਬ ਤੁਹਾਡੇ ਇੱਥੇ? ਵੈਸੇ ਤੁਸੀਂ ਜਦੋਂ ਜੁਆਇਨ ਕੀਤਾ ਕਿੰਨੇ ਮੁੰਡੇ ਬੈਠੇ ਨੇ? ਵੈਸੇ ਕਿੰਨੇ ਮੁੰਡੇ ਬੈਠੇ ਨੇ? ਇਹ ਭਾਈ ਸਾਹਿਬ ਤਾਂ ਪੁਰਾਣੇ ਨੇ, ਇਹਨਾਂ ਨੂੰ ਪੁੱਛ ਲੈਂਦੇ ਆਪਾਂ। ਚਲੋ ਆਪਾਂ ਪਟਵਾਰਖਾਨੇ 'ਚ ਖੜੇ ਹਾਂ। ਹਾਂਜੀ ਭਾਈ ਸਾਹਿਬ, ਕਿੰਨੇ ਲੜਕੇ ਨੇ ਤੁਹਾਡੇ ਕੋਲ? 2 ਆ ਬੇਟੇ। 2। 1 2 3 ਤੁਹਾਡੀ ਕਿੰਨੀ ਤਨਖਾਹ ਵਾ? ਇਹ ਬੇਟੇ ਤੁਹਾਡੀ ਤਨਖਾਹ ਕਿੰਨੀ ਹੈ ਸਰ? ਤੁਸੀਂ ਪਟਵਾਰੀ ਸਾਹਿਬ ਨਾਲ ਕਰਿਓ ਵੀਰੇ ਗੱਲ। ਪਟਵਾਰੀ ਸਾਹਿਬ ਤਾਂ ਨਵੇਂ ਆਏ ਨੇ, ਉਹਨਾਂ ਦਾ ਕੋਈ ਪਤਾ ਨਹੀਂ। ਤੁਸੀਂ ਇੱਥੇ ਸਰਕਾਰੀ ਰਿਕਾਰਡ ਨੂੰ ਇੱਥੇ ਲਿਖਦੇ ਹੋ, ਸਰਕਾਰੀ ਇਹ ਫਰਦਾ ਬਣਾਉਂਦੇ ਪਏ ਹੋ, ਤੁਹਾਡੀ ਤਨਖਾਹ ਕਿੰਨੀ ਆ? ਵੀਰੇ ਪਟਵਾਰੀ ਸਾਹਿਬ ਨਾਲ ਕਰਿਓ ਗੱਲ। ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ? ਤੁਸੀਂ ਸਾਨੂੰ ਵੀ ਉਹਨਾਂ ਨੇ ਬਿਠਾਇਆ ਵਾ। ਨਹੀਂ ਕਿਹਨਾਂ ਨੇ? ਪਟਵਾਰੀ ਸਾਹਿਬ ਨੇ ਬਿਠਾਇਆ। ਕਿਹੜੇ ਪਟਵਾਰੀ ਸਾਹਿਬ? ਨਾਮ ਦੱਸੋ। 1 ਮਿੰਟ ਵੀਰੇ। ਆਓ ਜੀ ਤੁਸੀਂ ਅੱਗੇ ਆਓ। ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਜਵਾਬ ਨਹੀਂ ਹੈਗਾ। ਭਾਈ ਸਾਹਿਬ 1 ਮਿੰਟ ਰੁਕ ਜਾਓ। 1 ਮਿੰਟ ਵੀਰੇ, ਕਰੋ ਫੋਨ ਆ। ਹਾਂ ਜਾਇਓ ਨਾ ਕਿਤੇ, ਕਿਉਂਕਿ ਇਹ ਦੇਖੋ ਇਹ ਬੰਦੇ, ਭਾਈ ਸਾਹਿਬ ਬੰਦੇ ਆਏ ਹੋਏ ਨੇ ਸਪੈਸ਼ਲ। ਸੋ ਤੁਸੀਂ ਦੇਖ ਸਕਦੇ ਹੋ ਇਹ ਫੋਨ ਕਰਨ ਦੇ ਬਹਾਨੇ ਬਾਹਰੋਂ ਦੀ ਨਿਕਲਣਗੇ ਔਰ ਭੱਜਣਗੇ। ਜੇ ਵਾਪਸ ਆ ਗਏ ਤੇ ਸਮਝ ਲਿਓ ਇਮਾਨਦਾਰੀ ਨਾਲ ਵਾਪਸ ਆ ਗਏ ਤੇ ਜਵਾਬ ਦੇ ਕੇ ਜਾਣਗੇ। ਅਗਰ ਇੱਥੋਂ ਦੀ ਨਿਕਲ ਗਏ ਤੇ ਇਹ ਭ੍ਰਸ਼ਟਾਚਾਰ ਦਾ ਮਾਮਲਾ ਇਹਨਾਂ ਦੇ ਤੇ ਬਣਦਾ ਵਾ। ਹਾਂਜੀ ਕਿਹੜਾ ਮੁੰਡਾ ਸੀਗਾ ਜੀ ਜਿਹਨੂੰ ਤੁਸੀਂ ਪੈਸੇ ਦਿੱਤੇ ਸੀਗੇ? ਇਹ ਹੈ ਜੀ 1500 ਰੁਪਏ ਇਹਨਾਂ ਦੇ। ਹਾਂਜੀ ਭਾਈ ਸਾਹਿਬ, ਤੁਸੀਂ ਇਹਨਾਂ ਕੋਲ 1500 ਰੁਪਏ ਲਿੱਤਾ ਕਿਸ ਚੀਜ਼? ਕਦੋਂ ਦਿੱਤਾ ਵੀਰੇ? ਆ ਜਾਓ ਅੱਗੇ ਆ ਜਾਓ, ਅੱਗੇ ਆ। ਇਹਨਾਂ ਦੀ ਫਰਦਾ ਕੱਢਣ ਦਾ 1500 ਮੈਂ ਤਾਂ ਲੈ ਹੀ ਨਹੀਂ ਵੀਰੇ ਕੋਈ ਪੈਸੇ ਤੇ। ਆ ਦਿੱਤਾ ਜੀ ਇਹਨਾਂ ਨੇ ਮੈਨੂੰ 1500 ਰੁਪਏ ਦੇ ਵਿੱਚ। ਮੈਂ ਤਾਂ ਕੋਈ ਨਹੀਂ ਲਿਆ। ਇਹ 1500 ਰੁਪਏ ਦਾ ਰਿਕਾਰਡ ਤੁਸੀਂ ਕੱਢ ਕੇ ਦਿੱਤਾ ਜੀ? ਮੈਂ ਤਾਂ ਲਿਆ ਹੀ ਨਹੀਂ ਵੀਰੇ ਪੈਸੇ। ਚਲੋ ਕੋਈ ਨਹੀਂ, ਤੁਸੀਂ ਨਹੀਂ ਲਿੱਤੇ ਪੈਸੇ? ਨਹੀਂ ਲਿੱਤੇ ਪੈਸੇ? ਨਹੀਂ ਲੈ। ਚਲੋ ਕੋਈ ਨਹੀਂ, ਆ ਦਿਓ ਜੀ ਇਹਨਾਂ ਨੂੰ ਫਰਦਾ ਦਿਓ, ਫਰਦਾ ਕਢਾਓ। ਸਾਡੇ ਸਾਹਮਣੇ ਫਰਦਾ ਕੱਢੋ ਜੀ ਔਨ ਕੈਮਰਾ।
ਹਾਂਜੀ ਇੱਕ ਮਿੰਟ ਜੀ, ਪਹਿਲੇ ਇੱਕ ਕੰਮ ਕਰਾਣੇ ਫਿਰ ਆਪਾਂ ਦੂਜਾ ਕੰਮ ਕਰਾਣੇ ਆ ਲਓ ਜੀ, ਆ ਫਰਦ ਪੜੋ, ਤੁਹਾਡੀ ਕੱਢੀ ਹੀ ਫਰਦ ਆ, ਇਹਦੀ ਫਰਦ ਕੱਢੋ। ਨਹੀਂ ਪਟਵਾਰੀ ਸਾਹਿਬ ਤਾਂ ਛੱਡ ਦਿਓ, ਤੁਸੀਂ ਫਰਦਾ ਤੁਸੀਂ ਬਣਾ ਰਹੇ ਹੋ ਨਾ, ਫਰਦਾ ਬਣਾਓ ਇੱਕ ਫਰਦ ਐ ਸਪੈਸ਼ਲ ਜਿਹੜੇ ਤੁਹਾਨੂੰ ਮੈਂ ਫਰਦ ਦੇ ਰਿਹਾ, ਇਹਦਾ ਰਿਕਾਰਡ ਖੋਲੋ, ਕਿੱਥੇ ਆ ਰਿਕਾਰਡ? ਤਾਂ ਨਹੀਂ ਮਿਲ ਸਕਦਾ ਪਟਵਾਰੀ ਨੂੰ, ਅਸੀਂ ਆਪਣੇ ਲੈ ਕੇ ਆ ਕਾਗਜ਼, ਇਹ ਪਹਿਲਾਂ ਸਾਨੂੰ ਪੁੱਛਦੇ ਆ ਕਿਆ ਕੰਮ ਹੈ ਇਹ ਦੱਸੋ। ਅਸੀਂ ਪਟਵਾਰੀ ਨੂੰ ਮਿਲਣਾ ਚਾਹੁੰਦੇ, ਪਹਿਲਾਂ ਹੀ ਮੁੜ ਗਏ। ਮੈਂ ਅੰਬਾਲੇ ਤੋਂ ਆਇਆ ਜੀ, ਬ੍ਰਦਰ ਮੇਰਾ ਇੱਥੇ ਰਹਿੰਦਾ ਜੀ, ਮੈਂ ਅੰਬਾਲਿਓ ਕਈ ਵਾਰ ਛੱਡ ਗਏ, ਇਹਨਾਂ ਨੇ ਇੱਥੇ ਨੋਟਿਸ ਬੋਰਡ ਤੇ ਮੇਰਾ ਨੰਬਰ ਵੀ ਲਿਖਿਆ, ਇੰਤਕਾਲ ਨੰਬਰ, ਬਈ ਅਗਲੀ ਵਾਰ ਚੜ ਜਾਊਗਾ, ਬਟ ਫਿਰ ਵੀ ਮੈਂ ਦੁਬਾਰਾ ਆਇਆ, ਮੈਂ ਹੁਣ ਫਿਰ ਕਹਿੰਦੇ ਇਹਨਾਂ ਦੇ ਸਾਹਮਣੇ ਨੰਬਰ ਪੂਰਾ ਨਹੀਂ ਸਾਡੇ ਭਰੇ। ਮੈਂ ਤੁਹਾਨੂੰ ਦਿਖਾ ਰਿਹਾ ਇੰਤਕਾਲ, ਦੇਖੋ ਮੇਰੇ ਕੋਲੇ ਆ ਜੀ, ਦੇਖੋ ਮੈਨੂੰ ਇੰਨਾ ਹਰਾਸਮੈਂਟ ਕੀਤਾ ਨਾ ਬਹੁਤ ਜ਼ਿਆਦਾ। ਮੈਂ ਮੁੱਖ ਮੰਤਰੀ ਨੂੰ ਇਹਦੇ ਖਿਲਾਫ ਵੀ ਪਾ ਚੁੱਕਿਆ ਮੈਂ, ਠੀਕ ਹੈ ਜੀ, ਜਲਦੀ ਉਹ ਵੀ ਕਹਿ ਐਕਸ਼ਨ ਲੈਣਗੇ, ਇੱਦਾਂ ਦੀ ਗੱਲ ਨਹੀਂ ਹੈਗੀ। ਆ ਦੇਖੋ ਸਾਹਮਣੇ ਆ ਦੇਖੋ, ਆਪਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਬੁਲਾ ਰਹੇ ਆ, ਠੀਕ ਹੈ, ਮੌਕੇ ਦੇ ਉੱਤੇ ਬੁਲਾ ਰਹੇ ਆ ਵੀ ਉਹਨਾਂ ਨੂੰ ਮੌਕੇ ਦਾ ਜਾਇਜ਼ਾ ਦਿਖਾ ਦਈਏ ਨਾ। ਔਨ ਕੈਮਰਾ ਸਭ ਕੁਝ ਚੱਲਦਾ ਪਿਆ, ਰਿਕਾਰਡਿੰਗ ਸਭ ਕੁਝ ਚੱਲਦੀ ਵੀ ਹੈਗੀ ਹੈ, ਸ਼ਕਲਾਂ ਇਹਨਾਂ ਦੀ ਵਿੱਚ ਆ ਚੁੱਕੀਆਂ ਹੋਈਆਂ ਨੇ, ਤੇ ਜਿਹੜੇ ਭ੍ਰਸ਼ਟਾਚਾਰੀ ਮਾਮਲੇ ਨੇ ਇਹ ਤੇ ਖੁੱਲ ਜਾਣੇ ਹੁਣੇ। ਬਿਲਕੁਲ ਜੀ ਬਿਲਕੁਲ ਸਰ, ਹੋਣਾ ਚਾਹੀਦਾ ਜੀ। ਦੇਖੋ ਜੈਨੂਇਨ ਚੀਜ਼ ਆ ਸਾਡੀ, ਦੋਨੋਂ ਬ੍ਰਦਰ ਆ, ਅਸੀਂ ਕੋਈ ਬਾਹਰ ਲੈਣੀ ਕੋਈ ਇੱਦਾਂ 2 ਨੰਬਰ ਦਾ ਕੰਮ ਨਹੀਂ ਸਾਡਾ, ਸਾਰਾ ਕੋਲ A to Z ਸਾਡੇ ਕੋਲ ਡਾਕੂਮੈਂਟ ਆ, ਉਹਦੇ ਬਾਵਜੂਦ ਵੀ ਸਾਨੂੰ ਨਾ ਇੱਥੇ ਅੰਦਰ ਨਹੀਂ ਆਉਣ ਦਿੱਤਾ। ਗੇਟ ਕਾਹਦੇ ਵਾਸਤੇ ਬੰਦ ਕੀਤਾ ਦੱਸੋ ਪਹਿਲਾਂ ਮੈਨੂੰ, ਗੇਟ ਕਿਉਂ ਬੰਦ ਕੀਤਾ ਜੀ? ਪਤਾ ਨਹੀਂ, ਪਟਵਾਰੀ ਸਾਹਿਬ ਨੂੰ ਪੁੱਛਣ, ਪਟਵਾਰੀ ਸਾਹਿਬ ਨੂੰ ਨਹੀਂ ਮਿਲਦੇ ਨੇ ਤੇ ਮੈਂ ਵੀ ਕਈ ਵਾਰ ਮੈਡਮ ਭਾਈ ਸਾਹਿਬ ਇੱਕ ਬੰਦਾ ਜਾਓ ਬਾਹਰ, ਜਿਹੜੇ ਬੰਦੇ ਬਾਹਰ ਗਏ ਨੇ ਨਾ, ਦੇਖੋ ਕਿੱਥੇ ਨੇ ਬੰਦੇ ਬਾਹਰ। ਅਗਰ ਇਹ ਬੰਦੇ ਭੱਜ ਗਏ ਹੋਏ, ਸ਼ਹਿਰ ਦੇ ਵਿੱਚ ਰਹਿਣਾ ਮੁਸ਼ਕਲ ਕਰ ਦੂੰਗਾ ਮੈਂ ਤੁਹਾਨੂੰ ਦੱਸਦਾ, ਮੈਂ ਔਨ ਕੈਮਰਾ ਮੈਂ ਤੁਹਾਨੂੰ ਕਹਿ ਰਿਹਾ ਵਾਂ। ਇਹ ਭੱਜੇ ਕਿਉਂ ਨੇ? ਚੋਰ ਨੇ, ਠੱਗ ਨੇ, ਕੌਣ ਨੇ? ਹੈ ਦੱਸੋ। ਭਰਾ ਇਹਦੇ ਇੱਥੇ ਹੀ ਹੋਣੇ ਬਾਹਰ। ਹਾਂ ਕੋਈ ਗੱਲ ਨਹੀਂ ਸਰ, ਫੋਨ ਕਰੋ ਜੀ ਉਹਨਾਂ ਨੂੰ, ਬੁਲਾਓ ਪਹਿਲਾਂ ਤਾਂ, ਬੁਲਾਓ, ਫੋਨ ਕਰੋ ਉਹਨਾਂ ਨੂੰ, ਹੁਣੇ ਬੁਲਾਓ ਜੀ, ਇੱਦਾਂ ਨਹੀਂ ਕੰਮ ਚੱਲਣਾ ਸਰ। ਮੈਂ ਹੁਣੇ ਵਿਜੀਲੈਂਸ ਹੁਣੇ ਬੁਲਾ ਲੈਣੀ ਆ, ਐਮਐਲਏ ਸਾਹਿਬ ਨੂੰ ਫੋਨ ਬੁਲਾ ਰਹੇ ਆ, ਮੌਕੇ ਤੇ ਬੁਲਾ ਰਹੇ ਆ, ਜਾਇਜ਼ਾ ਦਿਖਾਣੇ ਆ। ਇਹ ਇੱਥੇ ਜਿਹੜੀ ਠੱਗ ਬਜ਼ਾਰੀ, ਚੋਰ ਬਜ਼ਾਰੀ ਇਹਨਾਂ ਦੀ ਚੱਲ ਰਹੀ ਹੈਗੀ ਹੈ। ਸਰ ਦੇਖੋ ਸਾਡੀ ਪਹਿਲਾਂ ਦੀ ਆ ਫਰਦ ਆ ਸਾਡੀ, ਆ ਦੇਖੋ, ਉਸ ਤੋਂ ਬਾਅਦ ਸਾਡੀ ਆ ਇਹ ਅੱਧੀ ਕਿਉਂ ਕੀਤੀ ਹੈ ਜੀ? 100 ਗਜ ਦਾ ਪਲਾਟ ਆ ਸਾਡਾ, 25 ਗਜ ਦੀ ਕਿਉਂ ਕੀਤੀ ਇਹਨਾਂ ਨੇ? ਇਹ ਦੇਖੋ ਜੀ, ਠੀਕ ਹੈ ਜੀ, ਇਹਨਾਂ ਕੋਲ ਸਾਨੂੰ ਮਿਲਣ ਨਹੀਂ ਦਿੰਦੇ ਪਟਵਾਰੀ ਸਾਹਿਬ ਨੂੰ, ਉੱਥੇ ਗੇਟ 'ਤੇ ਕਹਿਣ ਦੱਸੋ ਜੀ ਕਿਆ ਕੰਮ ਆ। ਇੱਕ ਕਹਾਵਤ ਆ, ਪਟਵਾਰੀਆਂ ਦੇ ਪਾਏ ਹੋਏ ਚੱਕਰ ਨਾ ਪੂਰੀ ਉਮਰ ਨਹੀਂ ਨਿਕਲਦੇ। ਬਿਲਕੁਲ ਸਹੀ ਗੱਲ ਹੈਗੀ ਜੀ, 100%। ਉੱਥੇ ਤੁਹਾਨੂੰ ਉਹ ਚੱਕਰ ਜਿਹੜੇ ਘੁਮਾਏ ਜਾ ਰਹੇ ਨਾ, ਸਭ ਨੋਟਾਂ ਦੀ ਖੇਡ। ਸਰ ਜੀ ਮੈਂ ਹੁਣ ਅੰਬਾਲਿਓ 6 ਵਜੇ ਦਾ ਚੱਲਿਆ ਹੋਇਆ ਮਾਂ, ਮੈਂ ਐਕਟਿਵਾ ਤੇ ਆਇਆ ਮਾਂ, ਆ ਫਰੂਟੀ ਕੰਪਨੀ 'ਚ ਮੈਂ ਕੰਮ ਕਰਦਾ ਮਾਂ ਜੀ, ਤੇ ਛੁੱਟੀ ਮੈਨੂੰ ਮਿਲਦੀ ਨਹੀਂ, ਬਹੁਤ ਮੁਸ਼ਕਲ ਲੈ ਕੇ ਆਇਆ ਛੁੱਟੀ। ਉਹਦੇ ਬਾਅਦ ਫਿਰ ਮੈਨੂੰ ਕਹਿੰਦੇ ਜਾਓ ਤੁਸੀਂ ਹੁਣ ਕਚਹਿਰੀਆਂ ਜਾਓ, ਫੋਟੋ ਵਾਲਾ ਐਫੀਡੇਵਿਟ ਕਰਾ ਕੇ ਲੈ ਕੇ ਆਓ। ਸਰ ਦੱਸੋ ਕਿੱਥੇ ਲੈ ਕੇ ਆ, ਮੈਨੂੰ ਐਫੀਡੇਵਿਟ ਦੱਸੋ ਕਿਤੇ ਫੋਟੋ ਵਾਲਾ ਕਿੱਥੇ ਲੈ ਕੇ ਆਵਾਂ, ਵੀ ਕਿੱਥੇ ਕਿਹੜਾ ਕਰਾਵਾਂ? ਕੋਈ 2 ਨੰਬਰ ਦਾ ਕੰਮ ਨਹੀਂ ਮੇਰਾ ਹੈਗਾ, ਮੇਰਾ ਆਪਣਾ 1 ਨੰਬਰ ਦਾ ਕੰਮ ਆ। ਸਾਰੇ ਡਾਕੂਮੈਂਟ ਮੇਰੇ ਚੈੱਕ ਕਰ ਲਓ, ਇਹ ਉਹਦੇ ਬਾਵਜੂਦ ਵੀ। ਮੁੰਡੇ ਦਾ ਮੋਟਰਸਾਈਕਲ ਦਾ ਨੰਬਰ ਨੋਟ ਕਰੋ, ਮੁੰਡੇ ਦਾ ਮੋਟਰਸਾਈਕਲ ਦਾ ਨੰਬਰ ਨੋਟ ਕਰੋ। ਸੋ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਆਪਣਿਆਂ ਨੂੰ, ਭਾਜੀ ਬਹਿ ਜਾਓ, ਕੋਈ ਨਹੀਂ, ਤੁਹਾਨੂੰ ਕੁਝ ਨਹੀਂ ਕਹਿੰਦੇ ਭਾਜੀ, ਆਪਾਂ ਤੁਸੀਂ ਬੈਠੋ, ਕੋਈ ਗੱਲ ਨਹੀਂ, ਆਰਾਮ ਨਾਲ ਬੈਠੋ, ਤੁਹਾਨੂੰ ਕੁਝ ਨਹੀਂ ਕਹਿੰਦੇ ਪਏ। ਸਭ ਚਲੇ ਗਏ, ਦੂਰ ਹੋ ਗਏ, ਇੱਧਰ ਨਾਲ ਦੇ ਪਲਾਟ ਜਾ ਕੇ ਦੇਖਤਾ ਨਹੀਂ ਉਹ ਪਟਵਾਰੀ ਸਾਹਿਬ ਜਿਹੜੇ ਨਵੇਂ ਉਹ ਵੀ ਨਿਕਲ ਗਏ। ਇਹ ਹੁਣ ਤਾਂ ਮੁੰਡਾ ਕਹਿੰਦਾ ਸੀ ਅੰਦਰ ਬੈਠਿਆ ਪਟਵਾਰੀ ਨੂੰ ਮਿਲਾ ਦਿੰਦੇ ਆ ਤੁਹਾਨੂੰ। ਨਹੀਂ ਉਹ ਪਟਵਾਰੀ ਸਾਹਿਬ ਹੁਣੇ ਬੈਠੇ ਸੀਗੇ, ਹਲੇ ਚਾਰਜ ਲਿੱਤਾ ਹਲੇ ਨਵਾਂ, ਉਹ ਵੀ ਨਿਕਲ ਗਏ। ਕਿਆ ਨਾਮ ਦੱਸਿਆ ਜੀ ਇਹਨਾਂ ਦਾ? ਕਿਆ ਨਾਮ ਸੀ? ਗੁਰਪ੍ਰੀਤ ਸਿੰਘ ਦੱਸ ਰਹੇ ਸੀਗੇ। ਗੁਰਪ੍ਰੀਤ ਸਿੰਘ ਦੱਸ ਰਹੇ ਜੀ ਸਰ। ਸੋ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਜੋ ਨਵੇਂ ਪਟਵਾਰੀ ਆਏ ਨੇ, ਉਹ ਵੀ ਕੈਮਰੇ ਨੂੰ ਦੇਖ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ। ਪਤਾ ਨਹੀਂ ਇਹੋ ਜਿਹਾ ਕਿਹੜਾ ਮਨਾਂ ਦੇ ਵਿੱਚ ਚੋਰ ਹੈ, ਜੇ ਤੁਸੀਂ ਸਹੀ ਹੋ ਤੇ ਖੜ ਕੇ ਜਵਾਬ ਦਿਓ। ਪਟਵਾਰੀ ਸਾਹਿਬ ਨਵੇਂ ਆਏ, ਉਹਨਾਂ ਦਾ ਸਵਾਲ ਕਰਨਾ ਸਾਡਾ ਬਣਦਾ ਨਹੀਂ ਹੋ, ਬਟ ਜਿਹੜੇ ਇੱਥੇ ਮੁੰਡੇ ਬੈਠੇ ਨੇ ਉਹਨਾਂ ਨੂੰ ਤਾਂ ਸਵਾਲ ਕਰਨੇ ਬਣਦੇ ਨੇ ਨਾ, ਜਿਹੜੇ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਕਰਦੇ ਨੇ, ਜਿਹੜੇ ਸਰਕਾਰੀ ਰਿਕਾਰਡ ਦੀਆਂ ਫਰਦਾਂ ਜਾਲੀ ਬਣਾ ਕੇ ਦਿੰਦੇ ਨੇ, ਔਰ 20 ਰੁਪਈਆ ਫਰਦ ਦਾ 200 ਰੁਪਈਆ ਲੈਂਦੇ ਨੇ। ਬਹੁਤ ਵੱਡੇ ਇਲਜ਼ਾਮ ਨੇ। ਕਮੈਂਟ ਕਰਕੇ ਦੋਸਤੋ ਜ਼ਰੂਰ ਦੱਸਣਾ ਵਿੱਚ ਵੀ ਇਹ ਕੀ ਹੈਗਾ ਵਾ ਪੂਰਾ ਮਾਜਰਾ, ਕਿ ਤੁਹਾਡੇ ਤੋਂ ਵੀ 20 ਰੁਪਏ ਦੇ ਫਰਦ ਦੇ 200 ਰੁਪਏ ਵਸੂਲੇ ਗਏ ਨੇ, 20 ਰੁਪਏ ਦੀ ਫਰਦ ਦੇ 1500 ਰੁਪਏ ਵਸੂਲੇ ਗਏ ਨੇ। ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ, ਜਿਹੜਾ ਪ੍ਰਾਈਵੇਟ ਮਾਫੀਆ ਚੱਲ ਰਿਹਾ, ਪਟਵਾਰੀ ਪ੍ਰਾਈਵੇਟ ਮਾਫੀਆ ਪੰਜਾਬ ਦੇ ਵਿੱਚ ਬਹੁਤ ਜ਼ੋਰਾਂ ਸ਼ੋਰਾਂ ਦੇ ਉੱਤੇ ਖੁੱਲ੍ਹੇਆਮ ਚੱਲ ਰਿਹਾ ਹੈ। ਇਹ ਕਿੰਨੀ ਕਿ ਇਹਨਾਂ ਦੀ ਧਾਂਦਲੇਬਾਜ਼ੀ ਹੈ, ਅੱਜ ਕੈਮਰੇ ਉੱਤੇ ਦਿਖਾ ਰਹੇ ਹਾਂ। ਔਰ ਤੁਸੀਂ ਕਮੈਂਟ ਕਰਕੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ, ਤਾਂ ਕਿ ਲੋਕਾਂ ਤੱਕ ਸੱਚਾਈ ਪਹੁੰਚੇ, ਮਾਨ ਸਰਕਾਰ ਤੱਕ ਇਹ ਸੱਚਾਈ ਪਹੁੰਚੇ। ਜੇ ਤੁਸੀਂ ਪੈਸੇ ਲੈਣੇ ਤੇ ਲਿਖ ਕੇ ਲਾ ਦਿਓ ਵੀ ਅੰਨੇ ਪੈਸੇ ਲੱਗਣਗੇ, ਅੰਨਾ ਕੰਮ ਹੋਊਗਾ। ਹੁੰਦਾ ਜੀ ਲਿਖਣਾ ਚਾਹੀਦਾ, ਲਿਖਣਾ ਚਾਹੀਦਾ ਵਾ, ਚਾਹੇ ਤੁਹਾਨੂੰ 5000 ਦੇਣਾ ਪਵੇ, ਸਾਡਾ ਕੰਮ ਐਟ ਏ ਟਾਈਮ ਹੋਣਾ ਚਾਹੀਦਾ ਵਾ। ਪਰ ਇਹਨਾਂ 2 ਨੰਬਰ ਦਾ ਕੰਮ ਬੰਦ ਕਰ ਦੇਣਾ, ਕਿੱਥੇ ਦੇਣਗੇ ਲੋਕਾਂ ਨੂੰ ਰੋਟੀ, ਕਿੱਥੇ ਦੇਣਗੇ? ਅਸੀਂ ਕਿੱਥੇ ਕਮਾ ਰਹੇ ਜੀ ਦੱਸੋ? 2 ਨੰਬਰ ਦੀ ਕਮਾਈ ਦੇ ਨਾਲ ਆਪਣੇ ਘਰ ਪਰਿਵਾਰ ਪਾਲਦੇ ਨੇ ਹੈ। ਬਹੁਤ ਤਾਂ ਗੱਲ ਹੈ ਜੀ, ਮੈਂ ਇੰਨੀ ਦੂਰੋਂ ਆਇਆ ਜੀ, ਮੇਰੀ 12000 ਤਨਖਾਹ ਵਾ ਜੀ, ਮੈਂ ਕਿੱਥੋਂ ਦਊਂਗਾ ਇਹਨਾਂ ਨੂੰ 5-5000 ਰੁਪਈਆ? ਦੱਸੋ ਪਹਿਲਾਂ ਮੈਨੂੰ।
ਮੇਰੇ ਕੋਲ 5000 ਰੁਪਏ ਮੰਗਿਆ ਗਿਆ, ਬਟ ਮੈਂ ਉਹ ਬੰਦੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਹੈਲੋ ਨਹੀਂ ਲੈਣਾ। ਹਾਂਜੀ ਮੈਮ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਮ ਜੀ ਡਾਬਾ ਲੋਹਾਰਾ ਸਥਿਤ ਨਾ ਇੱਕ ਪਟਵਾਰਖਾਨੇ 'ਚ ਖੜਿਆ ਵਾਂ ਮਿਸਟੇਕ ਦੇ ਨਾਲ ਸਾਨੂੰ ਬੇੜਾ ਪੈ ਰਿਹਾ। ਔਰ ਇੱਥੇ ਜਿਹੜੇ ਲੋਕ ਇਕੱਠੇ ਹੋ ਕੇ ਖੜੇ ਨੇ, ਬਹੁਤ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਨੇ। ਆ ਗਈ ਮੈਂ। ਆ ਜਾਓ ਮੈਮ ਜੀ, ਤੁਸੀਂ ਮੌਕੇ ਤੇ ਪਹੁੰਚੋ, ਦੇਖੋ ਲਓ ਜਾਇਜ਼ਾ। ਆਹ ਦੇਖੋ ਐਮਐਲਏ ਰਜਿੰਦਰਪਾਲ ਕੌਰ ਛੀਨਾ ਜੀ ਦਾ ਏਰੀਆ ਹਲਕਾ ਔਰ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਇਹ ਪਟਵਾਰਖਾਨਾ ਵਾ ਔਰ ਐਮਐਲਏ ਸਾਹਿਬ ਖੁਦ ਚੱਲ ਕੇ ਆ ਰਹੇ ਨੇ। ਹੁਣ ਦੇਖਣਾ ਇਹ ਹੋਊਗਾ ਵੀ ਇਹ ਜਿਹੜੇ ਪਟਵਾਰਖਾਨਾ ਵਾ ਇਹ ਕਿੰਦੀ ਸ਼ਹਿ ਦੇ ਉੱਤੇ ਇੱਥੇ ਨਜਾਇਜ਼ ਵਸੂਲੀ ਕੀਤੀ ਜਾਂਦੀ ਹੈ। भाई साहब आपसे भी कोई पैसे पूसे वसूले गए हैं क्या? मैं सवेर का भी जी 10 बजे का बैठा इतने। अच्छा जी। मैं परसों भी आया, मैनू कहते मैं कहा 15 साल मैनू 5 साल की वो फर्द चाहिए, 5 साल की गढ़ती। चलो मेरा कितने लोन लग्या होया बैंक का, वो कहते भी 15 साल जुड़ जाए। अज कल का मैनू कहा 10 साल की होर कट दे, तो मैं कहा पैसे किन्ने, कहना 200 रुपया जी। अज मैनू कहना पैसे 200 रुपये थोड़ी, कहना ये तो 2-3 हज़ार रुपया बनता वा। कौन कहता सीगा? आ जिहड़ा इत्थे उठ के गया बाहर नूं चले गया, आ जिहड़ा मुन्ना जी आ इत्थे ही बैठा हुंदा वा। ਜਿਹੜੀ ਤੁਸੀਂ ਫਰਦ ਕਢਾਈ ਫਰਦ ਜੀ 5 ਸਾਲੀ ਉਹਦੇ ਕਿੰਨੇ ਪੈਸੇ ਤੇ? ਉਹਦਾ ਮੈਂ ਹਜੇ 100 ਰੁਪਿਆ ਸਵੇਰੇ ਦਿੰਦਾ ਸੀਗਾ ਜੀ। ਉਹਦਾ 20 ਰੁਪਏ ਫਰਦ ਦੇ ਨੇ ਵੀਰ ਜੀ। ਇਹਨੇ ਮੈਨੂੰ, ਮੈਂ ਪਰਸੋਂ ਪੁੱਛ ਕੇ ਗਿਆ ਵਾਂ, ਮੈਂ ਕਿਹਾ ਕਿੰਨੇ ਪੈਸੇ, ਕਹਿੰਦਾ 200 ਰੁਪਿਆ ਲੱਗੂਗਾ ਜੀ। ਮੈਂ ਕੱਲ ਲੈਣਾ। ਉਹੀ ਬੰਦਾ ਦੇਖੋ ਸਾਹਮਣੇ, ਉਹ ਦੇਖੋ। ਨਹੀਂ ਉਹ ਨਹੀਂ, ਉਹਦੇ ਪੱਗ ਬੰਨੀ ਹੋਈ ਆ। ਅੱਛਾ, ਉਹ ਜਿਹੜਾ ਮੋਟਰਸਾਈਕਲ ਲੈ ਕੇ ਗਿਆ? ਨਹੀਂ ਉਹ ਨਹੀਂ। ਅੱਜ ਸਵੇਰੇ ਮੈਂ ਆਇਆ ਵਾਂ ਤੇ ਮੈਂ ਕਿਹਾ ਵੀ ਮੈਨੂੰ 10 ਸਾਲ ਦੀ ਫਰਦ ਤੁਸੀਂ ਕੱਲ ਕਹਿ ਕੇ ਆਈ ਵੀ ਹੋਰ ਕੱਢ ਦਿਓ, ਤੇ ਕਹਿੰਦਾ ਕੱਲ ਨੂੰ ਆਈ ਪਹਿਲੋਂ। ਕਹਿੰਦਾ ਮੈਂ ਕਿਹਾ ਯਾਰ ਜ਼ਰੂਰੀ ਆ, ਮੈਂ ਮਰੀਜ਼ ਬੰਦਾ ਵਾਂ, ਮੇਰੀ ਲੱਤ ਦੇ ਵਿੱਚ ਸਰਾਖ ਹੋਇਆ, ਪੱਟੀ ਹੋਈ ਆ। ਤੇ ਕਹਿੰਦਾ ਫਿਰ ਬਹਿ ਜਾਓ, ਪਟਵਾਰੀ ਸਾਹਿਬ ਹੈ ਨਹੀਂ ਗੇ। ਤੇ ਮੈਂ ਕਿਹਾ ਪੈਸੇ, ਫਿਰ ਮੈਂ 100 ਰੁਪਈਆ ਰੱਖਿਆ ਤੇ 100 ਰੁਪਈਆ ਮੈਨੂੰ ਕਹਿੰਦਾ 100 ਤਾਂ ਦੇ ਜਾ, 100 ਵੀ ਰੱਖ ਲਿਆ ਨੇ। ਉਹ ਫਰਦ ਵੀ ਮੇਰੀ ਇੱਥੇ ਹੀ ਪਈ ਆ ਜੀ। ਫਰਦ ਵੀ ਇੱਥੇ ਪਈ ਹੈ, 100 ਰੁਪਏ ਵੀ ਰੱਖ ਲਿਆ। ਕੀ ਇਹਨਾਂ ਕੋਲ ਅਧਿਕਾਰ ਹੈ ਪੈਸੇ ਲੈਣ ਦਾ? ਇਹ ਤਾਂ ਦੇਖੋ ਜੀ, ਹੁਣ ਮੈਂ ਸਿਰਫ ਪਟਵਾਰੀ ਨੂੰ 20 ਰੁਪਏ ਜਮ੍ਹਾਂ ਕਰਵਾਉਣੇ ਹੁੰਦੇ, ਉਹ ਵੀ ਉਹਨੇ ਆਪਣੇ ਰਿਕਾਰਡ ਦੇ ਵਿੱਚ 20 ਰੁਪਏ ਖਾਤੇ 'ਚ ਚੜਾਉਣੇ ਨੇ, ਜਿਹੜੇ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਣੇ ਹੁੰਦੇ ਨੇ। ਸਰ ਮੈਂ ਐਮਐਲਏ ਦੇ ਦਫ਼ਤਰ ਹੀ ਚੱਲਿਆ ਸੀਗਾ। ਮੈਂ ਕਿਹਾ ਚੱਲ ਹੁਣ ਐਮਐਲਏ ਸਾਹਿਬ ਖੁਦ ਹੀ ਆ ਰਹੇ ਨੇ, ਮੈਂ ਇੱਥੇ ਨਾਲ ਹੀ ਉਹਨਾਂ ਦਾ। ਮੈਂ ਕਿਹਾ ਐਮਐਲਏ ਸਾਹਿਬ ਖੁਦ ਹੀ ਆ ਰਹੇ ਨੇ ਇੱਥੇ। ਹੁਣ ਇਹ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਹੋਏ ਨਾ। ਮੈਂ ਕਿਹਾ ਜੀ ਰਿਲੇਟਿਵ ਹੈਗੇ, ਮੈਂ ਕਾਹਨੂੰ ਜਾਣਾ ਉਹਨਾਂ ਕੋਲੇ। ਹੁਣ ਤਾਂ ਖੁਦ ਹੀ ਆ ਰਹੇ ਨੇ। ਬਸ ਫਿਰ ਉਹਨਾਂ ਦੇ ਸਾਹਮਣੇ ਬੋਲੀ। ਫਰਦਾਂ ਦੇ ਇੰਨੇ ਪੈਸੇ ਕਿਉਂ ਲਿੱਤੇ ਜਾਂਦੇ ਨੇ? ਵੀਰੇ ਆਪਾਂ ਕੋਈ ਰੁਪਈਆ ਨਹੀਂ ਲੈਂਦੇ ਹੈਗੇ ਤੋਂ। ਤੁਹਾਡੇ ਸਾਹਮਣੇ ਲੋਕ ਖੜੇ ਨੇ, ਦੇਖੋ ਕਹਿ ਰਹੇ ਨੇ। ਨਹੀਂ ਇਹ ਤੁਸੀਂ ਤਾਂ ਅੰਦਰ ਕੰਮ ਕਰਦੇ ਪਏ ਹੋ ਨਾ, ਫਰਦਾ ਤਾਂ ਤੁਸੀਂ ਬਣਾਉਂਦੇ ਹੋ ਨਾ। ਇਹਨਾਂ ਦਾ ਨਹੀਂ ਕੋਈ ਹੈਗਾ, ਇਹਦਾ ਅੰਦਰ ਨੋਟ ਕੀਤਾ ਸੀਗਾ ਵੀ ਤੁਸੀਂ ਅਗਲੀ ਵਾਰ ਆਓਗੇ ਤੁਹਾਡਾ ਇੰਤਕਾਲ ਨਾਲ ਸਭ ਕੁਝ ਚੜਿਆ ਹੋਊਗਾ, ਬਟ ਹੁਣ ਕੋਈ ਨੰਬਰ ਨਹੀਂ ਹੈਗਾ। ਨਾਲ ਹੀ ਪੇਪਰ ਪਾੜ ਕੇ ਛੱਡ ਦਿੰਦੇ, ਸਾਡੇ ਸਾਹਮਣੇ ਲਿਖ ਕੇ ਲਾ ਦਿੰਦੇ ਆ ਵੀ ਤੁਹਾਡਾ ਨੰਬਰ ਨੋਟ ਕਰ ਲਿਆ, ਇੰਤਕਾਲ ਨੰਬਰ। ਹੁਣ ਨਾ ਸਾਡਾ ਇੰਤਕਾਲ ਨੰਬਰ ਹੈ ਨਾ ਕੋਈ ਵਾਸਤਾ, ਨਵੇਂ ਕਾਗਜ਼ ਲਾ ਦਿੰਦੇ ਆ। ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਹੋ ਗਿਆ, ਤਸਵੀਰਾਂ ਦਿਖਾਓ ਜਿੱਥੇ ਬਈ ਖਾਤਾ ਲਗਾਇਆ ਹੋਇਆ ਵਾ। ਔਰ ਇਹ ਬਈ ਖਾਤੇ ਦੇ ਵਿੱਚ ਜਿਹੜੇ ਇੰਤਕਾਲ ਚੜਾਏ ਜਾਂਦੇ ਨੇ, ਇੰਤਕਾਲ ਨੰਬਰ ਲਿਖੇ ਜਾਂਦੇ ਨੇ, ਇਹ ਸਭ ਉਹ ਇੰਤਕਾਲ ਦੇ ਨੰਬਰ ਨੇ ਜਿਨ੍ਹਾਂ ਕੋਲ 3-3 ਹਜ਼ਾਰ ਰੁਪਇਆ, 5-5 ਹਜ਼ਾਰ ਰੁਪਇਆ, 10-10 ਹਜ਼ਾਰ ਰੁਪਇਆ ਵਸੂਲਿਆ ਜਾਂਦਾ। ਜਿੱਥੇ ਇਹ ਲੋਕ ਬਿਨਾਂ ਵੀ ਕਿਸੇ ਡਰ ਤੋਂ, ਭੈ ਤੋਂ, ਇਹ ਗਰੀਬ ਲੋਕਾਂ ਤੋਂ ਇੰਨੇ ਪੈਸੇ ਵਸੂਲਦੇ ਨੇ। ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਧੋਖੇਬਾਜ਼ੀ, ਧਾਂਦਲੇਬਾਜ਼ੀ ਇਹਨਾਂ ਪਟਵਾਰਖਾਨਿਆਂ ਵੱਲੋਂ ਕੀਤੀ ਗਈ ਹੋਵੇ, ਪਟਵਾਰੀਆਂ ਦੇ ਵੱਲੋਂ ਕੀਤੀ ਗਈ ਹੋਵੇ, ਪਟਵਾਰੀ ਦੇ ਜਿਹੜੇ ਪ੍ਰਾਈਵੇਟ ਮੁੰਡੇ ਰੱਖੇ ਹੋਏ ਨੇ ਉਹਨਾਂ ਵੱਲੋਂ ਕੀਤੀ ਗਈ ਹੋਵੇ। ਇੱਥੇ ਪਟਵਾਰੀ ਸਾਹਿਬ ਨੇ 4 ਮੁੰਡੇ ਰੱਖੇ ਹੋਏ ਨੇ, ਜਿਹੜੇ ਕਿ 4 ਮੁੰਡਿਆਂ ਦੀ ਆਪਾਂ ਇੱਕ ਐਵਰੇਜ ਤਨਖਾਹ ਲਗਾਈਏ 10,000 ਰੁਪਈਆ ਇੱਕ ਮੁੰਡੇ ਦਾ ਵੀ ਅਗਰ ਇਹ ਮੁੰਡਾ ਤਨਖਾਹ ਲੈਂਦਾ ਤੇ 40,000 ਰੁਪਈਆ ਤਨਖਾਹ ਇੱਥੋਂ ਕਿੱਥੋਂ ਭਰੀ ਜਾਂਦੀ ਹੈ? ਕੌਣ ਦਿੰਦਾ ਇਹਨਾਂ ਨੂੰ 40,000 ਰੁਪਈਆ ਮਹੀਨੇ ਦਾ? ਸਵਾਲ ਪੈਦਾ ਹੁੰਦਾ ਹੈ। ਇਹ ਜਿਹੜੇ ਪੈਸੇ ਇੱਥੇ ਬਟੋਰੇ ਜਾਂਦੇ ਨੇ ਫਰਦਾਂ ਦੇ ਨਾਮ ਦੇ ਉੱਤੇ, 15 ਸਾਲੀ 10 ਸਾਲੀ ਦੇ ਨਾਮ ਦੇ ਉੱਤੇ, ਇੰਤਕਾਲਾਂ ਦੇ ਨਾਮ ਦੇ ਉੱਤੇ, ਜਾਂ ਫਿਰ ਰਿਕਾਰਡ ਦੇ ਵਿੱਚ ਝੋਲ ਮੋਲ ਕਰਨ ਦੇ ਨਾਮ ਦੇ ਉੱਤੇ ਇਹ ਇੱਥੋਂ ਦੀ ਆਪਣਾ ਘਰ ਚਲਾਉਂਦੇ ਨੇ। ਸੋ ਮੌਕੇ ਦੇ ਉੱਤੇ ਐਮਐਲਏ ਸਾਹਿਬਾਨ ਪਹੁੰਚ ਚੁੱਕੇ ਨੇ, ਬੀਬੀ ਰਜਿੰਦਰਪਾਲ ਕੌਰ ਛੀਨਾ ਜੀ। ਇਹ 4 ਬੰਦਿਆਂ ਨੂੰ ਇੱਥੇ ਬੁਲਾਓ, 4 ਬੰਦੇ ਇੱਥੇ ਮੌਜੂਦ ਕਰੋ। ਇੱਥੇ ਸਾਰੇ ਮੌਜੂਦ ਸੀਗੇ। ਜਿੱਦਾਂ ਹੀ ਅਸੀਂ ਪਹੁੰਚੇ ਆ, ਕੈਮਰੇ ਨੂੰ ਦੇਖ ਕੇ ਇਹ ਭੱਜ ਗਏ। ਕਿਉਂ ਭੱਜੇ? ਚੋਰ ਨੇ, ਠੱਗ ਨੇ, ਕੀ ਨੇ ਹੈ? ਮੈਂ ਇਹਨਾਂ ਨੂੰ ਕਿਹਾ ਬਾਈ ਜੀ ਕਿਤੇ ਨਾ ਜਾਓ, ਫੋਨ ਕਰਨ ਦੇ ਬਹਾਨੇ ਬਾਹਰ ਨਿਕਲੇ ਨੇ ਔਰ ਭੱਜੇ ਨੇ। ਬਾਕਾਇਦਾ ਪਿੱਛੋਂ ਦੀ ਮੈਂ ਇਹਨਾਂ ਨੂੰ ਆਵਾਜ਼ ਦਿੱਤੀ ਹੈ, ਅਗਰ ਤੁਸੀਂ ਵਾਪਸ ਮੁੜ ਕੇ ਨਾ ਆਏ ਇਟ ਮੀਨਸ ਤੁਸੀਂ ਚੋਰ ਹੋ, ਠੱਗ ਹੋ। ਔਰ ਲੁਧਿਆਣੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਤੁਹਾਡਾ ਰਹਿਣਾ ਮੁਸ਼ਕਲ ਕਰ ਦੂਗੀ ਜੇ ਤੁਸੀਂ ਇੱਥੇ ਵਾਪਸ ਨਾ ਆਏ।
ਇਹ ਵੀ ਨਿਕਲਣ ਵਾਲੇ ਸੀਗੇ, ਇਹਨਾਂ ਨੂੰ ਤਾਂ ਚਲੋ ਘੇਰਾ ਪਾ ਕੇ ਰੱਖਿਆ ਹੈਗਾ। ਇੱਥੇ ਆਏ ਆ ਤੇ ਤੁਹਾਡਾ ਇੱਥੋਂ ਦੂਰ ਜਾਣ ਦਾ ਕਾਰਨ ਕੀ ਆ? ਤੁਸੀਂ ਦੱਸੋ ਹੁਣ ਕੀ ਕਰਨ ਗਏ ਬਾਹਰ? ਆਹ ਤਾਲਾ ਵੀ ਉਦੋਂ ਮੈਂ ਲਗਵਾ ਕੇ ਗਈ ਆ। ਹਾਂਜੀ ਹਾਂਜੀ ਬਿਲਕੁਲ। ਇਹ ਤਾਲਾ ਉਦੋਂ ਦਾ ਹੀ ਲੱਗਿਆ ਹੈ, ਇਹਦੀ ਚਾਬੀ ਵੀ ਗੁਰਜਿੰਦਰ ਕੋਲੇ ਆ ਔਰ ਇਹ ਲੋਕ ਲਗਵਾਇਆ। ਹੁਣ ਜੇ ਇਹ ਲੋਕ ਲਗਵਾਇਆ, ਹੁਣ ਤੁਸੀਂ ਉਧਰੋਂ ਖੋਲਣਾ ਸ਼ੁਰੂ ਕਰਤਾ। ਖੋਲਿਆ ਸੀਗਾ ਉਧਰੋਂ ਨਿਕਲੇ ਭਾਈ ਸਾਹਿਬ ਮੁੰਡੇ ਤੁਹਾਡੇ। ਨਹੀਂ, ਇਧਰੋਂ ਗੇਟ ਬੰਦ ਹੋ ਕੇ ਇਧਰੋਂ ਨਿਕਲ ਕੇ ਉਧਰ ਜਾਂਦੇ ਆ ਤੁਸੀਂ। ਉਹਦਾ ਗੇਟ ਖੋਲਣ ਦਾ ਕੀ ਮਤਲਬ? ਜਿਹੜਾ ਅੱਗੇ ਹੁਣ ਪਲਾਟ ਵੱਲ ਨੂੰ ਖੋਲਿਆ ਹੋਇਆ, ਉਹ ਗੇਟ ਕਿਉਂ ਖੋਲਦੇ ਹੋ ਤੁਸੀਂ? ਦੱਸੋ ਜੀ। ਇਧਰਲੇ ਪਲਾਟ 'ਚ ਬੰਦ ਕਰਤਾ ਕਿਉਂਕਿ ਲੋਕ ਇਧਰੋਂ ਦੀ ਆਉਂਦੇ ਸੀ, ਇਹ ਬੰਦ ਕਰਵਾ ਕੇ ਹੁਣ ਤੁਸੀਂ ਗੇਟ ਉਹ ਖੋਲਣਾ ਸ਼ੁਰੂ ਕਰ ਦਿੱਤਾ। ਉਹ ਗੇਟ ਕਿਉਂ ਖੋਲਿਆ? ਨਹੀਂ ਵੀਰੇ, ਉਹ ਤਾਂ ਨਹੀਂ ਗਿਆ, ਉਹ ਤਾਂ ਵੈਸੇ ਵੀਰੇ ਕਰਨਾ। ਇੱਕ ਸਭ ਤੋਂ ਵੱਡਾ ਸਵਾਲ ਮੈਡਮ ਜੀ ਇਹ ਵੀ ਪੈਦਾ ਹੁੰਦਾ ਵਾ, ਜਿਹੜਾ ਇਹ ਗੇਟ ਜਦੋਂ ਖੁੱਲਦਾ ਸੀ ਨਾ, ਇਹ ਸ਼ਾਮੀ 6 ਵਜੇ ਤੋਂ ਬਾਅਦ ਇੱਥੇ ਕੰਮ ਹੁੰਦਾ ਸੀਗਾ। ਕੰਮ ਨਹੀਂ ਕਰਦੇ ਜੀ, ਅੱਧਾ ਕੰਮ ਕਰਦੇ। ਇਹਦੇ 'ਚ ਕੀ ਕੀਤਾ ਜੀ? ਦੇਖੋ ਇਹਨਾਂ ਨੇ ਆਹ ਐਂਟਰੀ ਨਹੀਂ ਕੀਤੀ ਇਹਦੇ ਵਿੱਚ, ਠੀਕ ਹੈ ਜੀ। ਫਿਰ ਸਾਨੂੰ ਹਰਾਸਮੈਂਟ ਕਰਦੇ ਆ, ਕਚਹਿਰੀਆਂ ਜਾਓ, ਹਲਫੀਆ ਬਿਆਨ ਲਿਖਵਾ ਕੇ ਲਗਾਓ ਫੋਟੋ ਵਾਲਾ, ਠੀਕ ਹੈ ਜੀ। ਅੱਜ ਮਿਲੇ, ਹਫ਼ਤੇ ਨੂੰ ਮਿਲੇ। ਮੈਡਮ ਜੀ ਮੈਨੂੰ ਨਾ 4 ਚੱਕਰ ਹੋ ਗਏ, ਮੈਂ ਅੰਬਾਲੇ ਤੋਂ ਆਉਣਾ ਜੀ, ਬ੍ਰਦਰ ਮੇਰਾ ਇੱਥੇ ਰਹਿੰਦਾ, ਮੈਂ ਅੰਬਾਲੇ ਰਹਿਣਾ ਜੀ। ਮੈਂ ਅੰਬਾਲੇ ਆਉਣਾ ਜੀ, ਮੈਡਮ ਜੀ ਇੱਦਾਂ ਹੀ ਮੋੜ ਦਿੰਦੇ। ਇੱਥੇ ਨੋਟਿਸ ਬੋਰਡ ਦੇਖੋ ਇਹਨਾਂ ਦਾ ਕਿੱਦਾਂ ਟੈਂਪਰੇਰੀ ਨੋਟ ਕਰ ਲੈਂਦੇ, ਨਾਲ ਹੀ ਪਾੜ ਦਿੰਦੇ ਆ। ਕੀ ਚੀਜ਼? ਇਹ ਕੱਚਾ ਚਿੱਠਾ ਲਾਇਆ ਜੀ, ਜਿਹੜਾ ਜਿਨ੍ਹਾਂ ਨੇ ਇੰਤਕਾਲ ਨੰਬਰ ਲਿਖ ਲੈਂਦੇ ਜੀ, ਇੱਥੇ ਵੀ ਅਸੀਂ ਕਰ ਦਾਂਗੇ, ਇਹ ਬਾਅਦ ਤੋਂ ਫਰੀ ਕਰਦੇ ਪਾੜ ਦਿੰਦੇ ਆ ਜੀ। ਹੁਣ ਕੋਈ ਇੰਤਕਾਲ ਨੰਬਰ ਸਾਡਾ ਹੈ ਨਹੀਂਗਾ ਇੱਥੇ। ਹਫ਼ਤਾ ਪਹਿਲਾਂ ਮੈਂ ਆ ਕੇ ਗਿਆ ਵਾਂ। ਪਟਵਾਰੀ ਸਾਹਿਬ ਕਿੱਥੇ? ਬੁਲਾਓ ਜੀ। ਲਾ ਜੀ ਹੁਣ ਲਗਾਓ, ਹੈਂਡ ਫ੍ਰੀ ਕਰਕੇ ਲਗਾਓ ਜੀ। ਹੁਣ ਅਸੀਂ ਸਟਾਮ ਲਿਖਾ ਕੇ ਲੈ ਕੇ ਆਏ, ਕਹਿੰਦੇ ਫੋਟੋ ਵਾਲਾ ਲੈ ਕੇ। ਆਹ ਦੇਖੋ ਜੀ, ਮੈਂ ਹੁਣ ਆਇਆ ਫਿਰ ਕਚਹਿਰੀ ਤੋਂ ਆਇਆ ਵਾਂ। ਆ ਹੁਣ ਆਹ ਕਰਾ ਕੇ ਲੈ ਕੇ ਆਇਆ, ਕਹਿੰਦੇ ਫੋਟੋ ਵਾਲਾ ਕਰਾ ਕੇ ਲੈ ਕੇ ਆਓ। ਪਹਿਲਾਂ ਮੈਨੂੰ ਇਹੀ ਦੱਸਿਆ ਵੀ ਇਹੀ ਕਰਾ ਕੇ ਲੈ ਕੇ ਆਉਣਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਗੁਰਜਿੰਦਰ ਜੀ ਮੈਮ। ਮੈਂ ਇਸ ਟਾਈਮ ਖੜੀ ਆ ਡਾਬਾ, ਜਿੱਥੇ ਪਟਵਾਰੀ ਸਾਹਿਬ ਬੈਠਦੇ ਆ, ਪਟਵਾਰਖਾਨੇ 'ਚ। ਡਾਬੇ? ਹਾਂਜੀ। ਓਕੇ ਮੈਮ। ਤੇ ਇੱਥੇ ਕੁਝ ਲੋਕ ਖੜੇ ਨੇ ਜਿਨ੍ਹਾਂ ਦੀਆਂ ਮੁਸ਼ਕਲਾਂ ਨੇ, ਜਿਹੜੇ ਬੜੇ ਦੂਰੋਂ ਚੱਲ ਕੇ ਆਉਂਦੇ ਨੇ। ਇੱਕ ਭਾਈ ਸਾਹਿਬ ਖੜੇ ਆ ਜਿਹੜੇ ਅੰਬਾਲੇ ਤੋਂ ਚੱਲ ਕੇ ਆਉਂਦੇ ਨੇ। ਅੱਛਾ, ਤੇ ਆਇਆ ਨਹੀਂ ਮੈਮ ਦਿਲਪ੍ਰੀਤ ਅੱਜ? ਤੁਸੀਂ ਇੱਥੇ ਆਓ ਹੁਣ ਇਮੀਡੀਏਟ। ਇੱਥੇ ਦਿਲਪ੍ਰੀਤ ਆਇਆ ਨਹੀਂ ਪਟਵਾਰੀ? ਦਿਲਪ੍ਰੀਤ ਵੀ ਨਹੀਂ ਆਇਆ ਔਰ ਮੀਡੀਆ ਵੀ ਇੱਥੇ ਪਹੁੰਚਿਆ ਹੋਇਆ। ਅੱਛਾ ਅੱਛਾ। ਕਿੰਨੀ ਕਿੱਥੇ ਆ? ਦੇਰ 'ਚ ਪਹੁੰਚ ਰਹੇ ਹੋ? ਮੈਂ ਇੱਕ ਵਾਰ ਮੈਡਮ ਤਹਿਸੀਲਦਾਰ ਨੂੰ ਹੁਣੀ ਭੇਜ ਰਿਹਾ ਜੀ, ਮੈਂ 2 ਮਿੰਟ 'ਚ ਆ ਰਿਹਾ। ਆਓ ਜੀ ਆਓ। ਇਹ 1500 ਰੁਪਇਆ ਫਰਦ ਦਾ ਜਿਹੜਾ ਲਿੱਤਾ ਵਾ, ਇਹ ਲੋਕ ਇੱਥੇ ਖੜੇ ਆ, ਇਹ ਤੁਹਾਨੂੰ ਦੱਸਣਗੇ। ਮੈਂ ਹੁਣੀ ਮੈਮ ਆਪਣੇ ਨਾ ਤਹਿਸੀਲਦਾਰ ਹੈਗਾ ਸੈਂਟਰ ਵਾਲਾ, ਉਹਨੂੰ ਹੁਣੀ ਭੇਜ ਰਿਹਾ। ਕੌਣ ਹੈ ਜੀ? ਇੱਕ ਤਾਂ ਮੈਡਮ ਨੇ ਮੈਮ ਗੁਰਪ੍ਰੀਤ, ਇੱਕ ਤਹਿਸੀਲਦਾਰ ਹੈਗਾ ਪੰਨੂ, ਦੋਨਾਂ ਨੂੰ ਭੇਜ ਰਿਹਾ। ਗੁਰਪ੍ਰੀਤ ਤੁਹਾਡੇ ਨਾਲ ਉਦਣ ਵੀ ਆਏ ਸੀਗੇ? ਹਾਂ, ਮੈਂ ਕਿਹਾ ਅੱਜ ਮੈਨੂੰ ਤਾਂ ਸੀਗਾ ਉਹ ਤਬਾਦਲਾ ਹੋ ਗਿਆ ਤਾਂ ਦਿਲਪ੍ਰੀਤ ਪਟਵਾਰੀ ਆਇਆ ਨਹੀਂ ਅੱਜ ਤੱਕ। ਨਹੀਂ ਆਇਆ ਜੀ ਦਿਲਪ੍ਰੀਤ। ਉਹ ਕਹਿੰਦਾ ਦੂਜਾ ਪਟਵਾਰੀ ਦਿਲਪ੍ਰੀਤ ਮੇਰੇ ਕੋਲੇ ਆਇਆ ਸੀਗਾ। ਇਹਦਾ ਕਹਿਣਾ ਇਹ ਹੈ ਵੀ ਦੂਜਾ ਪਟਵਾਰੀ ਕਹਿੰਦਾ ਹਜੇ ਮੈਂ ਹਿਸਾਬ ਸੋ ਮੇਰਾ ਹੋਇਆ ਨਹੀਂ, ਤੂੰ 5-6 ਦਿਨ ਮੈਨੂੰ ਦੇ ਦੇ। ਕਿਉਂ ਐਕਸਟਰਾ ਦੇ ਦੇ? ਵੀ ਮੈਂ ਚਾਰਜ ਜਿਹੜਾ ਹੈਗਾ ਤਬਦੀਲ ਮੈਂ ਹੁਣੀ ਕਰਵਾ ਦਿੰਦਾ। ਇਹਦਾ ਚਾਰਜ ਹੁਣ ਇਹਨੂੰ ਤਬਦੀਲ ਕਰਵਾਓ, ਨਵੇਂ ਪਟਵਾਰੀ ਨੂੰ ਚਾਰਜ ਦਿਓ। ਕਹਿ ਦਿੰਦਾ ਹੁਣੀ ਕਹਿ ਤੇ ਪੁਰਾਣੇ ਨੂੰ ਇੱਥੇ ਬੁਲਾਓ ਜੀ। ਕਹਿ ਦਿੰਦਾ ਮੈਮ ਹੁਣੀ ਭੇਜੋ, ਮੈਂ ਇੱਥੇ ਖੜੀ ਹਾਂ ਜੀ। ਠੀਕ ਹੈ ਮੈਡਮ ਜੀ। ਸੋ ਇਹ ਮੈਡਮ ਇਹ ਪਰਿਵਾਰ ਖੜਾ। ਮੈਂ ਜੀ 10 ਸਾਲ ਤੋਂ ਧੱਕੇ ਖਾ ਰਿਹਾ ਜੀ। ਕਿਉਂ ਖਾ ਰਹੇ ਹੋ 10 ਸਾਲ ਤੋਂ ਤੱਕ? ਆ ਦੇਖੀ, ਪਹਿਲਾਂ ਤਾਂ ਮੈਨੂੰ ਇਹਨਾਂ ਨੇ ਇੱਕ ਆਹ ਫਰਦ ਸੀ। ਇਹ ਮੈਂ ਤੁਹਾਨੂੰ ਥੋੜਾ ਜਿਹਾ ਮੈਟਰ ਦੱਸ ਦੇਣਾ। ਇਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਨਾ, ਕਿਉਂ 10 ਸਾਲ ਤੋਂ ਤੁਸੀਂ ਆ ਰਹੇ ਹੋ ਇੱਥੇ? ਪਹਿਲਾਂ ਤਾਂ ਜੀ ਇਹਨਾਂ ਨੇ ਸਾਨੂੰ ਆਹ ਦਿੱਤੀ ਆਪਣਾ ਗਾ ਫਰਦ। ਪਰੰਦਾ ਦਿੱਤਾ ਹੀ ਇਸ ਤਰੀਕੇ ਦਾ? ਤੇ ਪੰਨਾ ਜਿਹਾ ਹੁਣ ਪਟ ਗਿਆ ਜੀ ਆਪਣਾ ਗਾ। ਤੇ ਇਹਦੇ ਵਿੱਚ ਇਹਨਾਂ ਦੇ ਗੇੜੇ ਮਾਰ ਹੀ ਫਟ ਜਾਂਦਾ ਪੰਨਾ, ਇੱਕ ਜਗ੍ਹਾ ਪਿਆ ਹੋਵੇ ਦੁਕਾਨ ਨੂੰ ਇਹ ਸੁਨੀਤਾ ਪਤਨੀ ਦਿਲਬਾਗ ਸਿੰਘ। ਹਾਂਜੀ। ਤੇ ਇਹਦੇ 'ਚ ਹੁਣ ਕੀ ਹੈ? ਇਹਨਾਂ ਨੇ ਪਹਿਲਾਂ ਇਹ ਰਜਿਸਟਰੀ ਕਰਤੀ, ਨੰਬਰ ਗਲਤ ਪਾ ਕੇ ਰਜਿਸਟਰੀ ਦੇ ਦਿੱਤੀ। ਫਿਰ ਅਸੀਂ ਦੁਬਾਰਾ ਇਹਨਾਂ ਰਜਿਸਟਰੀ ਸਹੀ ਕਰਾਓ। ਅਸੀਂ ਦਰਖਾਸ਼ਾਂ ਦਿੱਤੀਆਂ, ਦਰਖਾਸ਼ਾਂ ਦੇ ਕੇ ਫਿਰ ਅਸੀਂ ਆਹ ਦਰਖਾਸ਼ਾਂ ਦੇ ਨੰਬਰ ਨੇ ਸਾਡੇ ਕੋਲ। ਆਹ ਦੇਖੋ, ਆਹ ਨੰਬਰ ਹੈ ਜੀ ਦਰਖਾਸ਼ਾਂ ਦੇ। ਆਹ ਦੇਖੋ 14 ਦੀ ਦਰਖਾਸਤ ਦਿੱਤੀ ਹੈ। 14/7/2014। ਹਾਂਜੀ। ਫਿਰ ਸਾਨੂੰ ਉਹਨਾਂ ਨੇ ਇਹ ਦਰਖਾਸ਼ਾਂ ਦਿੱਤੀਆਂ। ਫਿਰ ਸਾਨੂੰ ਉਹਨਾਂ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਦੁਬਾਰਾ ਰਜਿਸਟਰੀ ਕਰਾ ਦਿੰਦੇ ਹਾਂ। ਰਜਿਸਟਰੀ ਸਾਨੂੰ ਕਰਾ ਕੇ ਦਿੱਤੀ। ਆਹ ਰਜਿਸਟਰੀ ਹੈ ਜੀ ਸਾਡੇ ਕੋਲ। ਜਦੋਂ ਰਜਿਸਟਰੀ ਕਰਾਉਣ ਤੋਂ ਬਾਅਦ ਸਾਨੂੰ ਆਹ ਫਰਦ ਕਰਾਤੀ। ਪਟਵਾਰੀਆਂ ਨਾਲ, ਇਹ ਤਹਿਸੀਲਦਾਰ ਨਾਲ, ਸਾਰਿਆਂ ਨਾਲ ਮਿਲ ਕੇ ਹੁੰਦੀ ਹੈ, ਇਕੱਲਾ ਤੇ ਕਰ ਨਹੀਂ ਸਕਦਾ ਘਪਲੇਬਾਜੀ। ਮਾਲਕ ਕਸ਼ਮੀਰਾ ਸਿੰਘ ਨੇ। ਪਰਮਜੀਤ ਸਿੰਘ ਦਾ ਸਾਨੂੰ ਇੱਕ ਅਸੀਂ ਪਲਾਟ ਕਸ਼ਮੀਰਾ ਸਿੰਘ ਕੋਲ ਲਿਆ ਜੀ। ਕਸ਼ਮੀਰਾ ਸਿੰਘ ਨੂੰ ਅਸੀਂ ਤੇ ਜਾਣਦੇ ਹਾਂ। ਕਸ਼ਮੀਰਾ ਸਿੰਘ ਕੌਣ ਹੈ ਜੀ? ਡੀਲਰ ਹੈ ਜੀ। ਤੇ ਉਹਨੇ ਤੈਨੂੰ ਇੱਕ ਜਗ੍ਹਾ ਦੇ ਉੱਤੇ ਫਿਰ ਸਾਨੂੰ ਉਹਨੇ ਆਹ ਨੰਬਰ ਪਾ ਕੇ ਰਜਿਸਟਰੀ ਕਰਤੀ। ਜਦੋਂ ਇੱਥੋਂ ਮੈਂ ਆਇਆ ਇਹਨਾਂ ਪਟਵਾਰੀ ਇੱਥੇ
ਫਰਦ ਲੈਣ, ਕਹਿੰਦੇ ਵੀ ਤੇਰੇ ਨਾਂ ਤੇ ਰਕਬਾ ਹੀ ਹੈ ਨਹੀਂ। ਨਹੀਂ ਤੁਹਾਡੇ ਕੋਲੋਂ ਰਜਿਸਟਰੀ ਦੇ ਪੈਸੇ ਵੀ 3 ਵਾਰੀ, ਫੀਸ ਵੀ 3 ਵਾਰੀ ਲਈ ਗਈ ਜਾਂ ਇੱਕੋ ਫੀਸ ਤੇ ਹੋਇਆ? ਨਹੀਂ ਜੀ, ਸਾਨੂੰ ਫੀਸਾਂ ਤਾਂ ਦੇਣੀਆਂ ਹੀ ਪੈਣੀਆਂ ਦੁਬਾਰਾ। ਜਦੋਂ ਉਦੋਂ ਸਸਤੇ ਸੀ, ਫਿਰ ਸਾਡੇ ਕੋਲ ਲਿਆ ਉਹਨਾਂ ਨੇ 20,000 ਰੁਪਈਆ ਦੁਬਾਰਾ ਵੀ ਇਹ ਦੁਬਾਰਾ ਤੈਨੂੰ ਰਜਿਸਟਰੀ ਕਰਕੇ ਦੇਣੀ ਪਊਗੀ। ਸਾਡੇ ਤਾਂ ਪੈਸੇ ਵੀ ਬਾਰ-ਬਾਰ ਲੱਗਦੇ ਪਏ ਨੇ। ਸਾਡੇ ਕੋਲ ਆਹ ਦੇਖੋ, ਬੰਦਾ ਕੀ ਕਰੇ, ਗਰੀਬ ਬੰਦਾ ਧੱਕੇ ਖਾਈ ਜਾਂਦਾ ਜੀ, ਕੋਈ ਸੁਣਦਾ ਹੀ ਨਹੀਂ ਗਾ। ਫਿਰ ਉਹਨੇ ਸਾਡੇ ਕੋਲ ਟਾਈਮ ਲੈ ਕੇ ਰਜਿਸਟਰੀ ਜਦ ਕਰਵਾ ਕੇ ਦਿੱਤੀ ਆ, ਉਸ ਤੋਂ ਬਾਅਦ ਫਿਰ ਰਜਿਸਟਰ ਲੈਣਾ ਤਾਂ ਸਾਨੂੰ ਫਰਦ ਨਹੀਂ ਮਿਲੀ। ਫਿਰ ਮੈਂ ਫਰਦ ਲੈਣ ਖਾਤਰ ਇੱਥੇ 15 ਸਾਲਾ ਰਿਕਾਰਡ ਕਢਾਇਆ, ਜਿਹਦੇ ਤੋਂ ਨਾ ਫਰਦ ਦਿੱਤੀ। ਤੇ ਆ 15 ਸਾਲਾ ਰਿਕਾਰਡ ਆ ਜੀ ਮੇਰੇ ਕੋਲ, ਆ ਦੇਖੋ। ਤੇ ਉਹਦੇ ਵਿੱਚ ਵੀ ਮੈਨੂੰ ਇਹਨਾਂ ਕੁਝ ਲਿਖ ਕੇ ਨਹੀਂ ਦਿੱਤਾ। ਉਹਦੇ ਵਿੱਚ ਮੇਰੇ ਕੋਲ 1500 ਰੁਪਈਆ ਲਿਆ ਗਿਆ ਜੀ। ਇਹ ਤੁਹਾਡੀ ਜਿਵੇਂ 6 ਬਟਾ ਉੱਥੇ ਦਿਖਾ ਰਹੇ ਨੇ ਆਹ ਜਗ੍ਹਾ, ਇੱਥੇ 3 ਦਿਖਾਤੀ ਆ। ਕਹਿੰਦੇ ਵੀ ਤੇਰੇ ਨਾਂ ਤੇ 25 ਰਹਿ ਗਈ, 25 ਦੀ ਵੀ ਲਿਖ ਕੇ ਨਹੀਂ ਦਿੱਤੀ। ਕਹਿੰਦੇ ਇਹ ਵੀ ਲਿਖ ਕੇ ਨਹੀਂ ਨੇ ਤੁਹਾਨੂੰ ਫਰਦ ਦਿੱਤੀ ਆ, ਚਾਹ ਉਹਨੂੰ ਮਿਲੋ ਤੇ ਜਾਂ ਜਿਹਨੂੰ ਆਪਣਾ ਗਾਂ ਰਜਿਸਟਰੀ ਕਰਾਈ ਉਹਨੂੰ ਮਿਲੋ। ਹੁਣ ਦੱਸੋ ਅਸੀਂ ਉਹ ਪਟਵਾਰੀ ਨੂੰ ਕਿੱਥੋਂ ਲੱਭੀਏ? ਸਾਰਾ ਦੱਸੋ, ਬਿਆਨ ਕਰੋ ਇਹਨਾਂ ਦਾ। ਇਹ ਕਿਉਂ 2014 ਦੇ ਕਿਉਂ ਘੁੰਮ ਰਹੇ ਆ? ਮੈਡਮ ਮੈਂ ਦੱਸਦਾ ਜੀ, ਉਹ ਰਿਕਾਰਡ ਦੇਈ 1 ਮਿੰਟ ਯਾਰ, ਰਿਕਾਰਡ ਕੱਢੀ 1 ਮਿੰਟ, ਨਾਲੋਂ ਨਾਲ ਰਿਕਾਰਡ ਵੀ ਦਿਖਾ ਦਵਾਂ। ਪਹਿਲਾਂ ਤਾਂ ਮੈਨੂੰ ਇਹ ਦੱਸੋ, ਤੁਸੀਂ ਸਰਕਾਰ ਤੋਂ ਤਨਖਾਹ ਲੈ ਰਹੇ ਹੋ ਜੀ, ਸੈਲਰੀ ਲੈ ਰਹੇ ਹੋ ਨਾ? ਤੇ ਤੁਹਾਡਾ ਪਹੁੰਚਣ ਦਾ ਸਮਾਂ ਕਿੰਨੇ ਵਜੇ ਹੈ ਜੀ? ਮੈਡਮ ਮੇਰੀ ਬਦਲੀ ਹੋ ਗਈ ਹੈ ਜੀ। ਮੈਂ ਅੱਜ ਕੰਨਗੋ ਸਾਹਿਬ ਤੋਂ ਪੜਤਾਲ ਕਰਾ ਰਿਹਾ ਸੀਗਾ, ਮੈਂ ਚਾਰਜ ਛੱਡਣਾ ਵਾ। ਤੁਸੀਂ ਇਹ ਜਿਹੜੀ ਬਦਲੀ, ਜਿਹੜਾ ਨਵਾਂ ਬੰਦਾ ਆਇਆ, ਤੁਸੀਂ ਕੀ ਕਿਹਾ ਚਾਰਜ ਛੱਡਣ ਲਈ? ਮੈਡਮ ਚਾਰਜ ਛੱਡਣਾ ਜੀ, ਮੈਂ ਬਦਲੀ ਹੋ ਚੁੱਕੀ ਆ। ਕੀ ਬੇਟਾ? ਨਹੀਂ ਉਹ ਤਾਂ ਉਦਾਂ ਇਹਨਾਂ ਨੇ ਕੰਮ ਨਾ ਨਿਬੇੜਨਾ ਸੀਗਾ ਆਪਣਾ ਪੁਰਾਣਾ, ਉਹਦੇ ਕਰਕੇ ਕਹਿੰਦੇ ਕਿ 4-5 ਦਿਨ ਰੁਕ ਜਾਓ। ਇੰਤਕਾਲ ਵਗੈਰਾ ਮੁਕੰਮਲ ਕਰਨ ਵਾਲੇ ਰਹਿੰਦੇ ਸੀਗੇ। ਨਹੀਂ ਇੰਤਕਾਲ ਤੁਸੀਂ ਨਾਲ ਦੀ ਨਾਲ ਕਿਉਂ ਨਹੀਂ ਮੁਕੰਮਲ ਕੀਤੇ? ਇੰਨੇ ਦਿਨ ਪੈਂਡਿੰਗ ਕਿਉਂ ਰੱਖੇ? ਕਿੰਨੇ ਇੰਤਕਾਲ ਪੈਂਡਿੰਗ ਆ ਤੁਹਾਡੇ ਕੋਲੇ? ਨਹੀਂ ਹੁਣ ਤਾਂ ਮੁਕੰਮਲ ਹੋ ਚੁੱਕੇ ਨੇ ਸਾਰੇ ਜੀ, ਹੁਣ ਤਾਂ ਕੋਈ ਪੈਂਡਿੰਗ ਨਹੀਂ ਹੈਗਾ। ਤੇ ਫਿਰ ਉਹਦਾ ਚਾਰਜ ਉਹਨੂੰ ਦਿਓ। ਮੈਡਮ ਕੁਛ ਇੰਤਕਾਲ ਰਹਿੰਦੇ ਸੀਗੇ ਮੁਕੰਮਲ ਕਰਨ ਵਾਲੇ, ਇੱਕ ਪਰਤ ਕਰੀ ਹੋਈ ਸੀਗੀ, ਪਰ ਜਿਹੜੀ ਪਰਤ ਸਰਕਾਰ ਹੁੰਦੀ ਆ ਦੂਜੀ ਕਾਪੀ ਉਹ ਕਰਨੀ ਸੀਗੀ। ਇਹ ਪਏ ਹੋਏ ਸਾਰੇ? ਨਹੀਂ ਇਹ ਤਾਂ ਫਰਦਾਂ ਨੇ ਜੀ, ਇਹ ਅੱਜ ਦੀਆਂ ਫਰਦਾਂ ਨੇ। ਦੇਖ ਲਓ ਜੀ, ਇੱਕ ਮਿੰਟ ਰੁਕ ਜਾਓ ਜੀ, ਮੈਂ ਪਹਿਲਾਂ ਇੱਧਰ ਦੱਸ ਦਵਾਂ। ਜਵਾਬ ਇਹਨਾਂ ਦਾ ਇਸ ਤਰ੍ਹਾਂ ਹੈਗਾ ਜੀ, ਸਾਡਾ 100 ਗਜ ਦਾ ਪਲਾਟ ਆ, 25 ਗਜ ਦਾ ਕਿਉਂ ਸਾਡਾ ਕੀਤਾ ਜੁਗਾੜ? ਦੇਖੋ ਇੱਕ ਮਿੰਟ ਰੁਕ ਜਾਓ ਜੀ, ਮੈਂ ਪਹਿਲਾਂ ਇੱਧਰ ਦਾ ਜਵਾਬ ਦੇ ਦਵਾਂ ਨਾ। ਆਹ ਰੱਖੋ, ਇਹਨਾਂ ਨੇ ਨਾ ਜੀ ਜਿਹੜਾ ਰਕਬਾ ਮੈਡਮ ਖਰੀਦਿਆ ਸੀਗਾ, ਜਿਹੜੇ ਬੰਦੇ ਤੋਂ ਖਰੀਦਿਆ ਸੀਗਾ, ਉਹਨੇ ਮੈਡਮ ਆਪਣੇ ਹਿੱਸੇ ਤੋਂ ਵੱਧ ਰਕਬਾ ਸੇਲ ਕਰਤਾ। ਇਹਨਾਂ ਨੇ ਸੀਐਮ ਸਾਹਿਬ ਦੇ ਸ਼ਿਕਾਇਤ ਪਾਈ ਸੀਗੀ ਇਸ ਕੰਮ ਸੰਬੰਧੀ। ਉਹ ਸ਼ਿਕਾਇਤ ਆ ਜਿਹੜੀ ਉਹ ਮਾਰਕ ਹੋ ਕੇ ਨਾ ਵਾਇਆ ਅਫਸਰ ਸਾਡੇ ਕੋਲੇ ਆ ਗਈ, ਉਹਦੇ ਤੇ ਮੈਡਮ ਰਿਪੋਰਟ ਵੀ ਕਰਤੀ। ਇਹਨਾਂ ਨੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਵੀ ਲੈ ਕੇ ਆਏ ਸੀ, ਇਹ ਉਹਨਾਂ ਨੇ ਵੀ ਮੇਰੇ ਤੋਂ ਪੁੱਛਿਆ, ਉਹਨਾਂ ਨੂੰ ਵੀ ਮੈਂ ਬਾਈਟ ਦੇ ਦਿੱਤੀ ਆ ਵੀ ਜਿਹੜਾ ਇਹਨਾਂ ਦਾ ਰਕਬਾ ਜਿੰਨਾ ਬਣਦਾ ਸੀਗਾ ਨਾ ਜੀ, ਉਹ ਹਿੱਸੇ ਤੋਂ ਵੱਧ ਸੇਲ ਕਰ ਗਿਆ। ਇਹਨਾਂ ਦਾ ਇੰਤਕਾਲ ਜੇਰਕਰ ਦਰਜ ਹੋਇਆ ਪਿਆ ਵਾ, ਜੇਰਕਰ ਇੰਤਕਾਲ ਇਹਨਾਂ ਦਾ ਦਰਜ ਹੋਇਆ ਪਿਆ ਵਾ। ਮੈਂ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਜੇ ਤੁਸੀਂ ਉਹ ਇੰਤਕਾਲ ਪ੍ਰਵਾਨ ਕਰਾਉਣਾ ਸਾਨੂੰ ਐਫੀਡੇਵਿਟ ਦੇ ਦਿਓ ਵੀ ਜਿੰਨਾ ਰਕਬਾ ਬਚਦਾ ਹੈਗਾ ਵਾ ਵੀ ਸਾਡਾ ਉਹ ਇੰਤਕਾਲ ਜਿਹੜਾ ਹੈਗਾ ਕਰ ਦਿਓ। ਰਜਿਸਟਰੀ ਕਿੰਨੇ ਗਜ ਦੀ? ਰਜਿਸਟਰੀ ਤਾਂ ਇਹਨਾਂ ਕੋਲੇ ਵੱਧਦੀ ਆ ਜੀ, ਰਕਬਾ ਘੱਟ ਆ। ਰਜਿਸਟਰੀ ਕਿੰਨੇ ਗਜ ਦੀ ਮੈਂ ਪੁੱਛਦੀ? ਦਿਓ 1 ਮਿੰਟ ਰਜਿਸਟਰੀ। ਇਹਨਾਂ ਕੋਲੇ ਰਜਿਸਟਰੀ ਕਿੰਨੇ ਗਜ ਦੀ? ਇਹਨਾਂ ਦੀ ਮੈਡਮ ਰਜਿਸਟਰੀ ਹੈਗੀ 50 ਗਜ ਦੀ, ਰਕਬਾ ਜਿਹੜਾ ਇਸ ਟਾਈਮ ਬੋਲ ਰਿਹਾ ਉਹ ਹੈਗਾ 25 ਗਜ। ਬੰਦੇ ਕੋਲ ਜਿੰਨਾ ਰਕਬਾ ਸੀਗਾ ਨਾ ਜੀ, ਉਹ ਅਲੱਗ-ਅਲੱਗ ਇੰਤਕਾਲਾਂ ਤੇ ਸੇਲ ਕਰ ਚੁੱਕੇ ਆ। ਜਿਹੜੀ ਹੋਈ ਉਹ ਆਪਾਂ ਰਜਿਸਟਰੀ ਕਿਵੇਂ ਕਰਦੇ ਆ? ਆਪਾਂ ਫਰਦ ਦੇ ਆਧਾਰ ਤੇ ਕਰਦੇ ਆ ਨਾ, ਤੇ ਉਦੋਂ ਫਰਦ 50 ਗਜ ਦੀ ਕਿਵੇਂ ਹੋਈ? ਮੈਡਮ ਉਹ ਤਾਂ ਪਟਵਾਰੀ ਸਾਹਿਬ ਦੱਸ ਸਕਦੇ ਉਹਨਾਂ ਨੇ ਨਕਲ ਕਿੱਦਾਂ ਦੇਤੀ। ਰਕਬਾ ਮੈਡਮ ਉਹਨਾਂ ਬਣਦਾ ਨਹੀਂ ਹੈਗਾ। ਜੇ ਰਕਬਾ ਹੀ ਹੈ ਨਹੀਂ ਸੀ ਤੇ 50 ਗਜ ਦੀ ਆਪਾਂ ਰਜਿਸਟਰੀ ਕਰ ਰਹੇ ਆ, ਰਕਬਾ ਉੱਥੇ 25 ਗਜ ਦਾ, ਉਹ ਕਿੱਦਾਂ ਹੋਇਆ? ਮੈਡਮ ਮੈਂ ਉਹੀ ਤਾਂ ਗੱਲ ਕਰਦੇ ਆਂ ਜੀ, ਉਹਨੇ ਅਲੱਗ-ਅਲੱਗ ਇੰਤਕਾਲਾਂ ਤੇ ਸੇਲ ਕੀਤਾ, ਠੀਕ ਹੈ ਜੀ। ਹਾਲਾਂਕਿ ਚਾਹੀਦਾ ਤਾਂ ਇਹ ਸੀਗਾ ਪੂਰੀ ਤਸੱਲੀ ਕਰਦੇ ਵੀ ਕਿੰਨਾ ਰਕਬਾ ਸੇਲ ਹੋ ਗਿਆ, ਕਿੰਨਾ ਸੀਗਾ ਉਹਦੇ ਕੋਲੇ। ਮੈਂ ਉਹਦੀ ਤਫਸੀਲ ਵੀ ਬਣਾਈ ਆ ਵੀ ਕਿਹੜੇ ਇੰਤਕਾਲ ਤੇ ਕਿੰਨਾ ਰਕਬਾ ਸੇਲ ਕੀਤਾ। ਉਹਦਾ ਮੈਡਮ ਜਦੋਂ ਆਪਾਂ ਆਊਟਪੁੱਟ ਕੱਢਦੇ ਆ ਨਾ, ਟੋਟਲ ਕੱਢਦੇ ਆ ਮੈਡਮ, ਬੈਲੈਂਸ ਰਕਬਾ 25 ਗਜ ਹੀ ਬਚਦਾ, ਨਾ ਕਿ 50 ਗਜ। ਤੁਸੀਂ ਕਿੰਨੇ, ਤੁਹਾਡੇ ਕਾਗਜ਼ ਕਿੰਨੇ ਗਜ ਤੇ ਹੋ ਜੀ ਤੁਸੀਂ? ਮੇਰੇ ਕੋਲ 25 ਤੁਹਾਡੇ ਕੋਲੇ ਇਸ ਟਾਈਮ ਤੁਸੀਂ ਮਕਾਨ ਬਣਾਇਆ ਹੈ? ਹਾਂਜੀ ਮਕਾਨ ਬਣਾਇਆ। ਮਕਾਨ ਕਿੰਨੇ ਗਜ ਦਾ? 50 ਗਜ ਚ ਪੂਰੀਆ ਬਣਿਆ ਜੀ, ਮੇਰੀ 50 ਗਜ ਦੀ 50 ਵਿੱਚ ਬਣਿਆ। ਤੁਸੀਂ ਕਹਿੰਦੇ ਹੋ ਰਕਬਾ ਘੱਟ ਆ, ਫਿਰ ਇਹ 50 ਚ ਕਿਵੇਂ ਬੈਠੇ ਆ? ਮੈਡਮ ਮੌਕੇ ਤੇ ਤਾਂ ਬੈਠੇ ਹੋਣਗੇ, ਮੌਕੇ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਹੈਗੇ, ਆਪਾਂ ਐਜ਼ ਪਰ ਰਿਕਾਰਡ ਗੱਲ ਕਰਦੇ ਆ। ਰਿਕਾਰਡ ਦੇ ਵਿੱਚ ਮੈਡਮ ਇਹਨਾਂ ਦਾ ਬਣਦਾ ਹੀ 25 ਗਜ ਆ, ਬਣਦਾ ਹੀ 25 ਗਜ ਸੀਗਾ, ਬੰਦੇ ਨੇ ਰਜਿਸਟਰੀ 50 ਗਜ ਦੀ ਕਰਾਈ ਆ। ਤੁਹਾਡੇ ਰਿਕਾਰਡ ਤਾਂ ਇੱਥੇ ਤੱਕ ਝੋਲ ਮੋਲ ਬੋਲਦੇ ਪਏ ਨੇ। ਪਹਿਲੇ ਉਹਦੀ ਵਾਈਫ ਦੇ ਨਾਮ ਤੇ ਰਜਿਸਟਰੀ ਹੋ ਰਹੀ ਉਸੇ ਜਗ੍ਹਾ ਦੀ, ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਮ ਤੇ ਰਜਿਸਟਰੀ ਹੋ ਰਹੀ ਉਸੇ ਜਗ੍ਹਾ ਦੀ 50-50 ਗਜ ਦੀ। ਰਜਿਸਟਰੀਆਂ ਦੀ ਕੀ ਜ਼ਰੂਰਤ
ਪੈ ਗਈ ਆਪਾਂ ਨੂੰ? 3 ਰਜਿਸਟਰੀਆਂ ਕਰਨ ਦੀ ਜੋ 2 ਦੀ ਕੀ ਜ਼ਰੂਰਤ ਪੈ ਗਈ? ਰਜਿਸਟਰੀਆਂ ਬਾਰੇ ਤਾਂ ਇਹਨਾਂ ਨੇ ਮੈਨੂੰ ਕੋਈ ਦੱਸਿਆ ਨਹੀਂ। ਇਹਨਾਂ ਦੀ ਵਾਈਫ ਦੇ ਨਾਂ ਤੇ ਆ। ਮੈਂ ਦੱਸਦਾ ਫਿਰ ਫਰਦ ਦਿਖਾਓ। ਜਗ੍ਹਾ ਦੀ ਇਹਨਾਂ ਦੇ ਘਰ ਵਾਲੇ ਦੇ ਨਾਲ ਕਰਤੀ, ਉਸੇ ਤੇ ਤੋਂ ਫੇਰ ਪੈਸੇ ਲੈ ਲਏ ਦੁਬਾਰਾ। ਮੈਡਮ ਇੱਕ ਨਾ ਇਹਨਾਂ ਦਾ ਜਿਹੜਾ ਪੁਰਾਣੀ ਰਜਿਸਟਰੀ ਵਾਲਾ ਨਾ ਉਹਦਾ ਰਿਕਾਰਡ ਖਿਲਾਓ, ਉਹ ਵੀ ਉੱਥੇ ਬੋਲਦਾ ਹੋਣਾ, ਇਹਨਾਂ ਦੇ ਕੋਲੇ ਉਹ ਵੀ ਬੋਲਦਾ ਹੋਊਗਾ। ਤੁਸੀਂ ਇਦਾਂ ਕਰੋ ਜੀ, ਪਟਵਾਰੀ ਸਾਹਿਬ, ਇੱਕ ਤਾਂ ਇਹਨਾਂ ਦੀ ਪੁਰਾਣੀ ਰਜਿਸਟਰੀ ਚੱਕੋ। ਪੁਰਾਣੀ ਰਜਿਸਟਰੀ ਹੈਗੀ ਤੁਹਾਡੇ? ਹਾਂਜੀ ਲੈ ਕੇ ਆਏ। ਆਹ ਫਰਦ ਪਈ ਆ, ਦੇਖੋ ਫਰਦ ਹੈ ਜੀ ਆਹ ਪੁਰਾਣੀ। ਪੁਰਾਣੀ ਫਰਦ ਚੱਕੋ, ਇੱਕ ਇਹਨਾਂ ਦੀ ਨਵੀਂ ਚੱਕੋ, ਫਿਰ ਇਹ ਦੇਖੋ ਵੀ ਇਹਦੇ ਵਿੱਚ ਕਿੱਥੇ ਕੀ ਹੈ। ਮੈਡਮ ਰਿਕਾਰਡ ਮੇਰਾ ਸਾਰਾ ਦੇਖਿਆ ਹੋਇਆ ਜੀ, ਮੈਂ ਤੁਹਾਨੂੰ ਵੀ ਦਿਖਾ ਦਿੰਦਾ, ਮੈਂ ਇਹਨਾਂ ਨੂੰ ਵੀ ਦਿਖਾ ਦਿੰਦਾ, ਪੂਰੀ ਤਸੱਲੀ ਕਰਾ ਦਿੰਦਾ। ਕਿੰਨਾ ਜੀ? ਇਹ ਹੈਗੀ ਮੈਡਮ 6 ਸਹੀ 2/3 ਹਿੱਸਿਆਂ ਦੀ, 50 ਗਜ ਦੀ ਹੈ ਜੀ। 50 ਗਜ। ਫਿਰ ਇਹ 50 ਤੋਂ ਜਿਹੜੇ ਆਪਾਂ ਉਦੋਂ 50 ਦੇ ਰਹੇ ਆ, ਫਿਰ ਆ 25 ਕਿਵੇਂ ਬਣ ਗਈ? ਨਵੀਂ ਦਫਾ ਬੱਚੇ ਦੀ ਇਹ ਵੀ ਤਾਂ ਆਪਣੀ ਹੋਈ ਇਹ ਕੀ ਸੁਨੀਤਾ ਪਤਨੀ ਦਿਲਬਾਗ ਸਿੰਘ 27 ਤੋਂ 75 ਇੰਤਕਾਲ ਦੇ। ਮੈਨੂੰ 1 ਮਿੰਟ ਦੱਸੋਗੇ ਵੀ ਇਹ ਰਜਿਸਟਰੀਆਂ ਹੋ ਕਿਵੇਂ ਗਈਆਂ? ਇਹੀ ਇਸੇ ਲਈ ਤਾਂ ਅੱਜ ਅਸੀਂ ਆਏ ਆ। 27 ਤੋਂ 75 ਕੱਢੀ 1 ਮਿੰਟ। ਆ ਇਹਦੇ ਬਾਰੇ ਤਾਂ ਤੁਸੀਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਹੈਗੀ ਵੀ 27 ਤੋਂ 75 ਵੀ ਸਾਡਾ ਕੋਈ ਇੰਤਕਾਲ ਆ। ਤੁਸੀਂ ਤਾਂ ਮੇਰੇ ਨਾਲ ਸਿਰਫ ਗੱਲ ਇਹਦੀ ਕੀਤੀ ਆ ਵੀ ਮੇਰਾ। ਚਲੋ ਇੱਕ ਕੰਮ ਕਰਦੇ, ਤੁਸੀਂ ਖਲਵਾ ਲਓ। ਹਾਂ ਹਾਂ ਮੈਡਮ ਚੈੱਕ ਕਰ ਲੈਂਦੇ ਆ। ਇੱਕ ਨਾਂ ਦੇ 3 ਸੇਲ ਕਰਿਆ ਹੋਇਆ ਵਾ। ਵੀ ਇੱਕ ਘਰ ਵਾਲੀ ਦੇ ਨਾਂ ਤੇ, ਇੱਕ ਘਰ ਵਾਲੇ ਦੇ ਨਾਂ ਤੇ। ਆ ਕੱਢੀ 1 ਮਿੰਟ 40/0099 ਇੰਤਕਾਲ। ਇਹ ਸੇਲ ਕਿਹਨੂੰ ਕੀਤਾ ਵੀ ਦੇਖ ਲਓ। ਅੰਦਰ ਨਹੀਂ ਆਉਣ ਦਿੰਦਾ ਜੀ, ਕਹਿੰਦਾ ਇਹ ਕਿਉਂ ਬਾਹਰ ਲਾਇਆ? ਪਾਣੀ ਦੇਈ ਯਾਰ ਮੈਨੂੰ। ਬੈਰੀਅਰ ਲਾਇਆ ਹੋਇਆ ਮੂਰੇ, ਮੂਰੇ ਨਹੀਂ ਅੰਦਰ ਆਉਣ ਦਿੰਦੇ। ਅਜੇ ਵਿਜੇ ਮੈਡਮ ਇਹ ਰਕਬਾ ਸੇਲ ਹੋਇਆ ਹੋਇਆ ਜੀ ਅਜੇ ਤੇ ਵਿਜੇ ਨੂੰ। ਅਜੇ ਤੇ ਵਿਜੇ ਨੂੰ ਆ ਉਹਨਾਂ ਨੇ ਵੀ ਅੱਗੇ ਸੇਲ ਕੀਤਾ ਹੋਇਆ 41 ਤੋਂ 39 ਤੇ 44 6 12 ਤੇ। ਜਿਹੜੇ ਰਕਬੇ ਦੀ ਪਹਿਲਾਂ ਰਜਿਸਟਰੀ ਸੁਨੀਤਾ ਦੇ ਨਾਮ ਤੇ ਹੋਗੀ ਤੇ ਉਹ ਸੁਨੀਤਾ ਦੀ ਫਰਦ ਲੱਗ ਕੇ ਸੇਲ ਹੋਊਗੀ ਨਾ, ਇਹਦੀ ਫਰਦ ਲੱਗੇ ਬਿਨਾ ਉਹ ਸੇਲ ਕਿਵੇਂ ਹੋ ਗਿਆ? ਮੈਡਮ ਇਹਨਾਂ ਨੇ ਰਜਿਸਟਰੀ ਕਰਾਈ ਹੋਣੀ ਹੈ ਜੀ। ਇਹ ਤਾਂ ਸਾਹਮਣੇ ਕਢਾਓ ਪ੍ਰੂਫ, ਇਹ ਸਾਹਮਣੇ ਖੜੇ ਨੇ ਹਸਬੰਡ ਵਾਈਫ। ਇਹ ਤਾਂ ਦੋਨੇ ਸਾਹਮਣੇ ਖੜੇ ਆ। ਹੁਣ ਤੁਸੀਂ ਕਹਿੰਦੇ ਇੰਤਕਾਲ ਪੂਰੇ ਆ, ਉਹ ਕਹਿੰਦੇ 2 ਮਹੀਨੇ ਹੋ ਗਏ ਇੰਤਕਾਲ ਹੋਇਆ ਹੀ ਨਹੀਂ। ਮੈਡਮ ਜੀ ਮਹੀਨਾ 2 ਮਹੀਨੇ ਲਗਾਤਾਰ ਹੁੰਦੇ ਪਏ ਆ। ਬੱਚੀਆਂ ਮੇਰੀਆਂ ਇੱਕ 11ਵੀਂ ਚ ਪੜ੍ਹਦੀ, ਇੱਕ 8ਵੀਂ ਚ। ਇੰਨੇ ਅਸੀਂ ਪਰੇਸ਼ਾਨ ਨਾ, ਬਹੁਤ ਜ਼ਿਆਦੇ ਆ ਪਰੇਸ਼ਾਨ। ਮੈਡਮ ਇਹਨਾਂ ਨੂੰ ਤਾਂ ਮੈਂ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਮੈਂ ਰਿਪੋਰਟ ਕਰੀ ਆ ਵੀ ਤੁਹਾਡਾ ਇਹ ਜਿਹੜਾ ਹੈਗਾ ਮੈਟਰ। ਤੁਸੀਂ ਰਿਪੋਰਟ ਇਹਦੀ ਕੀਤੀ ਕੀ? ਤੁਸੀਂ ਇਹਦਾ ਹੱਲ ਕੀ ਕੀਤਾ? ਉਹ ਦਿਖਾ ਦਿੰਦਾ ਤੁਹਾਨੂੰ। ਪਟਵਾਰੀ ਸਾਹਿਬ ਇਹ ਬੰਦਾ ਨਾ ਦਿਹਾੜੀ ਗੱਟਾ ਕਰਦਾ, 500 ਰੁਪਏ ਦਿਹਾੜੀ ਤੇ ਰਾਜ ਮਿਸਤਰੀ ਦੇ ਨਾਲ ਇੱਟਾਂ ਢੋਂਦਾ ਵਾ। ਜਿਹੜਾ ਬੰਦਾ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਇੱਥੇ ਚੱਕਰ ਲਗਾ ਰਿਹਾ, ਔਰ ਇਹ ਜਿਹੜੀ ਤੁਸੀਂ ਇੱਕ ਨਵਾਂ ਸੱਪ ਕੱਢ ਦਿੱਤਾ, ਜਿਹੜੀ ਇਹ ਅਜੇ ਕੋਈ ਵਿਜੇ ਨੂੰ ਸੇਲ ਕਰ ਦਿੱਤੀ ਇਹਨਾਂ ਨੇ। ਹੋਇਆ ਜੀ, ਸੇਲ ਹੋਇਆ। ਮੈਂ ਕਿਹੜਾ ਗਲਤ ਕਹਿ ਰਿਹਾ? ਅੱਗੇ ਇੰਤਕਾਲ ਉਹ ਸੇਲ ਦਾ ਕੋਈ ਪ੍ਰੂਫ ਵੀ ਤਾਂ ਹੋਊਗਾ। ਉਹ ਸਾਰਾ ਇੰਤਕਾਲ ਹੋਏ ਨੇ। ਮੇਰੇ ਲਈ ਤਾਂ ਆਹੀ ਪ੍ਰੂਫ ਆ ਨਾ। ਮੇਰੇ ਲਈ ਤੁਹਾਨੂੰ ਮਿਲਿਆ ਕੀ? ਤੁਸੀਂ ਇੰਤਕਾਲ ਜਿਹੜੇ ਚੜਾਇਆ ਤੁਹਾਨੂੰ ਕੀ ਮਿਲਿਆ? ਮਤਲਬ ਕੀ ਮਿਲਿਆ? ਕੋਈ ਰਜਿਸਟਰੀ ਆਈ ਹੋਊਗੀ। ਹਾਂ ਬਿਲਕੁਲ ਰਜਿਸਟਰੀ ਤੋਂ ਹੀ ਇੰਤਕਾਲ ਦਰਜ ਹੋਇਆ। ਦਿਖਾਓ। ਉਹ ਹੁਣ 2017 ਦੀ ਆ। ਸਾਡੇ ਕੋਲ ਰਜਿਸਟਰੀ ਥੋੜੋ ਅੰਦਰੋਂ ਕਾਪੀ ਕਢਾ ਲੈਣੇ ਆ। ਕਢਾਓ। ਔਰ ਕਿੰਨੇ ਰਜਿਸਟਰੀ ਕਰਾਈ ਇਹ ਵੀ ਕਢਾਓ। ਇੰਤਕਾਲ ਇਹ ਰਜਿਸਟਰੀਆਂ ਜਿਹੜੀਆਂ ਹੋਈਆਂ ਇਹਦੇ ਤੇ ਸਾਈਨ ਕੀਤੇ ਆ? ਪੁਰਾਣੀ ਰਜਿਸਟਰੀ ਤੇ ਸਾਈਨ ਕੀਤੇ? ਰਜਿਸਟਰੀਆਂ ਕੱਢੋ। ਮੈਡਮ ਕਿਹੜੇ ਤਹਿਸੀਲਦਾਰ ਦੀਆਂ ਰਜਿਸਟਰੀਆਂ ਹੋਈਆਂ? ਜਿਹੜੀਆਂ ਰਜਿਸਟਰੀਆਂ ਨੇ ਨਾ, ਰਜਿਸਟਰੀਆਂ ਤਾਂ ਆਪਣੇ ਕੋਲ ਹੋਣੀਆਂ ਨਹੀਂ। ਰਜਿਸਟਰੀਆਂ ਤਾਂ ਅੰਦਰ ਦਾਖਲ ਹੋਈਆਂ। ਨਹੀਂ ਪੁਰਾਣੀਆਂ ਦੀ ਗੱਲ ਕਰਦੇ ਆ ਨਾ ਆਪਾਂ। ਆਪਾਂ ਇੱਕ ਕੰਮ ਕਰਦੇ ਆ, ਇਹ ਜਿਹੜੀ ਆ ਸੁਨੀਤਾ ਰਾਣੀ ਖੜੀ ਕੋਲੇ, ਜਿਹੜੀ ਮੈਂ ਰਿਪੋਰਟ ਕਰੀ ਸੀਗੀ ਉਹ ਹੈਗੀ ਤੁਹਾਡੇ ਕੋਲੇ ਹੁਣ? ਨਹੀਂ ਜੀ ਉਹ ਨਹੀਂ ਹੈਗੀ। ਉਹ ਕਿੱਥੇ ਆ? ਰਿਪੋਰਟ ਤਾਂ ਆਪਣਾ ਹੁਣ ਤਿਆਰ ਹੋਣੀ ਅਸਲੀ। ਉਹ ਪਹਿਲੇ ਵਾਲੀ ਰਿਪੋਰਟਾਂ ਦਾ ਝੋਲ ਮੋਲ ਨੇ। ਰਿਪੋਰਟ ਉਹੀ ਰਹਿਣੀ। ਤੁਸੀਂ ਆਪਣਾ ਮਕਾਨ ਕਿਸੇ ਨੂੰ ਵੇਚਿਆ? ਨਹੀਂ ਜੀ, ਅਸੀਂ ਕਿਸੇ ਨੂੰ ਨਹੀਂ ਵੇਚੇ। ਰਜਿਸਟਰੀ ਪੁਰਾਣੀ ਵਾਪਸ ਲੈ ਲਈ ਸੀ ਜੀ ਕਿਸੇ ਨੇ? ਕਸ਼ਮੀਰਾ ਸਿੰਘ ਨੇ ਪੁਰਾਣੀ ਰਜਿਸਟਰੀ ਵਾਪਸ ਲੈ ਕੇ ਨਵੀਂ ਸਾਨੂੰ ਉਹਨੇ ਕਰਕੇ ਦਿੱਤੀ ਸੀ। ਤੇ ਉਹਦੇ ਸਿੰਘ ਨੂੰ ਇੱਥੇ ਬੁਲਾਓ ਤੇ ਪਰਚਾ ਕਰਾਓ। ਲਿਆਓ ਜੀ ਕਸ਼ਮੀਰਾ ਸਿੰਘ ਦਾ ਨੰਬਰ ਦਿਓ। ਇਹਦੇ ਵਾਲਾ ਜਿਹੜਾ ਹੈਗਾ ਵਾ ਨਹੀਂ ਇਹ ਦਿਲਬਾਗ ਨੇ ਦਿਲਬਾਗ ਨੇ ਲਿਆ। ਇਹ ਰਜਿਸਟਰੀ ਨਹੀਂ ਵੀਰੇ, 1 ਮਿੰਟ ਕਿੱਥੇ ਆ ਪੁਰਾਣੀ ਆਪਣੇ ਵਾਲੀ ਹੋਣ ਵਾਲੀ? ਆ ਲਓ, ਆ ਹੁਣ ਵਾਲੀ ਰਜਿਸਟਰੀ ਆ ਦਿਓ 1 ਮਿੰਟ। ਕਿੱਥੋਂ ਗੱਲ ਸ਼ੁਰੂ ਹੋਈ? ਕਿੰਨੀ ਵਾਰੀ ਰਜਿਸਟਰੀ ਹੋਈ? ਕਿਹੜੇ ਬੰਦੇ ਨੇ ਕਿੰਨੇ ਪੈਸੇ ਲਏ? ਹੁਣੇ ਤੁਸੀਂ ਮੈਨੂੰ ਇੱਕ ਆਪਣੀ ਕੰਪਲੇਂਟ ਲਿਖ ਕੇ ਦਿਓਗੇ। ਜਿੱਥੇ ਮੈਡਮ ਰਹਿੰਦੇ ਨੇ, ਅਸੀਂ ਉੱਥੇ ਜਾ ਕੇ ਖਬਰ ਕੀਤੀ ਹੈ। ਉੱਥੇ ਆਂਢੀ ਗਵਾਂਢੀ ਸਾਰਿਆਂ ਨਾਲ ਇਸੇ ਤਰੀਕੇ ਦਾ ਫਰੋਡ ਕੀਤਾ ਹੋਇਆ। ਸ਼ਾਮਲਾਟ ਦੀ ਜਗ੍ਹਾ ਤੱਕ ਦੀਆਂ ਰਜਿਸਟਰੀਆਂ ਕਰ ਦਿੱਤੀਆਂ ਜੀ ਇੱਥੇ। ਇਹ ਬੈਠੇ ਪਟਵਾਰੀ ਸਾਹਿਬ। ਸ਼ਾਮਲਾਟ ਦੀ ਜਗ੍ਹਾ ਦੀ ਜਿਹੜੀ ਸ਼ਾਮਲਾਟ ਦੀ ਜਗ੍ਹਾ ਜਿਹੜੀ ਵਿਕ ਨਹੀਂ ਸਕਦੀ, ਉਹਦੀ ਫਰਦ ਮੈਨੂੰ ਜਿਹੜੀ ਇਹ ਕਹਿੰਦੇ ਆ ਸ਼ਾਮਲਾਟ ਦੀ ਜਗ੍ਹਾ, ਉਹਦੀ ਫਰਦ ਦਿਖਾਓਗੇ? ਹਾਂਜੀ ਇਹ ਨੰਬਰ ਦੀਆਂ ਸ਼ਾਮਲਾਟ ਨੂੰ ਰਜਿਸਟਰੀਆਂ ਹੋਈਆਂ ਨੇ। ਸ਼ਾਮਲਾਟ ਦੀ ਤਾਂ ਪਈ ਹੈ।
ਨਹੀਂ ਜੀ, ਆ ਜਿਹੜਾ ਤੁਹਾਨੂੰ ਆ ਨੰਬਰ ਜਿਹੜੇ ਮੈਂ ਤੁਹਾਨੂੰ ਆ ਦਿਖਾ ਰਿਹਾ ਨਾ, ਬਿਆਨੇ 'ਚ ਲਿਖੇ ਨੇ ਮੇਰੇ ਕੋ, ਇਹ ਨੰਬਰ ਕਢਾਓ ਵੀ ਇਹ ਨੰਬਰ ਕਿੱਥੇ ਕਿੱਥੇ ਬੋਲਦੇ ਨੇ, ਫਿਰ ਪਤਾ ਲੱਗੇਗਾ ਵੀ ਇਹ ਕਿੱਥੇ ਕਿੱਥੇ ਇਹਨਾਂ ਰਜਿਸਟਰੀਆਂ ਸ਼ਾਮਲਾਟ ਨੂੰ ਕੀਤੀਆਂ ਨੇ। ਬਿਆਨੇ ਚ ਲੱਗ, ਪਹਿਲੀ ਰਜਿਸਟਰੀ ਚ ਲੱਗ, ਕਿਉਂਕਿ ਜਿਹੜਾ ਬਿਆਨਾ ਮੇਰੇ ਕੋ ਆ ਹੈ ਨਾ, ਇਹ ਫਰਦਾਂ ਨੇ ਉਹਨਾਂ ਚ ਅਲੱਗ, ਸਾਰਿਆਂ ਚ ਨੰਬਰ ਲੱਗ ਲੱਗ, ਮਤਲਬ ਜਿਵੇਂ ਇੱਕ ਜਾਲੀ ਕੰਮ ਕਰਦੇ ਹੁੰਦੇ ਨਾ, ਉਸ ਤਰੀਕੇ ਨਾਲ ਇਹ ਕੰਮ ਕੀਤਾ ਗਿਆ। ਹੁਣ ਇਹ ਸਿੱਧੇ ਕਰਨਗੇ ਕਿਉਂਕਿ ਆ ਤੁਹਾਨੂੰ ਪਤਾ ਦੇਖੋ ਜੀ, ਆ ਇਹਦੇ ਤੋਂ ਇਹ ਪਟਵਾਰੀ ਸਾਹਿਬ ਦੱਸਣਗੇ ਵੀ ਆਹ ਨੰਬਰ ਕਿੱਥੇ ਕਿੱਥੇ ਬੋਲਦੇ ਨੇ। ਇਹ ਸ਼ਾਮਲਾਟ ਨੂੰ ਨੰਬਰ ਪਾ ਕੇ ਰਜਿਸਟਰੀ ਕੀਤੀ ਹੈ ਇਹਦੇ ਇਹ ਨੰਬਰਾਂ ਤੇ ਨਹੀਂ, ਇਹਦੇ ਵਿੱਚ ਸ਼ਾਮਲਾਟ ਦੇ ਨੰਬਰ ਪਾਤੇ। ਆ ਜਿਹੜੀ ਹੈ ਨਾ ਜੀ ਅਸਲੀ ਜਗ੍ਹਾ ਹੈ ਜਿੱਥੇ ਮੈਂ ਰਹਿਣਾ ਜੇ, ਇਹਦੇ ਜਿਹੜੇ ਨੰਬਰ ਨੇ ਸ਼ਾਮਲਾਟ ਨੂੰ ਰਜਿਸਟਰੀ ਕਰਤੀਆਂ। ਇਹ ਨੰਬਰ ਇਹਦੇ ਕੋਲ ਇੱਥੇ ਖਤਮ ਹੋ ਗਏ ਰਜਿਸਟਰੀਆਂ ਕਰਕੇ ਸ਼ਾਮਲਾਟ ਨੂੰ, ਕਿਉਂਕਿ ਸ਼ਾਮਲਾਟ ਦੀ ਰਜਿਸਟਰੀ ਬੰਦ ਸੀ, ਹੁੰਦੀ ਨਹੀਂ। ਫਿਰ ਉਸ ਤੋਂ ਬਾਅਦ ਸਾਨੂੰ ਨੰਬਰ ਇਹਨੇ ਇੱਧਰ ਉੱਧਰੋਂ ਇਕੱਠੇ ਕਰਕੇ ਰਜਿਸਟਰੀਆਂ ਕਰਤੀਆਂ। ਗਲਤ ਮਤਲਬ ਇਹ ਨੰਬਰ ਦਾ ਪਟਵਾਰੀ ਸਾਹਿਬ ਦੱਸਣਗੇ ਨਾ ਵੀ ਇਹ ਕਿਹੜੀ ਕਿਹੜੇ ਰਕਬੇ ਨੂੰ ਇਹਨਾਂ ਰਜਿਸਟਰੀ ਸਾਈਨ ਕਰਕੇ ਦਿੱਤੇ ਨੇ ਸ਼ਾਮਲਾਟ 'ਚ, ਕਿੱਥੇ ਕਿੱਥੇ ਹੋਏ ਆ। ਇਹ 300 ਗਜ ਦੀ ਕਢਾਓ ਰਿਕਾਰਡ ਕਿੱਥੇ ਆ? ਪਟਵਾਰੀ ਸਾਹਿਬ ਇਹ ਤਾਂ 300 ਗਜ ਦਾ ਰਿਕਾਰਡ ਕੱਢੋ। ਇਹ 300 ਗਜ ਦੇ ਵਿੱਚ ਕਿੰਨੇ ਲੋਕਾਂ ਨੂੰ ਜਗ੍ਹਾ ਵਿਕੀ ਔਰ ਕਿੰਨੇ ਵਾਰੀ 300 ਗਜ ਵਿਕੀ? ਦੇ ਇੱਕ ਹੀ ਰਜਿਸਟਰੀ ਹੋਏਗੀ ਨਾ, ਇੱਕ ਹੀ ਮਾਲਕ ਦੇ ਨਾਂ ਤੇ ਸੀ। ਨੋਟ ਕਰੀ ਆ ਨਾ ਜੀ, ਉਹਦੇ 'ਚ ਮੇਰੇ ਇੰਤਕਾਲ ਨੰਬਰ ਮੈਂਸ਼ਨ ਕਰੇ ਹੋਏ ਨੇ, ਮੈਂ ਉਹੀ ਨੋਟ ਕਰ ਲਿਆ। 1500 ਰੁਪਏ ਕਾਹਦਾ ਲਿਆ ਜੀ? ਤੁਹਾਨੂੰ ਮੈਂ ਉਸ ਦਿਨ ਕਹਿ ਕੇ ਗਈ ਸੀ ਨਾ ਪਟਵਾਰੀ ਸਾਹਿਬ। ਹਾਂਜੀ ਮੈਡਮ, ਤੁਹਾਨੂੰ ਮੈਂ ਕਹਿ ਕੇ ਗਈ ਸੀ ਨਾ ਇੰਤਕਾਲ ਦੇ ਫਰਦ ਦੇ ਨੰਬਰ ਦੇ ਜਿਹੜੇ ਵੀ ਜੋ ਵੀ ਹੈ ਇੱਥੇ ਸਾਰਾ ਲਾਓ, ਬੈਨਰ ਲਾਓ। ਕਿਉਂ ਨਹੀਂ ਲਾਇਆ? ਤੁਹਾਨੂੰ ਕਹਿ ਕੇ ਗਈ ਸੀ ਨਾ ਜੀ ਜੀ ਵੀ ਇੱਥੇ ਬੈਨਰ ਲਾਓ। ਉਦੋਂ ਤੁਸੀਂ ਮੇਰਾ ਬੈਨਰ ਲੱਗਿਆ ਵੀ ਇੱਥੇ ਫਾੜਤਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਸ਼ਮੀਰਾ ਸਿੰਘ ਜੀ ਕਿੱਥੇ ਹੋ? ਨਹੀਂ, ਡੈਸਕ ਦੀ ਪ੍ਰੋਬਲਮ ਇੱਥੇ ਤੁਸੀਂ ਕਈਆਂ ਨੂੰ ਕੀਤੀ ਪਈ ਹੈ ਜੀ। ਇੱਥੇ ਜਿਹੜੀ ਤੁਸੀਂ 300 ਗਜ ਜਗ੍ਹਾ ਵੇਚੀ ਹੈ, 50 ਗਜ ਦੇ ਮਕਾਨ ਵੇਚੇ ਆ, ਕਦੀ ਉਹ 25 ਗਜ ਦਾ ਹੋ ਜਾਂਦਾ, ਕਦੇ 50 ਗਜ ਦਾ ਹੋ ਜਾਂਦਾ, ਕਦੇ ਉਹਦੀਆਂ ਰਜਿਸਟਰੀਆਂ 3 ਹੋ ਜਾਂਦੀਆਂ। ਗਿੱਲ ਕਲੋਨੀ ਦੀਆਂ, ਬਸੰਤ ਨਗਰ ਦੀਆਂ ਜੀ, ਦਿਲਬਾਗ ਸਿੰਘ ਦੇ ਨਾਂ ਤੇ, ਪਹਿਲਾਂ ਉਹਦੀ ਵਾਈਫ ਦੇ ਨਾਂ ਤੇ ਆ, ਸੁਨੀਤਾ ਦੇ ਨਾਂ ਤੇ ਆ, ਫਿਰ ਉਹ ਦਿਲਬਾਗ ਸਿੰਘ ਦੇ ਨਾਂ ਤੇ ਹੋ ਗਈ। ਕਦੇ ਜਗ੍ਹਾ 50 ਗਜ ਬਣ ਜਾਂਦੀ ਆ, ਕਦੇ 25 ਗਜ ਬਣ ਜਾਂਦੀ ਆ, ਕਦੇ ਉਹ ਰਜਿਸਟਰੀ ਸ਼ਾਮਲਾਟ ਨੂੰ ਹੋ ਜਾਂਦੀ ਆ। ਇਹ ਕਿੱਦਾਂ ਕਰਦੇ ਹੋ ਜੀ ਤੁਸੀਂ? ਇੱਕ ਮਿੰਟ ਗੱਲ ਤਾਂ ਸੁਣ ਲਓ। ਜਦੋਂ ਰਜਿਸਟਰੀ ਕਰਾਈ ਉਦੋਂ 50 ਗਜ ਤੇ ਰਜਿਸਟਰੀ ਕਰਾਈ ਆ। ਠੀਕ ਆ, ਤਾਂ ਉਹ ਤੋਂ ਬਾਅਦ ਹੁਣ ਮੈਨੂੰ ਪਤਾ ਕੀ ਹੈ ਕਿ ਇਹਦੇ ਤੇ 3-4 ਸਾਲ ਹੋਏ ਕਰਾਇਆ ਵੀ। ਨਹੀਂ, ਤੁਹਾਨੂੰ ਤਾਂ ਤੁਸੀਂ ਕਹਿੰਦੇ ਹੋ ਮੈਨੂੰ ਪਤਾ ਨਹੀਂ, ਤੁਸੀਂ ਤਾਂ ਕੱਲੀ ਕੱਲੀ ਗੱਲ ਬੋਲੋਗੇ ਜੀ, ਤੁਹਾਨੂੰ ਸਾਰੀ ਚੀਜ਼ ਦਾ ਪਤਾ ਲੱਗੂਗਾ ਜੀ। ਇਹ ਵੇਚੀ ਤਾਂ ਤੁਸੀਂ ਆ ਨਾ 3 ਵਾਰੀ ਤੁਸੀਂ ਇਹਦੇ ਕੋਲ 50 ਗਜ ਵੇਚੀ ਇਹਨੂੰ ਦਿਲਬਾਗ ਸਿੰਘ ਨੂੰ, ਤੇ 50 ਗਜ ਹੁਣ ਇਹਦੀ ਪੂਰੀ ਕੋ ਨਹੀਂ ਹੁੰਦੀ, ਫਰਦ ਚ 25 ਗਜ ਰਹਿ ਗਈ ਜੀ। ਇੱਕ ਮਿੰਟ ਗੱਲ ਸੁਣਾ ਨਾ, ਜਦੋਂ ਰਜਿਸਟਰੀ ਕਰਾਈ ਤੁਸੀਂ ਉਹ ਵੇਖੋ ਫਰਦ ਵਿੱਚ ਇਹਨਾਂ ਨੇ 50 ਗਜ ਦੀ ਰਜਿਸਟਰੀ ਜੇ ਪਟਵਾਰੀ ਨੇ ਕੀਤੀ ਆ ਤੇ 50 ਗਜ ਪੂਰੀ ਤਾਂ ਹੀ ਰਜਿਸਟਰੀ ਕੀਤੀ ਆ। ਨਹੀਂ, ਫਿਰ ਉਹਦੇ ਘਰ ਵਾਲੇ ਦੇ ਨਾਂ ਤੇ ਦੁਬਾਰਾ ਰਜਿਸਟਰੀ ਕਿਉਂ ਕੀਤੀ ਜੀ? ਪਹਿਲੀ ਤੁਸੀਂ ਵਾਪਸ ਲੈ ਕੇ ਇਹਨਾਂ ਨੇ ਕਰਾਈ ਆ ਜੋ ਵੀ ਕਰਾਇਆ ਵਾ। ਇਹਨਾਂ ਨੂੰ ਕੀ ਜ਼ਰੂਰਤ ਪਈ ਸੀ ਜੀ? ਮੇਰੇ ਕੋਲੇ ਖੜੇ ਜੀ। ਪੁੱਛੋ ਮੁੰਡੇ ਨੂੰ ਦਿਲਬਾਗ ਤੋਂ ਪੁੱਛੋ ਵੀ ਇਹਨੇ ਕਰਾਈ ਆ। ਦੱਸੋ ਜੀ, ਬੋਲੋ ਜੀ। ਇਹਨਾਂ ਨੇ ਜੀ ਨੰਬਰ ਗਲਤ ਪਾ ਕੇ ਦਿੱਤੇ ਆ। ਇਹ ਤਾਂ ਹੁਣ ਗਲਤ ਨੰਬਰ ਹੋ ਗਿਆ। ਹਾਂਜੀ, ਪਹਿਲਾਂ ਕਿੱਥੇ ਗਿਆ ਸੀ ਗਲਤ ਨੰਬਰ ਵਾਲਾ? ਆ ਦਰਖਾਸਤਾਂ ਦਿੱਤੀਆਂ ਨੇ ਜੀ ਮੈਂ। ਇਹਦੀਆਂ ਇਹ 2014 ਤੋਂ ਘੁੰਮ ਰਿਹਾ ਜੀ ਤੁਹਾਡੇ ਚੱਕਰਾਂ 'ਚ। ਉਹ ਮੈਂ ਇਹ ਚੱਕਰਾਂ 'ਚ ਮੈਨੂੰ ਤਾਂ ਦੱਸਦਾ ਪਿਆ ਕਿ ਅਗਰ ਰਜਿਸਟਰੀ ਕਰਾਈ ਆ 50 ਗਜ ਦੀ, ਆਪਾਂ 50 ਗਜ ਦੀ ਪੂਰੀ ਕਰਾਤੀ। ਹੁਣ ਮੈਨੂੰ ਨਹੀਂ ਪਤਾ ਇਹਦੇ ਬਾਅਦ ਕੀ ਆ, ਕਿੰਨੇ ਸਾਲ ਹੋ ਗਏ ਆ ਜੀ। ਨਹੀਂ, ਪਤਾ ਤਾਂ ਤੁਹਾਨੂੰ ਸਾਰਾ ਹੋ ਜਾਣਾ ਜੀ, ਇਦਾਂ ਦੀ ਤਾਂ ਨਹੀਂ ਗੱਲ। ਤੁਸੀਂ ਕਹੋਗੇ ਸਾਨੂੰ ਤੁਹਾਨੂੰ ਪਤਾ ਨਹੀਂ, ਤੁਸੀਂ ਆਪਣੀ ਇੱਕ ਪ੍ਰਾਪਰਟੀ ਵੇਚੀ ਹੈ, ਤੁਹਾਨੂੰ ਪਤਾ ਨਹੀਂ? ਨਹੀਂ, ਮੈਂ ਤਾਂ ਤੁਹਾਨੂੰ ਦੱਸਦਾ ਵੀ 50 ਗਜ ਦੀ ਰਜਿਸਟਰੀ ਕਰਾਈ, 50 ਗਜ ਨੂੰ ਇਹਦਾ ਤੇ 25 ਦੀ ਵੀ ਦੁਬਾਰਾ ਰਜਿਸਟਰੀ ਤੁਸੀਂ ਹੋਈ ਕਰਾਈ ਹੈ? ਨਹੀਂ ਹੈਗਾ ਇਹਦਾ। 25 ਦੀ ਰਜਿਸਟਰੀ ਵੀ ਤੁਸੀਂ ਹੋਈ ਕਰਾਈ ਹੈ? ਨਹੀਂ, ਮੈਂ ਕੁਝ ਨਹੀਂ ਕਰਾਇਆ, 50 ਗਜ ਦੀ ਰਜਿਸਟਰੀ ਕਰਾਈ। ਇਹਦੇ ਕੋਲ ਰਜਿਸਟਰੀ ਪਈ ਹੈ ਨਾਲੇ। ਤੁਹਾਡਾ 300 ਗਜ ਦਾ ਰਿਕਾਰਡ ਅਸੀਂ ਖੋਲਣ ਲੱਗੇ ਆ, ਕਿੰਨੀ ਜਗ੍ਹਾ ਵੇਚਿਆ, ਕਿੰਨੇ ਲੋਕਾਂ ਨੂੰ ਕੋਈ ਨਹੀਂ, ਵੇਚਿਆ। ਖੋਲ ਲੋ, ਕੋਈ ਗੱਲ ਨਹੀਂ। ਠੀਕ ਹੈ ਜੀ, ਹਾਂ, ਜੋ ਬਣਦੀ ਹੋਈ ਕਾਰਵਾਈ ਜ਼ਰੂਰ ਹੋਏਗੀ। ਨਹੀਂ ਕੋਈ ਗੱਲ, ਆਪਣੇ ਹੈ ਹੀ ਜਗ੍ਹਾ ਠੀਕ ਆ ਤੇ ਫਿਰ ਕੀ ਹੈ। ਕੋਈ ਗੱਲ ਨਹੀਂ ਜੀ। ਹਾਂ ਜੀ, ਬਣਾਉਣੇ ਆ ਤਾਂ ਬਣਦੇ ਨੇ 355 ਗਜ। ਆ ਦਈ ਇੱਕ ਮਿੰਟ, 355 ਗਜ ਬਣਦੇ ਨੇ ਜੀ। 1 2 3 4 5 6 7 ਮੈਡਮ ਟੋਟਲ 7 ਇੰਤਕਾਲੇ ਨੇ ਸੇਲ ਕਰੇ ਨੇ ਇਹਨਾਂ ਨੇ। ਆ ਅਵਤਾਰ ਕੌਰ, ਅਵਤਾਰ ਸਿੰਘ, ਗਰਮੀਤ ਸਿੰਘ, ਕੁਲਵਿੰਦਰ ਸਿੰਘ, ਇਹਨਾਂ ਨੇ ਬੇਟੇ ਸੁਖਦੇਵ ਸਿੰਘ ਨੇ। ਇਹਨਾਂ ਨੇ 7 ਇੰਤਕਾਲਾਂ ਤੇ ਸੇਲ ਕਰਿਆ ਜੀ ਰਕਬਾ। ਜਿਹੜਾ 7 ਇੰਤਕਾਲਾਂ ਤੇ ਸੇਲ ਕਰਿਆ, ਆਖਰੀ ਇੰਤਕਾਲ ਇਹਨਾਂ ਨੇ 29/7/91 ਕਰਾਇਆ। ਉਹਦੇ ਤੇ ਇਹਨਾਂ ਨੇ 3.5 ਹਿੱਸੇ ਸੇਲ ਕਰੇ ਨੇ। ਟੋਟਲ ਜਦੋਂ ਲਾਉਨੇ ਆ ਜੀ 43.5 ਬਣਦੇ ਨੇ। ਇਹਨਾਂ ਕੋਲ ਸੀਗੇ ਟੋਟਲ 47 ਹਿੱਸੇ।
ਵੇਚ ਕੇ ਕਿੰਨੇ ਜੀ 43.5, ਰਹਿ ਕਿੰਨੇ ਗਏ ਜੀ 3.5। ਸਾਢੇ 3 ਹਿੱਸੇ ਆ ਜਿਹੜੇ ਜੀ ਇਸ ਟਾਈਮ ਇਹਦੇ ਬੈਲੈਂਸ ਬਚਦੇ ਨੇ। 3.5 ਹਿੱਸੇ ਦਾ ਇਹਨਾਂ ਦਾ ਇੰਤਕਾਲ ਹੋ ਸਕਦਾ। 3.5 ਕਿੰਨੀ 25 ਗਜ ਬਣ ਗਏ ਜੀ। ਤੇ ਹੁਣ ਇਹਦਾ ਜਿਹੜੀ 50 ਗਜ ਦਾ ਲਿਆ ਹੋਇਆ ਮਕਾਨ 25 ਗਜ ਦਾ ਰਹਿ ਗਿਆ, ਪੇਪਰਾਂ 'ਚ ਇਹੀ ਹੋਇਆ ਨਾ। ਹਾਂ ਮੈਡਮ ਬਿਲਕੁਲ। ਵੱਧ ਰਕਬਾ ਸੇਲ ਕੀਤਾ। ਟੋਟਲ ਤਾਂ ਜਦ ਮੈਡਮ 47 ਹਿੱਸੇ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਰਜਿਸਟਰੀਆਂ ਕਰਾਈਆਂ ਨੇ। ਤੁਹਾਨੂੰ ਰਜਿਸਟਰੀਆਂ ਅਮਰਜੀਤ ਨੇ ਕਰਵਾਈਆਂ? ਨਹੀਂ, ਇਹੀ ਕਸ਼ਮੀਰਾ ਸਿੰਘ ਤੋਂ ਲਈ ਹੈ ਜੀ। ਮੈਡਮ ਸੇਲ ਕਰਨ ਵਾਲੇ ਅਮਰਜੀਤ ਸਿੰਘ ਹੁਣੀ ਨੇ। ਭਾਈ ਸਾਹਿਬ ਆਹ ਫੜੋ ਰਜਿਸਟਰੀ, ਆ ਪਿੱਛੇ ਫੋਟੋਆਂ ਵੀ ਲੱਗੀਆਂ ਨੇ, ਵੇਚਣ ਵਾਲੇ ਦਾ ਨਾਮ ਦੀ ਫੋਟੋ ਆ ਪੜ ਲਓ ਨਾ, ਅਮਰਜੀਤ ਕੌਰ ਆ ਚੱਕੋ ਅਮਰਜੀਤ ਕੌਰ, ਅਵਤਾਰ ਸਿੰਘ ਆ ਪਿਆ ਅਵਤਾਰ ਸਿੰਘ, ਆ ਪਿਆ ਗੁਰਮੀਤ ਸਿੰਘ। ਆ ਫਿਰ ਵਿੱਚੋਂ ਕਿੱਥੋਂ ਆ ਗਿਆ ਵੇਚਣ ਵਾਲਾ? ਇਹ ਬੰਦਾ ਕੌਣ ਆ? ਉਹ ਵੀਰੇ ਰਾਹੀਂ ਮੁਖਤਿਆਰੇ ਆ, ਮੈਂ ਪੜੋ ਤਾਂ ਸਹੀ। ਮੁਖਤਿਆਰਨਾਮਾ ਹੈਗਾ? ਹਾਂ ਵੇਚਣ ਵਾਲਾ ਹੀ ਹੋਇਆ। ਹਾਂ ਮੇਰੀ ਗੱਲ ਸੁਣੋ, ਅਗਰ ਮੁਖਤਿਆਰੇ ਆਮ ਆ ਤਾਂ ਇਹ ਟੋਟਲ ਚੀਜ਼ ਦਾ ਰਿਸਪੌਂਸਿਬਲ ਇਹ ਹੈ ਮੈਡਮ, ਟੋਟਲ ਚੀਜ਼ ਦਾ ਰਿਸਪੌਂਸਿਬਲ ਇਹ ਆ, ਮੈਂ ਮੰਨ ਗਿਆ। ਜਿਹੜਾ ਮੈਡਮ ਸਤਿ ਸ਼੍ਰੀ ਅਕਾਲ ਸਾਹਿਬ, ਬੈਠੋ ਜੀ। ਜਿਹੜਾ ਮੈਡਮ ਰਕਬਾ ਸੇਲ ਹੋਇਆ ਨਾ ਜੀ ਮੇਰੇ ਰਿਕਾਰਡ ਮੁਤਾਬਕ, ਉਹ ਅਮਰਜੀਤ ਕੌਰ ਆਦ ਤੋਂ ਹੋਇਆ ਵਾ। ਉਹਦੇ ਕੋਲੇ ਟੋਟਲ 47 ਹਿੱਸੇ ਸੀਗੇ। ਮੈਡਮ ਉਹਨੇ ਤਾਂ ਮੁਖਤਿਆਰਨਾਮਾ ਦਿੱਤਾ ਨਾ ਜੀ। ਸਾਰੀਆਂ ਚੀਜ਼ਾਂ ਠੀਕ ਆ। ਆ ਜਿਹੜੀ 25 ਗਜ ਜਗ੍ਹਾ ਬਚੀ ਹੈ ਉਹ ਕਿਸ ਖਾਤੇ ਦੀ ਆ? ਆ ਨੰਬਰ 25 ਗਜ ਜੇ ਤੁਸੀਂ ਕਹਿੰਦੇ 25 ਗਜ ਜਗ੍ਹਾ ਬਚਦੀ ਆ, 50 ਗਜ ਜਗ੍ਹਾ ਕਿੱਥੋਂ ਆ ਗਈ ਫਿਰ? ਉਹ ਵੀਰੇ ਤੁਹਾਨੂੰ ਦੱਸੀ ਜਾ ਰਹੇ ਆ, ਮੈਂ 47 ਹਿੱਸੇ ਟੋਟਲ ਸੀਗੇ, ਸੇਲ ਕਰਤੇ 43.5 ਹਿੱਸੇ, 3.5 ਪਿੱਛੇ ਬਚ ਗਏ। ਇਹ ਪਹਿਲੀ ਗੱਲ ਤਾਂ ਇਹ ਬੰਦੇ ਆ ਜਿਹੜੇ ਇਹਨਾਂ ਨੇ ਜਗ੍ਹਾ ਲਈ 50 ਗਜ, ਠੀਕ ਹੈ। ਇਹ ਅਮਰਜੀਤ ਨੇ ਇਹਨਾਂ ਨੂੰ ਜਗ੍ਹਾ ਵੇਚੀ, ਮਤਲਬ ਉਹਦੇ ਤੋਂ ਅਮਰਜੀਤ ਦੀ ਜਗ੍ਹਾ ਤੋਂ ਮੁਖਤਿਆਰ ਆਮ ਜਿਹੜਾ ਉਹਨੇ ਲੈ ਲਿਆ ਆਪਣੇ ਨੇ ਕਸ਼ਮੀਰੇ ਨੇ, ਠੀਕ ਹੈ। ਜਿੱਦਾਂ ਹੁੰਦਾ ਵੀ ਮੁਖਤਿਆਰਨਾਮਾ ਲੈ ਲਿਆ, ਅੱਗੇ ਰਜਿਸਟਰੀਆਂ ਕਰਾਈ ਜਾਂਦੇ ਆ। ਹੁਣ ਰਜਿਸਟਰੀਆਂ ਦੇ ਵਿੱਚ ਜਿਹੜਾ ਟੋਟਲ ਰਕਬਾ ਕਿੰਨਾ? ਇਹਦੇ ਕੋਲ ਸਰ ਟੋਟਲ 47 ਹਿੱਸੇ ਸੀਗੇ। ਆ ਬੰਦਿਆਂ ਕੋਲੇ ਅਮਰਜੀਤ ਕੌਰ, ਅਵਤਾਰ, ਗੁਰਮੀਤ ਤੇ ਕੁਲਵਿੰਦਰ ਕੋਲੇ, ਇਹਨਾਂ ਕੋਲ ਸੀਗੇ 47 ਹਿੱਸੇ, ਠੀਕ ਹੈ ਜੀ। ਇਹਨਾਂ ਨੇ ਆ ਟੋਟਲ 7 ਇੰਤਕਾਲ ਨੇ ਜੀ, ਉਹਨਾਂ ਤੇ 43.5 ਸੇਲ ਕਰਤੇ। ਬੈਲੈਂਸ ਕਿੰਨਾ ਬਚ ਗਿਆ ਸਰ? 3.5, ਠੀਕ ਹੈ ਜੀ। ਜਿਹੜੀ ਇਹਨਾਂ ਨੂੰ ਨਕਲ ਇਸ਼ੂ ਹੋਈ, ਉਹ ਨਕਲ ਇਸ਼ੂ ਹੋਈ 6.5 ਹਿੱਸਿਆਂ ਦੀ, ਠੀਕ ਹੈ ਜੀ, ਮਤਲਬ 50 ਗਜ ਦੀ। ਰਕਬਾ ਉਹਦੇ ਕੋਲ ਬਣਦਾ ਸੀਗਾ ਸਾਰਾ ਹੀ 25 ਗਜ। ਅੱਛਾ, ਇਹਦੇ ਵਿੱਚ ਵੀ ਦੋ ਚੀਜ਼ਾਂ ਹੋਈਆਂ। ਪਹਿਲਾਂ ਤਾਂ ਇਹਦੀ ਵਾਈਫ ਦੇ ਨਾਂ ਤੇ 50 ਗਜ ਦਾ ਮਕਾਨ ਕਰਤਾ, ਸੁਨੀਤਾ ਰਾਣੀ ਦੇ ਨਾਂ ਤੇ, ਠੀਕ ਹੈ। ਜਦੋਂ ਇਹਨੇ ਜਾ ਕੇ ਪੁੱਛਿਆ ਹੋਣਾ ਝੋਲ ਮੋਲ ਜੋ ਵੀ ਇਹਨੂੰ ਕਲੀਅਰ ਹੋਈ, ਜਦੋਂ ਇਹ ਸੁਨੀਤਾ ਰਾਣੀ ਦੇ ਨਾਂ ਤੇ ਉਹਦੇ ਨਾਲ ਕਸ਼ਮੀਰੇ ਨਾਲ ਗੱਲ ਕੀਤੀ, ਫਿਰ ਉਹਨਾਂ ਨੇ ਉਹ ਰਜਿਸਟਰੀ ਤੋਂ ਵਾਪਸ ਲੈ ਕੇ ਇੱਕ ਹੋਰ ਕਰਤੀ। ਹੁਣ ਕਰਨ ਤੋਂ ਬਾਅਦ ਜਦੋਂ ਹੁਣ ਇਹ ਫਰਦ ਤੇ ਗੱਲ ਆਉਂਦੀ ਆ, ਫਰਦ ਇਹਨਾਂ ਕੋਲੇ 50 ਗਜ ਦੀ ਰਜਿਸਟਰੀ ਆ, ਫਰਦ 25 ਗਜ ਦੀ ਆ। ਤੇ ਇਹਦੇ ਤੇ ਜਿਹੜੀ ਬਣਦੀ ਕਾਰਵਾਈ ਆ, ਜਿਹੜਾ ਵੀ ਬੰਦਾ ਇਹਦੇ ਵਿੱਚ ਜ਼ਿੰਮੇਵਾਰ ਆ, ਉਹ ਤੇ ਬਣਦੀ ਕਾਰਵਾਈ ਕਰਾਓ। ਠੀਕ ਹੈ। ਇਹਦੀ ਫਰਦ ਕੀ ਤੇ ਪੜਾ ਸਰੀ ਫਰਦ ਇਹਦੀ ਤਾਂ ਜੀ ਇਹਦਾ ਮਤਲਬ ਸਾਰੇ ਜਿੰਨਾ ਕੱਲੇ ਬੰਦੇ ਦੀ ਫਰਦ ਕੀ ਤੇ ਪੜਾ ਕਿੰਨੀ ਮਾਲਕੀ ਸਾਰੇ ਖਾਤੇ ਦੀ ਬਣਾਉਣੀ ਬਣਾ ਨਾ ਕੱਢ ਕੇ ਰਕਬਾ ਕੱਢੇਗਾ ਫੇਰ ਹੀ ਆ। ਇਨਵੋਲਵ ਨਹੀਂ, ਜਿਹੜਾ ਨੇ ਜਿਆਦਾ ਫਰਦ ਬਣਾ ਕੇ ਰਜਿਸਟਰੀ ਕਰਾਈ ਹੈ, ਇਹ ਚ ਤਹਿਸੀਲਦਾਰ ਵੀ ਇਨਵੋਲਵ ਆ ਜਿਹਨੇ ਰਜਿਸਟਰੀ ਕੀਤੀ ਆ। ਹੁਣ ਇਹ ਰਜਿਸਟਰੀ ਕਿਹਦੇ ਥਰੂ ਹੋਈ ਹੈ ਜੀ? ਇਹ 6 ਇੰਤਕਾਲ ਮਨਜ਼ੂਰ ਖੋਲੂਗਾ ਰਜਿਸਟਰ ਬਾਈ ਦਾ 3.5 ਸਾਲ ਨਾਲ ਬਣ ਗਿਆ 25 ਦਰਜ ਹੋਇਆ ਵਾ ਇਹਨਾਂ ਦਾ। ਹਾਂ, 3.5 ਮਰਲੇ ਦਾ ਇਹਨਾਂ ਦਾ ਇੰਤਕਾਲ ਦਰਜ ਹੋਇਆ ਵਾ। ਇਹਨਾਂ ਨੂੰ ਇਹ ਗੱਲ ਕਹਿਤੀ ਸੀਗੀ ਵੀ ਤੁਹਾਡੀ ਰਜਿਸਟਰੀ 50 ਗਜ ਦੀ ਓਕੇ, 3.5 ਮਰਲੇ ਦਾ ਇੰਤਕਾਲ ਦਰਜ ਆ, ਜੇ ਤੁਸੀਂ ਉਹਨੂੰ ਪ੍ਰਵਾਨ ਕਰਾਉਣਾ ਤਾਂ ਇੱਕ ਐਫੀਡੇਵਿਟ ਦਿਓ ਵੀ ਸਾਡਾ ਇੰਨੇ ਗਜ ਘੱਟ ਜੂਨਾ ਮਸਲਾ ਤਾਂ ਇਹੀ ਹੈ ਨਾ, ਇਸ ਕਰਕੇ ਰੋਂਦਾ, ਕਹਿੰਦਾ ਵੀ ਮੇਰਾ ਰਕਬਾ ਘੱਟ ਜੂਗਾ। ਜੇ ਇਹਦਾ ਰਕਬਾ ਘੱਟ ਜੂ ਫਿਰ ਆਪਾਂ ਮਤਲਬ ਕਰੇ ਉਹਦੀ ਫਰਦ ਕੀ ਤੇ ਪੜਾ ਸਾਰੀ ਦੀ ਕੱਲਾ ਕੱਢ ਦੁਬਾਰਾ ਮੈਨੂੰ ਚੈੱਕ ਕਰਾ ਦੇਖ ਦਿੰਦੇ ਆ, ਫਿਰ ਜੋ ਹੋਊਗਾ ਆਪਾਂ ਸਹੀ ਆਪਾਂ ਦੱਸਦਾ। ਠੀਕ ਹੈ, ਉਹ ਕਰੋ। ਬਾਕੀ ਜਿਹੜੇ ਬੰਦੇ ਨੇ ਬਾਕੀ ਜਿਹੜਾ ਕਸ਼ਮੀਰੇ ਦੇ ਨਾਂ ਤੇ ਉਹਦੀ ਰਿਪੋਰਟ ਕਰੋ ਤੇ ਪਰਚਾ ਦਰਜ ਕਰਾਓ। ਜੇ ਕਿਨੇ ਵੱਧ ਵੇਚਿਆ ਯਾਰ, ਜੇ ਕੋਈ ਵੱਧ ਵੇਚ ਗਿਆ, ਜੇ ਕਿਨੇ ਦੂਜੀ ਵੱਧ ਕੀਤੀ ਆ, ਉਹਦੀ ਰਿਪੋਰਟ ਬਣਾ ਦਿੰਦੇ ਆ। ਉਹ ਦੱਸੋ ਨਾ ਰਿਪੋਰਟ ਕਰੀ ਕੀ ਹੈ? ਹੁਣ ਤਾਂ ਇੱਥੇ ਦੇਖੋ ਸੀਐਮ ਸਾਹਿਬ ਤਾਂ ਬੈਠੇ ਨੇ ਚੰਡੀਗੜ੍ਹ, ਉੱਥੇ ਉਹਨਾਂ ਨੂੰ ਕੀ ਪਤਾ ਕੀ ਹੈਗਾ ਵਾ। ਇੱਥੇ ਮੈਡਮ ਬੈਠੇ, ਮੈਡਮ ਨੂੰ ਪੂਰਾ ਮੈਟਰ ਦਾ ਪਤਾ ਲੱਗ ਚੁੱਕਾ ਹੈ। ਮੈਡਮ ਨੂੰ ਦਿਖਾਓ ਕੀ ਰਿਪੋਰਟ ਬਣਾ ਕੇ ਭੇਜੀ ਹੈ। ਮੈਡਮ ਆਹ ਰਿਪੋਰਟ ਬਣਾ ਕੇ ਭੇਜੀ ਹੋਈ ਹੈ ਜੀ, ਇਹਦੀ ਤੁਹਾਨੂੰ ਨਾ ਮੈਂ ਪ੍ਰਿੰਟ ਕਢਵਾ ਦਿੰਦਾ। ਆ 1500 ਰੁਪਏ ਇਹਨਾਂ ਨੇ ਦਿੱਤਾ, ਇਹਨੂੰ ਹੀ ਦਿੱਤਾ ਜੀ। ਨੇ ਹੁਣ ਨਹੀਂ ਦਿੱਤਾ ਜੀ ਇਹਨਾਂ ਨੂੰ, ਆ ਚਲੋ ਦਿੱਤਾ ਨਾ, ਦਿੱਤਾ ਤਾਂ ਹੈ, ਪਹਿਲਾਂ ਦਿੱਤਾ। ਸੱਚ ਬੋਲ ਰਹੇ ਹੋ ਨਾ, ਦਿੱਤਾ ਨਾ, ਬਸ ਠੀਕ ਹੈ। 15 ਜਦੋਂ 15 ਸਾਲ ਦਾ ਰਿਕਾਰਡ ਕਢਾਇਆ। ਕਦੋਂ ਕਢਾਇਆ?
ਆ ਤਰੀਕ ਹੈ ਜੀ, ਇਹਦੇ ਉੱਤੇ ਸਾਰੀ ਲਿਖੀ ਹੋਈ ਹੈ। ਜਦ ਮਰਜ਼ੀ ਦੇ ਲੈ, ਮੂਹਰੇ ਬੈਠਾ ਉਹਨਾਂ ਅੰਦਰ ਤਾਂ ਉਹਨੇ ਦਿੰਦਾ ਯਾਰ ਤੂੰ। ਪਹਿਲਾਂ ਮੇਰੇ ਨਾਲ 3500 ਮੰਗਿਆ ਸੀ ਇਹਨਾਂ ਨੇ। ਤੁਸੀਂ ਹੁਣੇ ਕੀ ਕਹਿ ਰਹੇ ਦੁਬਾਰਾ? ਇਹਨਾਂ ਨੇ ਮੇਰੇ ਤੋਂ 2000 ਰੁਪਇਆ ਲਿਆ ਇੰਤਕਾਲ ਕਰਾਉਣ ਦਾ ਜੀ। ਹਾਂਜੀ 5-8 ਦਾ ਕਿਰਾਇਆ ਹੋਈ, ਅਜੇ ਤਾਈਂ ਇੰਤਕਾਲ ਨਹੀਂ ਮਿਲਿਆ। ਮੈਂ ਸਾਹਮਣੇ ਖੜਾ ਜੀ। ਇਹੀ ਹੈ ਜੀ, ਹਾਂਜੀ ਇਹੀ ਹੈ ਜੀ। ਅੱਜ ਇਹ ਲੜਕਾ ਵਾ ਜਿਹੜਾ ਇੱਥੇ ਨਜਾਇਜ਼ ਵਸੂਲੀ ਕਰਦਾ ਵਾ। ਇਹਦਾ ਨਾਮ ਪੁੱਛੋ ਬੱਚਿਆਂ ਨੂੰ। ਕੀ ਨਾਮ ਹੈ ਵੀਰ ਤੇਰਾ? ਪੰਮਾ ਵੀਰੇ, ਪਰਮਜੀਤ ਵੀਰੇ, ਪਰਮਜੀਤ ਸਿੰਘ ਵੀਰੇ। ਪਰਮਜੀਤ ਸਿੰਘ, ਕਿੱਥੇ ਰਹਿੰਦੇ ਹੋ? ਮੁੱਲਾਪੁਰ ਵੀਰੇ। ਮੁੱਲਾਪੁਰ? ਹਾਂਜੀ ਵੀਰੇ। ਮੁੱਲਾਪੁਰ ਤੋਂ ਇੱਥੇ ਆਉਂਦੇ ਹੋ ਹਾਂਜੀ ਵੀਰੇ। ਨਜਾਇਜ਼ ਵਸੂਲੀ ਕਰਨ ਵਾਸਤੇ? ਨਹੀਂ ਵੀਰੇ। ਆ ਤੁਹਾਡੇ ਸਾਹਮਣੇ ਲੋਕ ਦੋਸ਼ ਲਗਾ ਰਹੇ ਨੇ, ਇਹਨੇ ਪਾਗਲ ਨੇ। ਇੱਕ ਬੰਦਾ ਤੂੰ ਇਕੱਲਾ ਸੱਚਾ ਹੋ ਗਿਆ? ਨਹੀਂ ਲੈ ਵੀਰੇ ਕਿਸੇ ਤੋਂ ਵੀਰੇ, ਨਹੀਂ ਲੈ ਵੀਰੇ। ਭਾਜੀ ਐਫੀਡੇਵਿਟ ਦਿਓ ਤੁਸੀਂ। ਐਫੀਡੇਵਿਟ ਨਹੀਂ ਐਫੀਡੇਵਿਟ ਬਣਾਓ। ਆਪ ਨਾਮ ਹੈ ਬੰਦੇ ਦਾ, ਇਹਨੂੰ ਤੁਸੀਂ ਇੰਨੇ ਪੈਸੇ ਦਿੱਤੇ ਨੇ, ਦਿਓ ਮੈਡਮ ਨੂੰ। ਕਾਰਵਾਈ ਪੁਲਿਸ ਦੀ ਜਿਹੜੀ ਕਾਰਵਾਈ ਬਣਦੀ ਉਹ ਕਰਨਗੇ। ਚ ਖੜੇ ਹੋਏ ਆ, ਸੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਜਾ ਰਿਹਾ। ਪਟਵਾਰੀ ਸਾਹਿਬ ਜੋ ਚਾਰਜ ਛੱਡ ਰਹੇ ਨੇ, ਪਟਵਾਰੀ ਸਾਹਿਬ ਜਿਹੜੇ ਇੱਥੇ ਤੁਹਾਡੇ ਸ਼ਾਗਿਰਦ ਤੁਹਾਡਾ ਬੈਠਾ ਹੁੰਦਾ ਰਿੰਕਾ, ਉਹਨੂੰ ਫੋਨ ਕਰਕੇ ਬੁਲਾਓ। ਬੁਲਾ ਲੈਣਾ। ਹਾਲਾਂਕਿ ਉਹਨੂੰ ਕਿਹਾ ਗਿਆ ਸੀਗਾ ਇੱਥੋਂ ਦੀ ਭੱਜ ਨਾ, ਫਿਰ ਵੀ ਉਹ ਭੱਜਿਆ ਵਾ। ਕਿਤੇ ਨਾ ਕਿਤੇ ਉਹ ਮਨ ਦੇ ਵਿੱਚ ਚੋਰ ਹੈ, ਔਰ ਜਿਹੜੀ ਠੱਗੀ ਠੋਰੀ ਲੋਕਾਂ ਨਾਲ ਕੀਤੀ, ਉਹਦੀ ਪੋਲ ਨਾ ਖੁੱਲ ਜਾਵੇ ਇੱਥੋਂ, ਇਸ ਕਰਕੇ ਭੱਜ ਗਿਆ। ਮੈਂ ਬੁਲਾ ਲੈਣਾ ਵੀਰੇ। ਬੁਲਾਓ ਤਹਿਸੀਲਦਾਰ ਸਾਹਿਬ। ਚਲੋ ਹੁਣ ਆਪਾਂ ਔਨ ਕੈਮਰਾ ਗੱਲ ਕਰਦੇ ਹਾਂ। ਤੁਹਾਡੇ ਸਾਹਮਣੇ ਇੱਕ ਭ੍ਰਸ਼ਟਾਚਾਰ ਦਾ ਮੁੱਦਾ ਸਾਹਮਣੇ ਆ ਗਿਆ। ਪਟਵਾਰੀ ਨੇ ਇੱਥੇ ਪ੍ਰਾਈਵੇਟ ਮੁੰਡੇ ਰੱਖੇ ਹੋਏ ਨੇ, ਲੋਕ ਵੀ ਸਾਹਮਣੇ ਖੜੇ ਨੇ, ਜਿਹੜੇ ਪੈਸੇ ਵਸੂਲੇ ਜਾ ਰਹੇ ਨਜਾਇਜ਼, ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਹੀਂ ਰਖਵਾਏ ਪ੍ਰਾਈਵੇਟ ਮੁੰਡੇ, ਫਿਰ ਨਾਮ ਕਿੰਦਾ ਖਰਾਬ ਹੁੰਦਾ ਵਾ? ਉਹਨਾਂ ਨੂੰ ਕਹਿ ਦਿੱਤਾ ਜਿਹੜਾ ਉਹ ਸੀਗੀ ਫਰਦ। ਇਹਨਾਂ ਦੇ ਉੱਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ? ਇਹ ਚਾਹੀਦਾ ਲੈ ਰਹੇ ਆ, ਕੋਈ ਐਫੀਡੇਵਿਟ ਲਵਾਂਗੇ ਨਾ, ਉਹਨਾਂ ਕੋਲ ਬਿਆਨ ਲੈ ਲੈਣੇ ਆ, ਬਿਆਨ ਲੈ ਕੇ ਫਿਰ ਦੇਖਦੇ ਆ। ਸੋ ਸਵਾਲ ਸਾਡਾ ਇਹ ਹੈਗਾ ਵਾ, ਜਿਹੜੀਆਂ ਫਰਦਾਂ ਬਣਾਈਆਂ ਜਾਂਦੀਆਂ ਨੇ, ਉਹ ਫਰਦ ਕਿੰਨੇ ਦੀ ਹੈ, ਕਿੰਨੇ ਪੈਸੇ ਲੈਣੇ ਹੁੰਦੇ ਲੋਕਾਂ ਤੋਂ? ਇਹ ਪੇਜਾਂ ਦੇ ਹਿਸਾਬ ਨਾਲ ਇੱਕ ਪੇਜ ਦੇ ਕਿੰਨੇ ਪੈਸੇ? 20 ਰੁਪਏ। ਇੱਕ ਪੇਜ ਦੇ 20 ਰੁਪਏ ਤੁਸੀਂ ਕਹਿ ਰਹੇ ਹੋ, ਇੱਥੇ 200 ਰੁਪਈਆ ਲੋਕਾਂ ਤੋਂ ਵਸੂਲਿਆ ਜਾਂਦਾ। ਉਹ ਫਿਰ ਦੇਖੋ ਜੇ ਕਿਸੇ ਨੇ ਦਿੱਤੇ ਫਿਰ ਗਲਤ ਦਿੱਤੇ। ਕੋਈ ਗੱਲ ਨਹੀਂ, 20 ਰੁਪਏ ਉਹ ਕਿਸ ਖਾਤੇ ਜਾਣੇ ਹੁੰਦੇ? ਪਟਵਾਰੀ ਦੀ ਜੇਬ 'ਚ ਜਾਣੇ ਹੁੰਦੇ? ਤਾਂ ਸਰਕਾਰੀ ਖਾਤੇ। ਉਹ ਖਾਤਾ ਕਿੱਥੇ ਆ? ਇੱਥੇ ਇਹਨਾਂ ਕੋਲ ਰੋਜ਼ਾਨਾ ਚ ਉਹਦੇ ਵਿੱਚ ਬਹੁਤ ਵੱਡਾ ਭ੍ਰਸ਼ਟਾਚਾਰ ਹੈ। ਖਾਤਾ ਖਲਵਾਓ ਹੁਣੇ ਹੀ, ਤੁਹਾਨੂੰ ਪਤਾ ਲੱਗ ਜਾਊਗਾ। ਇਹਦੀ ਹੁਣ ਚੈਕਿੰਗ ਕਰਾ ਲੈਣੇ ਆਪਾਂ ਜੀ। ਹੁਣੇ ਸਰ, ਹੁਣੇ ਔਨ ਕੈਮਰਾ ਪਟਵਾਰੀ ਸਾਹਿਬ ਨੂੰ ਬੁਲਾਓ, ਫੀਸਾਂ ਵਾਲਾ ਰਜਿਸਟਰ ਮੰਗਾਓ। ਲੱਗਿਆ ਜੀ ਪਤਾ? ਇਹ ਹੈਗਾ ਸਭ ਤੋਂ ਵੱਡਾ ਭ੍ਰਸ਼ਟਾਚਾਰ। ਲਾਸਟ ਟਾਈਮ ਜਦੋਂ ਮੈਂ ਆਇਆ ਸੀਗਾ, ਇਹੀ ਪਟਵਾਰੀ ਸਾਹਿਬ ਸੀਗੇ ਜਿਨ੍ਹਾਂ ਦਾ ਕਹਿਣਾ ਸੀਗਾ ਪਿਛਲੇ ਪਟਵਾਰੀ ਸਾਹਿਬ ਫੀਸਾਂ ਪੇ ਨਹੀਂ ਕਰਕੇ ਗਏ ਪਿਛਲੇ 6 ਮਹੀਨੇ ਦੀਆਂ। ਦਸੰਬਰ ਤੋਂ ਪੈਂਡਿੰਗ ਸੀ। ਮੰਨਦੇ ਹੋ? ਰਿਕਾਰਡ ਵੀ ਨਹੀਂ ਚੜਾਏ, ਸਾਰੇ ਜੇਬ 'ਚ ਪਾ ਗਏ। ਮਤਲਬ ਸਰਕਾਰ ਦਾ ਪੈਸਾ, ਸਰਕਾਰ ਦੀ ਨੌਕਰੀ ਕਰਦੇ ਆ, ਸਰਕਾਰੀ ਤਨਖਾਹ ਲੈਂਦੇ ਆ, ਉਹ ਵੀ ਜੇਬ 'ਚ ਪਾਏ ਨੇ ਆਪਾਂ, ਪੈਸੇ ਵੀ ਜੇਬ 'ਚ ਪਾਏ ਨੇ ਲੋਕਾਂ ਤੋਂ। ਫਿਰ 200 ਰੁਪਏ ਲੈ ਕੇ ਉਹ ਵੀ ਜੇਬ 'ਚ ਪਾਏ ਨੇ ਆਪਾਂ। ਪੜਤਾਲ ਕਰਾ ਲੈਣੇ ਕੀ ਗੱਲ ਹੈਗੀ ਹੈ। ਉਹਦਾ ਚਾਰ ਨਕੂਲ ਉਜਰਤ ਵਾਲਾ ਇੱਕ ਰਜਿਸਟਰ ਹੁੰਦਾ। ਤੁਹਾਨੂੰ ਨਹੀਂ ਲੱਗਦਾ ਤੁਹਾਡਾ ਹਲਕਾ ਵਾ, ਤੁਸੀਂ ਇਸ ਹਲਕੇ ਦੇ ਵਿੱਚ ਮਾਲਕ ਹੈਗੇ ਹੋ, ਵੀ ਇਸ ਹਲਕੇ ਵਿੱਚ ਜਿੰਨੇ ਪਟਵਾਰਖਾਨੇ ਤੁਹਾਡੇ ਅੰਡਰ ਪੈਂਦੇ ਨੇ, ਤੁਹਾਨੂੰ ਟਾਈਮ ਬੇ ਟਾਈਮ ਚੈੱਕ ਕਰਨਾ ਚਾਹੀਦਾ? ਚੈੱਕ ਕਰੀਦੇ ਆ, ਚੈੱਕ ਕਰਦੇ ਆ। ਨਹੀਂ ਕੀਤਾ ਸਰ? ਲਾਸਟ ਟਾਈਮ ਕਦੋਂ ਚੈੱਕ ਕੀਤਾ? ਨਹੀਂ ਚੈੱਕ ਕਰੀਦੇ ਆ। ਚੈੱਕ ਇਦਾਂ ਹੁੰਦਾ ਨਾ, ਇਹਦਾ ਪਟਵਾਰੀ ਦਾ ਬਸਤਾ ਹੀ ਚੈੱਕ ਕਰਨਾ ਹੁੰਦਾ। ਪਟਵਾਰਖਾਨੇ ਦਾ ਜੇ ਕੋਈ ਕੰਮ ਹੁੰਦਾ ਤਾਂ ਆਈਦਾ, ਤਾਂ ਦੇਖੀਦਾ ਆ ਕੇ। ਨਹੀਂ ਤੁਸੀਂ ਇਹ ਜਿਹੜਾ ਸਰਕਾਰੀ ਖਜ਼ਾਨੇ 'ਚ ਪੈਸਾ ਜਮ੍ਹਾਂ ਹੋਣਾ ਸੀਗਾ, ਲਾਸਟ ਟਾਈਮ ਤੁਸੀਂ ਕਦੋਂ ਚੈੱਕ ਕੀਤਾ? ਇਹ ਚੈੱਕ ਕਰਦੇ ਨਹੀਂ ਤਾਂ ਹਰ ਮਹੀਨੇ ਬਾਅਦ ਕਾਨੂੰਗੋ ਸਾਹਿਬ ਦੀ ਡਿਊਟੀ ਲੱਗੀ ਹੁੰਦੀ। ਸਰ ਪਿਛਲੇ 1 ਸਾਲ ਦਾ ਰਿਕਾਰਡ ਖਿਲਾ ਲਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਚਲੋ ਮੈਂ ਚੈੱਕ ਕਰਾ ਲੈਣਾ, ਕੋਈ ਗੱਲ ਨਹੀਂ, ਦੇਖ ਲੈਣੇ ਆਪਾਂ। ਮੈਡਮ ਜੀ ਇੱਥੇ ਪੈਸੇ ਨਹੀਂ ਸਰਕਾਰੀ ਖਜ਼ਾਨੇ ਜਮ੍ਹਾਂ ਹੁੰਦੇ, ਜਿਹੜੇ ਇੱਥੇ ਪੈਸੇ ਨਜਾਇਜ਼ ਵਸੂਲੀ ਕਰਦੇ ਉਹ ਤਾਂ ਜਦੋਂ ਜੇਬ 'ਚ ਪੈ ਜਾਣੇ ਆ, ਜੋ ਸਰਕਾਰ ਦਾ ਹੱਕ ਬਣਦਾ, ਰੈਵਨਿਊ ਬਣਦਾ, ਉਹ ਵੀ ਖਾ ਜਾਂਦੇ ਨੇ। ਜਦੋਂ ਲਾਸਟ ਵਾਰੀ ਮੈਂ ਇੱਥੇ ਆਈ ਹਾਂ, ਮੈਂ ਚੈੱਕ ਕੀਤਾ, ਉਹ ਰਜਿਸਟਰ ਚੈੱਕ ਕੀਤਾ, ਉਹ ਦਸੰਬਰ ਤੋਂ ਪੈਂਡਿੰਗ ਸੀ। ਇਮੀਡੀਏਟ ਐਕਸ਼ਨ ਲੈ ਕੇ ਉਸੇ ਟਾਈਮ ਉਹਨੂੰ ਅਪਡੇਟ ਕਰਵਾਇਆ। ਮੈਂ ਖੁਦ ਆਈ ਹਾਂ, ਕਿਉਂਕਿ ਇੰਨੇ ਮਹੀਨੇ ਦਾ ਦੇਖੋ, ਮੈਂ ਵੀ ਆਪਣਾ ਵੀ 1 ਅਪ੍ਰੈਲ ਤੋਂ ਹੀ ਸ਼ੁਰੂ ਹੋਇਆ ਹੈ ਨਾ ਸਰਕਾਰ ਜਿਹੜੀ ਹੈ, ਤੇ ਸਰਕਾਰ ਦਾ ਜਦੋਂ ਹੀ ਕੰਮਕਾਰ ਸ਼ੁਰੂ ਹੋਇਆ ਉਸੇ ਟਾਈਮ 2 ਮਹੀਨੇ ਦੇ ਅੰਦਰ ਅੰਦਰ ਮੈਂ ਇਹ ਸਾਰਾ ਚੈੱਕ ਕੀਤਾ। ਜਿੰਨੀ ਇਹਨਾਂ ਦੀ ਪੇਮੈਂਟ ਪੈਂਡਿੰਗ ਸੀਗੀ ਉਹ ਸਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਈ ਆ, ਉਹ ਅਪਡੇਟ ਕਰਵਾਇਆ। ਇੱਕ ਸਵਾਲ ਹੈ ਮੈਡਮ, ਨੋ ਡਾਊਟ ਵੀ ਇਹਨਾਂ ਦਾ ਪੈਂਡਿੰਗ ਸੀ, ਰਜਿਸਟਰ ਬਿਲਕੁਲ ਪੈਂਡਿੰਗ ਸੀ, ਲੇਕਿਨ ਆ ਕੇ ਕਰਵਾਇਆ। ਇੱਕ ਸਵਾਲ ਹੈ ਮੈਡਮ, ਇਹ ਤੁਹਾਡੇ ਹੱਥ 'ਚ ਘੱਟੋ ਘੱਟ ਜ਼ਿਆਦਾ ਨਹੀਂ ਤੇ 70 ਤੋਂ 80 ਫਰਦਾਂ ਪਈਆਂ ਨੇ। ਇਹ ਤੁਸੀਂ ਦੇਖ ਲਿਆ ਪੇਪਰ, ਇਹ ਜਿਹੜਾ ਪੇਪਰ ਹੈ ਇਹਦੇ ਤੇ ਕੋਈ ਸਰਕਾਰੀ ਸਟੈਂਪ ਨਹੀਂ ਲੱਗੀ, ਕੋਈ ਸਰਕਾਰੀ ਮੋਹਰ ਨਹੀਂ ਹੈ, ਕੋਈ ਸਰਕਾਰੀ ਨੰਬਰ ਨਹੀਂ ਹੈ। ਸਰਕਾਰ ਨੂੰ ਕਿਵੇਂ ਪਤਾ ਲੱਗੂਗਾ ਇੱਕ ਦਿਨ ਦੇ ਵਿੱਚ ਕਿੰਨੀਆਂ ਫਰਦਾਂ ਕੱਟੀਆਂ ਗਈਆਂ? ਇਹਦੀ ਬਕਾਇਦਾ ਇਹਨਾਂ ਕੋਲੇ ਐਂਟਰੀ ਹੋਊਗੀ,
ਕਿਉਂਕਿ ਇਹਨਾਂ ਦੇ ਹੱਥ ਦੇ ਨਾਲ ਹੱਥ ਦੇ ਨਾਲ ਐਂਟਰੀ ਹੋਊਗੀ ਉਹ ਸਰ। ਜੇ ਨਹੀਂ ਕਰਨਗੇ ਕਿਵੇਂ ਪਤਾ ਲੱਗੂ? ਨਹੀਂ ਕਰਨਗੇ, ਕਿਉਂ ਨਹੀਂ ਕਰਨਗੇ? ਇਹਨਾਂ ਨੂੰ ਹਦਾਇਤ ਕੀਤੀ ਗਈ ਹੈ। ਜਿਸ ਦਿਨ ਪਹਿਲਾਂ ਮੈਂ ਚੈਕਿੰਗ ਕੀਤੀ ਸੀਗੀ, ਔਰ ਇਹ ਨਹੀਂ ਹੈ ਕਿ ਮੈਂ ਵੀ ਮਤਲਬ ਬੇਧਿਆਨੀ ਆ ਜਾਂ ਧਿਆਨ ਨਹੀਂ ਦਿੰਦੀ, ਮੈਂ ਖੁਦ ਆ ਕੇ ਇੱਥੇ ਚੈੱਕ ਕਰਦੀ ਹਾਂ। ਇੱਕ ਅੱਧੇ ਦਿਨ ਦੇ ਵਿੱਚ ਮੈਂ ਆਉਣੀ ਵਾਲੀ ਸੀ, ਜਦ ਤੱਕ ਉਸ ਤੋਂ ਪਹਿਲਾਂ ਤੁਸੀਂ ਆ ਗਏ। ਅੱਜ ਜਿਹੜਾ ਉਹ ਰਜਿਸਟਰ ਆ ਉਹ ਕਾਨੂੰਗੋ ਸਾਹਿਬ ਕੋਲੇ ਆ, ਲੇਕਿਨ 1-2 ਦਿਨਾਂ ਦੇ ਵਿੱਚ ਆਪਾਂ ਫੇਰ ਇਹਨਾਂ ਨੂੰ ਬਿਨਾਂ ਦੱਸੇ ਆ ਕੇ ਚੈੱਕ ਕਰਕੇ ਜਾਵਾਂਗੇ ਕਿ ਮੇਰਾ ਕਹਿਣ ਦਾ ਇਹਨਾਂ ਤੇ ਕਿੰਨਾ ਅਸਰ ਹੋਇਆ। ਮੈਮ ਤੁਸੀਂ ਅੱਜ ਆ ਗਏ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਚੋਰ ਚੋਰੀ ਸੇ ਜਾਏ, ਹੇਰਾ ਫੇਰੀ ਸੇ ਨਾ ਜਾਏ? ਦੇਖੋ, ਇਹ ਤਾਂ ਸਾਡੀ ਸਰਕਾਰ ਦੀ, ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਬੜੀ ਸਪਸ਼ਟ ਜ਼ੀਰੋ ਟੋਲਰੈਂਸ ਆ। ਜਿਹੜਾ ਬੰਦਾ ਇੱਥੇ ਜਿਹੜਾ ਵੀ ਝੋਲ ਮੋਲ ਕਰੂਗਾ ਉਹਨੂੰ ਅਸੀਂ ਬਖਸ਼ਾਂਗੇ ਤਾਂ ਨਹੀਂ। ਮੈਂ ਬੈਠੀ ਆ, ਉਹਨੂੰ ਤਾਂ ਨਹੀਂ ਬਖਸ਼ਾਂਗੇ। ਜਿਵੇਂ ਹੁਣ ਜਿਨ੍ਹਾਂ ਨੇ ਚਾਹੇ ਡੀਲਰਾਂ ਨੇ ਕੀਤੀ ਆ ਕਿਸੇ ਨਾਲ ਠੱਗੀ, ਚਾਹੇ ਪਟਵਾਰੀ ਸਾਹਿਬ ਨੇ ਕੀਤੀ ਆ, ਚਾਹੇ ਕਿਸੇ ਦੇ ਨੱਕ ਹੇਠ ਹੋਈ ਆ, ਲੇਕਿਨ ਉਹਦੀ ਬਣਦੀ ਕਾਰਵਾਈ ਤਾਂ ਹੋਏਗੀ, ਬਿਲਕੁਲ ਹੋਏਗੀ ਜੀ, ਬਖਸ਼ਿਆ ਨਹੀਂ ਜਾਏਗਾ। ਹੁਣ ਇਹ ਜਿਹੜਾ ਇੱਕ ਕਸ਼ਮੀਰਾ ਸਿੰਘ ਹੈ ਜਿਹਦੇ ਤੇ ਬਕਾਇਦਾ ਅੱਜ ਸਾਰੇ ਭ੍ਰਸ਼ਟਾਚਾਰੀ ਜਿਹੜੇ ਆਰੋਪ ਨੇ, ਜਗ੍ਹਾ ਵੱਧ ਵੇਚ ਦਿੱਤੀ, ਗਲਤ ਵੇਚ ਦਿੱਤੀ, ਸ਼ਾਮ ਲਾਟ ਦੀ ਜਗ੍ਹਾ, ਨੰਬਰ ਅਲੱਗ-ਅਲੱਗ, ਡੁਪਲੀਕੇਟ ਰਜਿਸਟਰੀਆਂ, ਸਾਰਾ ਕੁਝ ਆਪਣੇ ਸਾਹਮਣੇ ਤਾਂ ਆ ਹੀ ਚੁੱਕਿਆ ਹੈ। ਦੇਖੋ, ਕਸ਼ਮੀਰਾ ਸਿੰਘ ਦੀ ਔਨ ਕੈਮਰਾ ਆਪਾਂ ਗੱਲ ਕੀਤੀ ਤੇ ਤੁਹਾਡੇ ਸਾਹਮਣੇ ਉਹ ਕੀ ਕਹਿ ਰਿਹਾ ਕਿ ਮੈਂ ਜਗ੍ਹਾ ਵੇਚੀ ਨਹੀਂ, ਬਟ ਉਹ ਜਗ੍ਹਾ ਵੇਚ ਕੇ ਭੁੱਲ ਚੁੱਕਾ, ਕਿਉਂਕਿ ਜਿਹੜੀ ਇਹਨਾਂ ਕੋਲੇ ਰਜਿਸਟਰੀ ਹੈ ਉੱਤੇ ਦੀ ਫੋਟੋ ਲੱਗੀ ਹੈ, ਦਿਖਾਇਓ ਜੀ। ਉਹ ਰਜਿਸਟਰੀ ਦੇ ਉੱਤੇ ਕਸ਼ਮੀਰਾ ਸਿੰਘ ਦੀ ਫੋਟੋ ਲੱਗੀ ਹੈ ਔਰ ਉਹ ਮੁਖਤਿਆਰੇ ਆਮ ਹੈ। ਇਹ ਰਜਿਸਟਰੀ ਹੈ ਜਿਹੜਾ ਉਹ ਕਹਿ ਰਿਹਾ ਕਿ ਮੈਂ ਜਗ੍ਹਾ ਹੀ ਨਹੀਂ ਵੇਚੀ, ਲੇਕਿਨ ਵੇਚਣ ਦੇ ਬਾਵਜੂਦ ਉਹਨੂੰ ਇਹੀ ਨਹੀਂ ਪਤਾ ਲੱਗਿਆ ਮੈਂ ਜਗ੍ਹਾ ਵੇਚੀ ਕਿਹੜੀ ਆ। ਔਰ ਇਸ ਜਗ੍ਹਾ ਦੇ ਉੱਤੇ ਦੀ ਫੋਟੋ ਲੱਗੀ ਹੋਈ ਹੈ, ਕਸ਼ਮੀਰਾ ਸਿੰਘ ਦੀ ਲੱਗੀ ਹੈ ਨਾ, ਤੇ ਸਾਈਨ ਹੋਏ ਆ ਬਕਾਇਦਾ, ਇਹ ਮੁਖਤਿਆਰੇ ਆਮ ਹੈ। ਤੁਹਾਨੂੰ ਯਾਦ ਹੋਊਗਾ ਮੈਡਮ, ਇਹਨੇ ਫੋਨ ਦੇ ਵਿੱਚ ਗੱਲ ਕਰਦੇ ਕਰਦੇ ਨਾਮ ਲਿੱਤਾ ਸੀ ਗਿੱਲ ਕਲੋਨੀ ਜਾਂ ਕੁਛ ਇੱਦਾਂ ਦਾ। ਇਸ ਬੰਦੇ ਨੇ ਕਿੱਥੇ ਕਿੱਥੇ ਕਿੰਨੀਆਂ ਜਗ੍ਹਾ ਵੇਚ ਕੇ ਲੋਕਾਂ ਨੂੰ ਲੁੱਟਿਆ, ਗਰੀਬਾਂ ਨੂੰ ਲੁੱਟਿਆ। ਇੱਕ ਪਿਛਲੇ ਦਿਨਾਂ ਜੀ ਜਿਹੜਾ ਆਪਣੇ ਇੱਕ ਬੀਬੀ ਮਾਤਾ ਵਾਲਾ ਮੈਟਰ ਹਾਈਲਾਈਟ ਹੋਇਆ, ਉਹਦੇ 'ਚ ਵੀ ਕਸ਼ਮੀਰਾ ਸਿੰਘ ਦਾ ਨਾਮ ਹੈ। ਦੇਖੋ, ਉਸ ਦਿਨ ਵੀ ਕਸ਼ਮੀਰਾ ਸਿੰਘ ਨਾਲ ਬੀਬੀ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਨਹੀਂ ਹੋਈ। ਲੇਕਿਨ ਜਿੰਨੀਆਂ ਇਹਨੇ ਪ੍ਰਾਪਰਟੀਆਂ ਸੇਲ ਕੀਤੀਆਂ, ਇੱਕ ਪ੍ਰਾਪਰਟੀ ਦਾ ਇਹਦੇ ਕੋਲੋਂ ਹਿਸਾਬ ਲਿਆ ਜਾਊਗਾ। ਇਹ ਨਹੀਂ ਵੀ ਕਸ਼ਮੀਰਾ ਸਿੰਘ ਹੇਰਾ ਫੇਰੀ ਕਰਕੇ ਇੱਥੋਂ ਬਚ ਜਾਊਗਾ ਜਾਂ ਭੱਜ ਜਾਊਗਾ, ਉਹਦਾ ਹਿਸਾਬ ਲਿਆ ਜਾਊਗਾ, ਉਹਦੀ ਬਣਦੀ ਕਾਰਵਾਈ ਕਰਾਈ ਜਾਊ। ਲੇਕਿਨ ਗਰੀਬਾਂ ਦੀ ਜਿਹੜੀ ਕਮਾਈ ਆ, ਪਸੀਨੇ ਖੂਨ ਪਸੀਨੇ ਦੀ ਕਮਾਈ ਆ, ਉਹਨੂੰ ਅਜਾਈ ਨਹੀਂ ਜਾਣ ਦੇਵਾਂਗੇ, ਕਿਉਂਕਿ ਉਹਨਾਂ ਦੇ ਹੱਕਾਂ ਲਈ ਅਸੀਂ ਬੈਠੇ ਆ, ਉਹਨਾਂ ਦਾ ਹੱਕ ਉਹਨਾਂ ਨੂੰ ਦਿਵਾਵਾਂਗੇ। ਸੋ ਤੁਸੀਂ ਦੇਖਿਆ ਕਿ ਅੱਜ ਜਿਹੜਾ ਇੱਥੇ ਭ੍ਰਸ਼ਟਾਚਾਰ ਦਾ ਨੰਗਾ ਨਾਚ ਚੱਲ ਰਿਹਾ ਸੀਗਾ ਪਟਵਾਰਖਾਨੇ ਵਿੱਚ, ਉੱਥੇ ਐਮਐਲਏ ਸਾਹਿਬ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਔਰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਵੀ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਕਿਸੇ ਵੀ ਚੀਜ਼ ਦਾ। ਫਾਈਨਲੀ ਐਮਐਲਏ ਸਾਹਿਬ ਕੋ ਪੁੱਛਦੇ ਆ ਵੀ ਕੀ ਇਹ ਮੈਡਮ ਹੁਣ ਦੁਬਾਰਾ ਇੱਥੇ ਇਹੋ ਜਿਹਾ ਕੰਮ ਨਹੀਂ ਹੋਊਗਾ? ਦੇਖੋ, ਇੱਥੇ ਪਟਵਾਰੀ ਦੋਨੇ ਮੌਜੂਦ ਸੀ, ਪਹਿਲੇ ਪਟਵਾਰੀ ਨੂੰ ਹੁਣੇ ਹੀ ਉਹਨੂੰ ਲੀਵ ਕਰਤਾ, ਨਵਾਂ ਪਟਵਾਰੀ ਆ ਗਿਆ। ਤਹਿਸੀਲਦਾਰ ਪੰਨੂ ਸਾਹਿਬ ਮੇਰੇ ਨਾਲ ਖੜੇ ਨੇ, ਲੇਕਿਨ ਅੱਜ ਤੋਂ ਬਾਅਦ ਕੋਈ ਇੱਥੇ ਭ੍ਰਸ਼ਟਾਚਾਰ ਨਹੀਂ ਹੋਊਗਾ। ਲੇਕਿਨ ਜਿਹੜਾ ਵੀ ਬੰਦਾ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ, ਉਹਦੇ ਤੇ ਬਣਦੀ ਕਾਰਵਾਈ ਹੋਊਗੀ। ਪਹਿਲੀ ਗੱਲ ਤਾਂ ਇਹਨਾਂ ਨੂੰ ਅੱਜ ਸਬਕ ਆ ਗਿਆ ਕਿ ਇਦਾਂ ਦਾ ਕੰਮ ਇਹ ਕਰਨਗੇ ਨਹੀਂ। ਬਾਕੀ ਜਿਹੜੇ ਭੋਲੇ ਭਾਲੇ ਲੋਕ ਆ, ਇਹਨਾਂ ਨੂੰ ਕਹਿ ਦਿੱਤਾ ਕਿ ਇੱਕ ਬੈਨਰ ਲਗਾ ਕੇ ਲਾਓ ਕਿ ਕਿਸੇ ਨੇ ਫਰਦ ਲੈਣੀ ਆ ਤੇ ਕਿੰਨੇ ਪੈਸੇ ਆ, ਕਿਉਂਕਿ ਉਹ ਪੂਰਾ ਮੈਂਸ਼ਨ ਕੀਤਾ ਹੋਵੇ। ਔਰ ਅੱਜ ਤੋਂ ਬਾਅਦ ਮੇਰਾ ਬੋਰਡ ਇੱਥੇ ਲੱਗਿਆ ਹੋ। ਜੇ ਮੈਂ ਤੁਹਾਡੇ ਮੀਡੀਅਮ ਦੇ ਜ਼ਰੀਏ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਅਗਰ ਤੁਹਾਡੇ ਕੋਲ ਕੋਈ ਪੈਸੇ ਦੀ ਡਿਮਾਂਡ ਹੁੰਦੀ ਆ, ਮੇਰਾ ਖੁਦ ਦਾ ਬੋਰਡ, ਮੇਰਾ ਨੰਬਰ ਇੱਥੇ ਮੈਂਸ਼ਨ ਹੋ, ਮੈਨੂੰ ਇਮੀਡੀਏਟ ਕਾਲ ਕਰਨ। ਬਿਲਕੁਲ। ਜਿਹੜੀ ਮੈਮ ਅੱਜ ਆਪਾਂ ਭ੍ਰਸ਼ਟਾਚਾਰ ਦੇ ਕੁਝ ਮਾਮਲੇ ਫੜੇ ਨੇ, ਕਿ ਇਹਨਾਂ ਤੇ ਪੁਲਿਸ ਦੀ ਕਾਰਵਾਈ ਬਣੂ? ਦੇਖੋ, ਇਹ ਜਿਨ੍ਹਾਂ ਨੇ ਆਪਣੇ ਧਿਆਨ 'ਚ ਲਿਆਂਦੀ, ਸੁਨੀਤਾ ਤੇ ਦਿਲਬਾਗ ਸਿੰਘ, ਉਹ ਆਪਾਂ ਨੂੰ ਕੰਪਲੇਂਟ ਦੇਣਗੇ ਔਰ ਕੰਪਲੇਂਟ ਦੇ ਉੱਤੇ ਉਹਨਾਂ ਦੇ ਕਾਰਵਾਈ ਕਰਵਾਈ ਜਾਊਗੀ। ਔਰ ਗਰੀਬ ਦਾ ਹੱਕ ਮਾਰਿਆ ਨਹੀਂ ਜਾਊਗਾ, ਗਰੀਬ ਦਾ ਹੱਕ ਗਰੀਬ ਨੂੰ ਦਵਾ ਕੇ ਰਵਾਂਗੇ। ਸੋ ਤੁਸੀਂ ਦੇਖਿਆ ਕਿ ਇਹ ਜਿਹੜੇ ਗਰੀਬ ਲੋਕ ਨੇ, ਇਹ ਇਸੇ ਆਸ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ। ਅੱਜ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੀਰੋ ਗਰਾਊਂਡ ਲੈਵਲ ਦੇ ਉੱਤੇ ਉਤਰ ਕੇ ਐਕਸ਼ਨ ਲੈ ਰਹੀ ਹੈ। ਕੋਈ ਵੀ ਭ੍ਰਸ਼ਟਾਚਾਰ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਦੋਸਤੋ, ਅਗਰ ਤੁਹਾਡੇ ਹਲਕੇ ਵਿੱਚ, ਤੁਹਾਡੇ ਏਰੀਏ ਦੇ ਵਿੱਚ, ਕਿਸੇ ਵੀ ਐਮਐਲਏ ਦੇ ਏਰੀਏ ਦੇ ਵਿੱਚ ਕੋਈ ਭ੍ਰਸ਼ਟਾਚਾਰੀ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਕੋਈ ਪ੍ਰਾਈਵੇਟ ਮਾਫੀਆ ਜਾਂ ਕੋਈ ਸਰਕਾਰ ਦੇ ਅੰਡਰ ਟੇਬਲ ਕੁਝ ਵੀ ਫੀਸ ਅਦਾਇਗੀ ਮੰਗਦੇ ਨੇ, ਤੁਸੀਂ ਸਾਨੂੰ ਕਮੈਂਟ ਕਰਕੇ, ਕਾਲ ਕਰਕੇ ਜ਼ਰੂਰ ਦੱਸਿਓ। ਅਸੀਂ ਦਿਖਾਵਾਂਗੇ ਸਿੱਧੀ ਖਬਰ, ਮੌਕੇ ਤੇ ਹੋਊਗਾ ਐਕਸ਼ਨ। ਤੁਸੀਂ ਜੁੜੋ ਲੁਧਿਆਣਾ ਦੇ ਨਾਲ। ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਸੁਸ਼ੀਲ ਮਚਾਨ ਦੀ ਰਿਪੋਰਟ, ਲੁਧਿਆਣਾ ਲਾਈਵ।